आद अपेख अछेद सदा प्रभ भेद कते बन भेद न पायो दीन दयाल कृपाल कृपा निध सत सदैव सभा घट छायो शेष सुरेश गणेश महेश्वर गाहि फिरे श्रुत धाह न आयो रे मन मूड गूढ़े सो प्रभ तैं किह काज को हो बिसरायो रे मन मूढ़ गूढ़े सो प्रभ तैं किह काज कहूँ बिसरायो। पतित पावन भगत वत्सल दीना बंधु किरपा निधान सतगुर सच्चे पातशाह धन श्री गुरु नानक देव जी महाराज तिन्हां दियां गुरु नानक नाम लेवा सिख संगतां नूं दोवें हथ जोड़ करके सनिमर हो करके वाहिगुरु जी का खालसा वाहिगुरु जी की फतेह। इस संसार दे विच श्री गुरु नानक देव जी महाराज जी दा आउणा महाराज दा आगमन होना इस तरीके दे नाल सी कि अकाल पुरख वाहिगुरु ने जदों धरती नूं वेख्या जदों महाराज ने देखिया कि यह किन्ना कु भयानक समा कलयुग दा चल रहा जे समय दे बाबत गुरबाणी ने भी वर्णन किया कल काती राजे का साई धर्म पंख कर उडरिया कूड़ अमावस सच चंद्रमा दिसै नाही कह चढ़िया हों भाल विकुन्नी होई आधेरे राह न कोई ऐदां दा भयानक हनेरा समा ऐदां दी हनेरी जिस समय विच छा गई सी ਉਹ ਸਮੇਂ ਦੇ ਵਿੱਚ ਪੂਰਨਮਾਸ਼ੀ ਦੀ ਰਾਤ ਉੱਪਰ ਸਤਿਗੁਰ ਸੱਚੇ ਪਾਤਸ਼ਾਹ ਦਾ ਅਵਤਾਰ ਧਾਰਨਾ ਹੋਇਆ। ਅਵਤਾਰ ਦਾ ਭਾਵ ਹੁੰਦਾ ਅਵਤਾਰ ਜਿਹੜਾ ਕਿਸੇ ਅਵਦਾ ਦੇ ਵਿੱਚੋਂ ਕਿਸੇ ਬਿਪਤਾ ਦੇ ਵਿੱਚੋਂ ਮੁਸੀਬਤ ਦੇ ਵਿੱਚੋਂ ਤਾਰ ਲਵੇ ਕੱਢ ਲਵੇ ਰਾਖੀ ਕਰ ਲਵੇ ਉਸ ਨੂੰ ਕਹਿੰਦੇ ਆ ਅਵਤਾਰ। ਸਤਿਗੁਰ ਸੱਚੇ ਮਹਾਰਾਜ ਜੀ ਦਾ ਇਹ ਜਿਹੜਾ ਪ੍ਰਯੋਜਨ ਸੀ ਸਤਿਗੁਰਾਂ ਨੇ ਬੜੇ ਅਚਰਜ ਤਰੀਕੇ ਦੇ ਨਾਲ ਕੀਤਾ। ਹਾਲਾਂਕਿ ਜੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਕਿਹਾ ਕਿ ਇਹ ਚੰਦ ਵੀ ਇਹ ਸੂਰਜ ਵੀ ਰਾਤ ਵੀ ਦਿਨ ਵੀ ਸਮੇਂ ਦਾ ਗੇੜ ਵੀ ਮੌਤ ਦਾ ਆਉਣਾ ਵੀ ਇਹ ਸਭ ਕੁਝ ਮਹਾਰਾਜ ਦੇ ਹੁਕਮ ਦੇ ਅੰਦਰ ਆ ਕਿਸੇ ਮਰਿਆਦਾ ਦੇ ਅਨੁਸਾਰ ਬੱਝਾ ਹੋਇਆ ਆ ਕਿਸੇ ਭੈ ਦੇ ਵਿੱਚ ਆ। ਬੇਸ਼ੱਕ ਉਸ ਅਕਾਲ ਪੁਰਖ ਦੇ ਸਰਗੁਣ ਸਰੂਪ ਦੇ ਉੱਪਰ ਕੋਈ ਪਾਬੰਦੀ ਕੋਈ ਸੀਮਾ ਨਹੀਂ ਸੀ। ਉਹ ਜਿਹੜੀ ਅਸੀਮ ਸ਼ਕਤੀ ਸੀ ਫਿਰ ਵੀ ਉਹਨੇ ਇੱਕ ਬੜੇ ਅਚਰਜ ਤਰੀਕੇ ਦੇ ਨਾਲ ਸੰਸਾਰ ਦੇ ਜੀਵਾਂ ਦੀ ਕਲਿਆਣ ਹੇਤ ਤੇ ਆਪਣੀ ਮਿਸਾਲ ਦੇ ਨਾਲ ਆਪਣੇ ਉੱਚੇ ਸੁੱਚੇ ਜੀਵਨ ਸ਼ੈਲੀ ਦੇ ਨਾਲ ਸੰਸਾਰ ਦੇ ਜੀਵਾਂ ਦੇ ਵਾਸਤੇ ਇੱਕ ਮਿਸਾਲ ਛੱਡਣ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਇੱਕ ਕੌਤਕ ਰਚਿਆ ਕਿ ਜਿਹੜੀ ਆਪਣੀ ਦੇਹ ਦਾ ਚੋਲਾ ਸੀ ਉਹ ਛੱਡ ਕਰਕੇ ਫਿਰ ਸਤਿਗੁਰਾਂ ਨੇ 10 ਜਾਮਿਆਂ ਦੇ ਵਿੱਚ ਆਪਣੀ ਜੋਤ ਨੂੰ ਪ੍ਰਵੇਸ਼ ਕਰਵਾਇਆ। ਜੋਤ ਵੱਖ-ਵੱਖ ਸਰੀਰਾਂ ਦੇ ਵਿੱਚ ਪ੍ਰਵੇਸ਼ ਹੁੰਦੀ ਰਹੀ ਉਹਨਾਂ ਨੂੰ ਗੁਰਿਆਈ ਪ੍ਰਾਪਤ ਹੁੰਦੀ ਰਹੀ। ਇਸ ਤਰੀਕੇ ਦੇ ਨਾਲ ਸਾਡੇ 10 ਗੁਰੂ ਸਾਹਿਬਾਨ ਹੋਏ ਪਰੰਤੂ ਜੋਤ ओहा जुगत साए सहकाया फेर पलटिया जोत दे ओही रहन करके ज्ञान भी ओही रहा शक्ति भी ओही रही। श्री गुरु नानक देव जी महाराज जो सन ओही श्री गुरु गोबिंद सिंह जी महाराज सन। अजोके समय दे विच कुछ इस तरह का माहौल बन चुका है जिहदे विच बड़ा अफसोसजनक माहौल बड़ा हिंसा वाला ईर्खा द्वेष वाला लड़ाई झगड़े वाला माहौल बन चुका सिर्फ तो सिर्फ कौम दे विच कुछ शरारती अनसरां दे करके। दास बेनती कर देवे कई बारी जदों असी अपनी कौम वाल वेखीदा आ हालांकि सतगुर सच्चे पातशाह ने जिहड़ा बूटा लाया ये प्रफुल्लित होना आ इनू इदां दा कोई नहीं आया जिहड़ा वढ सके। ये बूटे ने बस वधदा ही रहना ते लखां प्राणियां नू तारना ते अपनी शां दे नाल सुख देना। इस तरीके दे नाल सतगुर सच्चे पातशाह दा यह धर्म आ। परंतु जदों इस वेले आपां अजोके समय दे हालातां वल वेखदे आ मन विच बड़ा दुख प्रगट हुंदा आ बड़ा दुखदाई वातावरण बन चुका। कई बारी मन विच यह प्रश्न आउंदा जिहड़ी सिख संगत ना ते केवल अपना ही भला लोचदी आ बल्कि सारी दुनिया दा भला मंगण वाली कौम नानक नाम चढ़दी कला तेरे भाणे सरबत दा भला ये मंगण वाली कौम
ਪਰਉਪਕਾਰ ਨਿਤ ਚਿਤਵਤੇ। ਏਦਾਂ ਦੀ ਜਿਹੜੀ ਇਹ ਕੌਮ ਮਹਾਰਾਜ ਨੇ ਬਣਾਈ ਆ, ਕਿਉਂ ਇਹਦੀ ਆਪਣੀ, ਹਾਲਾਂਕਿ ਇਹ ਸ਼ਬਦ ਅਯੋਗ ਨੇ, ਪਰ ਕਹਿਣਾ ਕੁਝ ਜ਼ਿਆਦਾ ਅਨੁਚਿਤ ਨਹੀਂ। ਸਾਰਿਆਂ ਦੇ ਮਨਾਂ ਦੇ ਵਿੱਚ ਇਹ ਬਲਬਲਾ, ਇਹ ਪ੍ਰਸ਼ਨ ਉੱਠਦਾ ਕਿ ਇਹ ਕੌਮ ਦੀ ਢਹਿੰਦੀ ਕਲਾ ਕਿਉਂ ਹੋ ਰਹੀ ਆ। ਦਾਸ ਅਰਜ਼ ਕਰ ਦਵੇ, ਕਬੀਰ ਸਾਹਿਬ ਨੇ ਬਾਣੀ ਵਿੱਚ ਕਿਹਾ ਆ, ਕਬੀਰ ਸਾਚਾ ਸਤਿਗੁਰ ਕਿਆ ਕਰਹਿ, ਜਉ ਸਿੱਖਾਂ ਮੈਂ ਚੂਕ। ਇੰਡੀਆ ਦੇ ਵਿੱਚ ਅਸੀਂ ਆਮ ਦੇਖਿਆ, ਜਿਹੜੇ ਡਾਕਟਰ ਜਾਂ ਵੈਦ ਤੇ ਸਾਨੂੰ ਭਰੋਸਾ ਹੋਵੇ, ਉਸ ਦੀ ਦਵਾਈ ਤੇ ਵੀ ਸਾਨੂੰ ਜੇ ਤੇ ਭਰੋਸਾ ਹੋਵੇ ਤੇ ਉਹ ਦਵਾਈ ਸਾਡੇ ਤੇ ਅਸਰ ਕਰਦੀ ਆ। ਜੇ ਦਵਾਈ ਖਾਣ ਵੇਲੇ ਅਸੀਂ ਇਹੀ ਮਨ ਵਿੱਚ ਸੰਕਲਪ ਧਾਰਿਆ ਕਿ ਜਿਹੜੀ ਦਵਾਈ ਸਾਨੂੰ ਦਿੱਤੀ ਆ ਇਹ ਤਾਂ ਨਿਕੰਮੀ ਆ, ਇਹਨੇ ਕਿਸੇ ਕੰਮ ਨਹੀਂ ਆਉਣਾ, ਇਹ ਜ਼ਹਿਰ ਸਾਨੂੰ ਇਹਨੇ ਦੇ ਦਿੱਤਾ, ਉਹ ਦਵਾਈ ਕਦੇ ਵੀ ਕਲਿਆਣ ਨਹੀਂ ਕਰ ਸਕਦੀ। ਪਰ ਅਸੀਂ ਕਈ ਵਾਰੀ ਦੇਖਿਆ ਇੰਡੀਆ ਦੇ ਵਿੱਚ, ਮਾਈਆਂ ਜੇ ਉਸ ਡਾਕਟਰ ਕੋਲ ਚਲੇ ਜਾਣ ਜਿਹਦੇ ਡਾਕਟਰ ਉੱਪਰ ਉਹਨਾਂ ਦਾ ਭਰੋਸਾ ਹੋਵੇ, ਤੇ ਉਹ ਡਾਕਟਰ ਬੇਸ਼ੱਕ ਪਾਣੀ ਦਾ ਵੀ ਟੀਕਾ ਲਾ ਦੇਵੇ, ਉਹ ਪਾਣੀ ਦਾ ਟੀਕਾ ਵੀ ਵੱਡੀਆਂ ਵੱਡੀਆਂ ਮਹਿੰਗੀਆਂ ਮਹਿੰਗੀਆਂ ਦਵਾਈਆਂ ਦਾ ਅਸਰ ਕਰ ਦਿੰਦਾ, ਕਿਉਂਕਿ ਉਹਨਾਂ ਦਾ ਭਰੋਸਾ ਤੇ ਸਿਦਕ ਉਸ ਡਾਕਟਰ ਤਾਂ ਉਸ ਡਾਕਟਰ ਦੀ ਦਵਾਈ ਉੱਪਰ ਵੱਜ ਚੁੱਕਾ। ਦਾਸ ਬੇਨਤੀ ਇਹ ਕਰਨਾ ਚਾਹੁੰਦਾ, ਸਤਿਗੁਰੂ ਤਾਂ ਪੂਰਨ ਨੇ, ਨਾਰਾਇਣ ਨਰਪਤ ਨਮਸਕਾਰੇ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਸਤਿਗੁਰੂ ਸਾਹਿਬ ਤਾਂ ਪੂਰਨ ਨੇ, ਮਿਰਤਕ ਕੋ ਪਾਇਓ ਤਨ ਸਾਸਾ, ਵਿਛਰਤ ਆਨ ਮਿਲਾਇਆ। ਏਦਾਂ ਦੇ ਪੂਰਨ ਸਤਿਗੁਰੂ ਦੇ ਵਿੱਚ ਕੋਈ ਖਾਰ ਨਹੀਂ। ਜੇ ਖਾਰ ਹੈ, ਜੇ ਸਤਿਗੁਰੂ ਕਲਿਆਣ, ਜੇ ਸਾਨੂੰ ਪ੍ਰਤੀਤ ਹੋ ਰਿਹਾ ਆ ਕਿ ਸਤਿਗੁਰੂ ਸਾਡੇ ਉੱਪਰ ਕਲਿਆਣ ਨਹੀਂ ਕਰ ਰਿਹਾ, ਸਾਡਾ ਭਲਾ ਨਹੀਂ ਕਰ ਰਿਹਾ, ਦਾਸ ਬੇਨਤੀ ਕਰ ਲਵੇ, ਫਰਕ ਸਤਿਗੁਰੂ ਸੱਚੇ ਪਾਤਸ਼ਾਹ ਦੀ ਹੋਂਦ ਜਾਂ ਸ਼ਖਸੀਅਤ ਦੇ ਵਿੱਚ ਨਹੀਂ, ਬਲਕਿ ਸਾਡੀ ਪ੍ਰੀਤ ਤੇ ਪ੍ਰਤੀਤ ਦੇ ਵਿੱਚ। ਹਾਂਜੀ, ਪ੍ਰੇਮ ਦੇ ਦੋ ਪੱਖ ਹੁੰਦੇ, ਇੱਕ ਹੁੰਦਾ ਪ੍ਰੀਤ ਤੇ ਇੱਕ ਹੁੰਦੀ ਪ੍ਰਤੀਤ। ਪ੍ਰੀਤ ਹੁੰਦਾ ਪ੍ਰੇਮ, ਪ੍ਰੇਮ ਵੀ ਬੇਹੱਦ ਹੋਣਾ ਚਾਹੀਦਾ ਆ, ਇੰਨਾ ਕੁ ਪ੍ਰੇਮ ਹੋਣਾ ਚਾਹੀਦਾ ਕਿ ਇਸ ਪ੍ਰੇਮ ਦਾ ਕੋਈ ਮੁੱਲ ਨਹੀਂ। ਜੇ ਸਿਰ ਵੀ ਚਲੇ ਜਾਵੇ ਤਾਂ ਫੇਰ ਵੀ ਮੁੱਲ ਘਾਟਿਆ ਜੇ ਆਪਣਾ ਪਿਆਰਾ ਮਿਲ ਜਾਵੇ। ਸੰਮਣ ਜਾਓ ਇਸ ਪ੍ਰੇਮ ਕੀ, ਦਮਕੇ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨਹਿ, ਜਿਨ ਸਿਰ ਦੀਨੇ ਕਾਟ। ਜਾਂ ਪ੍ਰਤੀਤ ਹੋਵੇ, ਭਰੋਸਾ ਵੀ ਏਦਾਂ ਦਾ ਹੋਵੇ ਕਿ ਸਤਿਗੁਰ ਮੇਰਾ ਮਾਰ ਜੀ ਵਾਲੇ। ਜੇ ਸਤਿਗੁਰਾਂ ਦਾ ਬਚਨ ਮੰਨਾਂਗੇ, ਭਰੋਸਾ ਧਾਰਾਂਗੇ, ਤਾਂ ਫਿਰ ਸਤਿਗੁਰ ਸਾਹਿਬ ਜੀ ਮਹਾਰਾਜ ਮਰਿਆਂ ਨੂੰ ਵੀ ਮੁੜ ਕਰਕੇ ਸੁਰਜੀਤ ਕਰ ਸਕਦੇ ਨੇ। ਇਹੋ ਜਿਹਾ ਸਿਦਕ ਭਰੋਸਾ ਸਾਡੇ ਵਿੱਚ ਚਾਹੀਦਾ। ਦਾਸ ਬੇਨਤੀ ਕਰ ਦਵੇ, ਇਹ ਬੜੀ ਅਫਸੋਸ ਵਾਲੀ ਗੱਲ ਆ ਕਿ ਕੁਝ ਸ਼ਰਾਰਤੀ ਮਨੁੱਖਾਂ ਦੀ ਇਹ ਸੋਚੀ ਸਮਝੀ ਹੋਈ ਸਾਜ਼ਿਸ਼ ਦੇ ਤਹਿਤ ਸਿੱਖਾਂ ਦਾ ਸਿਦਕ ਬਹਿਕ ਰਿਹਾ ਆ, ਡੋਲ ਰਿਹਾ ਆ। ਪਿਛਲੇ ਦਿਨਾਂ ਦੇ ਵਿੱਚ ਸਰਬਜੀਤ ਧੁੰਡੇ ਨਾਂ ਦਾ ਵਿਅਕਤੀ ਇੰਗਲੈਂਡ ਦੀ ਧਰਤੀ ਉੱਪਰ ਆਉਂਦਾ ਤੇ ਉਸ ਦਾ ਜਿਹੜਾ ਪ੍ਰਚਾਰ ਹੈ ਉਹ ਬੜਾ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਕਰਦਾ। ਔਰ ਹੈਰਾਨਗੀ ਦੀ ਗੱਲ ਇਹ ਆ, ਉਹ ਸਟੇਜ ਤੇ ਵੱਡੀਆਂ ਵੱਡੀਆਂ ਗੁਸਤਾਖੀਆਂ ਪਹਿਲੋਂ ਵੀ ਕਰ ਚੁੱਕਿਆ ਤੇ ਹਾਲੇ ਵੀ ਕਰ ਰਿਹਾ, ਤੇ ਸੰਗਤ ਕਹਿੰਦੀ ਆ ਖੌਰੇ ਇਹਨੇ ਗਲਤ ਕੀ ਬੋਲਿਆ। ਦਾਸ ਕਹਿੰਦਾ, ਆਪ ਜੀ ਦਾ ਪ੍ਰਸ਼ਨ ਆਉਂਦਾ ਵੇ ਇਹ ਗਲਤ ਕੀ ਬੋਲ ਰਿਹਾ, ਅਸੀਂ ਇਹਦੇ ਨਾਲ ਸਹਿਮਤ ਹਾਂ। ਇਹ ਹੁਣ ਮੈਨੂੰ ਪਤਾ ਨਹੀਂ ਕਿ ਸਾਡਾ ਬਸ ਹੁਣ ਸਿਦਕ ਹੀ ਇੰਨਾ ਕਮਜ਼ੋਰ ਹੋ ਗਿਆ, ਜਾਂ ਫਿਰ ਉਹਦੀ ਗੱਲ ਵਿੱਚ ਬੇਸ਼ੱਕ ਉਹ ਗੱਲ ਝੂਠੀ ਆ, ਉਹ ਜਿਹੜੇ ਅੰਦਾਜ਼ ਵਿੱਚ ਕਹਿ ਰਿਹਾ, ਇੰਨੇ ਪ੍ਰਭਾਵਸ਼ਾਲੀ ਦਮਦਾਰ ਅੰਦਾਜ਼ ਵਿੱਚ ਕਹਿ ਰਿਹਾ ਕਿ ਤੁਸੀਂ ਮੰਨ ਰਹੇ ਹੋ, ਜਾਂ ਫਿਰ ਸਾਡੇ ਪ੍ਰਚਾਰਕਾਂ ਦੇ ਵਿੱਚ ਕਮੀ ਆ ਕਿ ਅਸੀਂ ਆਪਣਾ ਜਿਹੜਾ ਪੱਖ ਆ, ਆਪਣਾ ਕੀ ਪੱਖ ਜਿਹੜਾ ਗੁਰਮਤ ਦੀ ਰੌਸ਼ਨੀ ਵਿੱਚ ਭਾਵਨਾ ਤੇ ਪ੍ਰੇਮ ਵਾਲਾ, ਇਹ ਜਿਹੜਾ ਪੱਖ ਆ ਅਸੀਂ ਤੁਹਾਡੇ ਮੂਹਰੇ ਲਿਆ ਨਹੀਂ ਸਕੇ। ਸੋ ਦਾਸ ਨੂੰ ਇਹ ਨਹੀਂ ਪਤਾ ਵੀ ਤੁਸੀਂ ਕਿਹੜੀ ਗੱਲ ਕਰਕੇ ਉਸ ਦੀ ਸਪੋਰਟ ਕਰ ਰਹੇ ਹੋ। ਇੰਨਾ ਪਤਾ ਜ਼ਰੂਰ ਆ ਕਿ ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਰਹੇ ਕਿ ਸਰਬਜੀਤ ਧੁੰਦੇ ਅਤੇ ਹੋਰ ਵੀ ਏਦਾਂ ਦੇ ਨਿੰਦਕ ਤੇ ਨਾਸਤਿਕ ਵਿਅਕਤੀਆਂ ਦੀ ਆਪ ਜੀ ਸਪੋਰਟ ਕਰ ਰਹੇ ਹੋ, ਕਹਿ ਰਹੇ ਹੋ ਕਿ ਇਹਨਾਂ ਨੇ ਗਲਤ ਕੀ ਕਹਿੰਦੇ, ਬਲਕਿ ਇਹ ਜੋ ਕਹਿੰਦੇ ਆ ਸਹੀ ਕਹਿੰਦੇ। ਦਾਸ ਅਰਜ਼ ਕਰ ਦਵੇ, ਫਿਰ ਤੁਸੀਂ ਪੁੱਛਦੇ ਹੋ ਕਿ ਢਹਿੰਦੀ ਕਲਾ ਕਿਉਂ, ਕੌਮ ਦੇ ਮਾੜੇ ਹਾਲਾਤ ਕਿਉਂ, ਕੌਮ ਦੀ ਕੋਈ ਯੋਗ ਲੀਡਰਸ਼ਿਪ ਕਿਉਂ ਨਹੀਂ। ਜਦੋਂ ਮੱਖਣ ਸ਼ਾਹ ਲਬਾਣੇ ਦੀ ਜਿਹੜੀ ਕਿਸ਼ਤੀ ਸੀ ਉਹ ਡੁੱਬਣ ਲੱਗੀ ਸੀ
ਪਹਿਲੋਂ ਉਹਨੇ ਆਪਣੇ ਪੀਰਾਂ ਫਕੀਰਾਂ ਔਲੀਆਂ ਤੇ ਆਪਣੀਆਂ ਤਰਕਾਂ ਤੇ, ਜੇ ਉਹ ਆਪਣੀ ਤਰਕ ਤੇ ਪ੍ਰਤੀਤ ਰੱਖਦਾ, ਭਰੋਸਾ ਰੱਖਦਾ, ਤੇ ਉਹਨੇ ਡੁੱਬਣਾ ਸੀ। ਉਹਨੇ ਆਪਣਾ ਭਰੋਸਾ ਇਹ ਜਾਣਦਾ ਵੀ ਨਹੀਂ ਸੀ ਕਿ ਗੁਰੂ ਤੇਗ ਬਹਾਦਰ ਕੌਣ ਆ। ਕੇਵਲ ਤਾਂ ਕੇਵਲ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਉੱਪਰ ਮੱਖਣ ਸ਼ਾਹ ਲੁਬਾਣੇ ਨੇ ਭਰੋਸਾ ਧਾਰਿਆ ਤੇ ਉਹ ਤਰ ਗਿਆ, ਔਰ ਉੱਤੇ ਬੜੀਆਂ ਬਖਸ਼ਿਸ਼ਾਂ ਹੋਈਆਂ। ਦਾਸ ਬੇਨਤੀ ਕਰ ਦੇਵੇ, ਜੇ ਆਪਾਂ ਆਪਣਾ ਭਰੋਸਾ ਹੀ ਤਰਕਾਂ ਵੱਲ ਲੈ ਜਾਣਾ, ਤਰਕਸ਼ੀਲ ਸੁਭਾਅ ਵੱਲ, ਨਾਸਤਿਕ ਤੇ ਹਰ ਗੱਲ ਤੇ ਸ਼ੰਕੇ ਵਾਲੇ ਸੁਭਾਅ ਵਿੱਚ ਲੈ ਕੇ ਚੱਲ ਜਾਣਾ, ਦਾਸ ਇਹ ਨਹੀਂ ਕਰਦਾ। ਇਸ ਪਾਸੇ ਨਾ ਮੇਰੀ ਬੇਨਤੀ ਲੈ ਕੇ ਜਾਇਓ ਕਿ ਅੰਧ ਵਿਸ਼ਵਾਸ ਕਰਨਾ ਚਾਹੀਦਾ, ਪਰ ਗੁਰੂ ਧਾਰੀਏ ਪਰਖ ਕੇ। ਇੱਕ ਵਾਰੀ ਆਪਣੇ ਗੁਰੂ ਨੂੰ ਪਰਖ ਲਵੋ, ਬਾਰ-ਬਾਰ ਪਰਖਦਾ ਹੈ ਜਿਹੜਾ ਨਾ ਉਹ, ਤੇ ਪਰਖਦਾ ਹੀ ਕੀ, ਬਾਰ-ਬਾਰ ਆਪਣਾ ਗੁਰੂ ਉੱਪਰੋਂ ਸਿਦਕ ਢਲਾਉਂਦਾ, ਜਿਹੜਾ ਉਹ ਸਿੱਖ ਕਹਿਲਾਉਣ ਦੇ, ਉਹ ਸਤਿਗੁਰਾਂ ਦਾ ਸਿੱਖ ਹੀ ਨਹੀਂ ਹੈਗਾ। ਹਾਂਜੀ, ਕੱਲ ਨੂੰ ਕੋਈ ਕਹਿ ਦੂਗਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਤਰੀਕੇ ਦੇ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਹੀ ਨਹੀਂ ਸਨ, ਉਹ ਤਾਂ ਬਸ ਇੱਕ ਮਨੁੱਖ ਸੀ ਜਿਹਦੀ ਵਧੀਆ ਸੋਚ ਸੀ। ਇਸ ਤਰੀਕਾਂ ਦੇ ਜਿਹੜੇ ਇਹ ਸ਼ਬਦ ਨੇ, ਅਯੋਗ ਸ਼ਬਦ, ਜੇ ਆਪਾਂ ਇਹਨਾਂ ਤੇ ਭਰੋਸਾ ਕਰ ਦਿੱਤਾ, ਕੱਲ ਨੂੰ ਏਦਾਂ ਦਾ ਦਿਨ ਵੀ ਆ ਜਾਣਾ ਕਿ ਗੁਰੂ ਸਾਹਿਬ ਦੀ ਜਿਹੜੀ ਬਾਣੀ ਆ ਉੱਤੇ ਵੀ ਸ਼ੰਕੇ ਹੋਰ ਉੱਠਣ ਲੱਗ ਪੈਣੇ ਆ। ਅੱਗੇ ਘੱਟ ਨੇ। ਹਾਂਜੀ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਜਿਹੋ ਜਿਹਾ ਗੁਰੂ ਸਾਹਿਬ ਦੀ ਸ਼ਖਸੀਅਤ ਉੱਪਰ ਸ਼ੰਕਾ ਉਠਾ ਲਿਆ, ਤੇ ਉਹ ਤੋਂ ਵੱਧ ਗੁਨੇਗਾਰ ਉਹ ਜਿਹੜਾ ਗੁਰੂ ਸਾਹਿਬ ਦੀ ਬਾਣੀ ਉੱਪਰ ਸ਼ੰਕੇ ਉਠਾਵੇਗਾ। ਇਹਨਾਂ ਨੇ ਤਿੰਨ ਪੱਖ ਹੁੰਦੇ ਕਿਸੇ ਵੀ ਕੌਮ ਦੇ। ਇੱਕ ਹੁੰਦਾ ਹੈ ਜਿਹੜਾ ਉਹਦਾ ਰਹਿਬਰ ਆ, ਉਹਦਾ ਜੀਵਨ ਤੇ ਉਹਦੀ ਸ਼ਖਸੀਅਤ। ਦੂਜਾ ਹੁੰਦਾ ਆ ਉਹਦਾ ਜਿਹੜਾ ਲਿਟਰੇਚਰ, ਜਿਹੜਾ ਉਹਨੇ ਸਕ੍ਰਿਪਚਰ, ਜਿਹੜਾ ਉਹਨੇ ਗ੍ਰੰਥ ਸਾਨੂੰ ਬਖਸ਼ੇ ਆ, ਉਹ ਹੁੰਦਾ। ਤਾਂ ਤੀਜਾ ਪੱਖ ਹੁੰਦਾ ਜਿਹੜਾ ਉਹਦਾ ਇਤਿਹਾਸ ਰਚਿਆ ਹੋਵੇ। ਸਰਬਜੀਤ ਧੁੰਦਾ, ਹਰਵਿੰਦਰ ਸਾਬਰਾ ਇਤਿਆਦਿ ਮਿਸ਼ਨਰੀ ਜ਼ਿਆਦਾ ਵਰਗ ਵਿੱਚ ਆਉਣ ਵਾਲੇ ਜਿਹੜੇ ਪ੍ਰਚਾਰਕ ਨੇ, ਇਹ ਤਿੰਨਾਂ ਗੱਲਾਂ ਨੂੰ ਢਾਵ ਲਾ ਰਹੇ। ਗੁਰੂ ਸਾਹਿਬ ਜੀ ਦੀ ਰੂਹਾਨੀ ਇਲਾਹੀ ਸ਼ਖਸੀਅਤ ਜਿਹੜੀ ਆ, ਇਹ ਉਸ ਤੇ ਵੀ ਪ੍ਰਸ਼ਨ ਉਠਾ ਰਹੇ ਆ ਕਿ ਮੱਕਾ ਕਿਵੇਂ ਘੁੰਮ ਜਾਣਾ, ਆਹ ਕਿਵੇਂ ਹੋ ਜਾਣਾ ਜੀ, ਆਹ ਕਿਵੇਂ ਹੋ ਜਾਣਾ। ਦੂਸਰੀ ਗੱਲ, ਇਹ ਸ਼ੰਕੇ ਉਠਾ ਰਹੇ ਆ ਗੁਰੂ ਸਾਹਿਬ ਦੀ ਗੁਰਬਾਣੀ ਉੱਪਰ, ਅੱਜ ਦਸਮ ਗ੍ਰੰਥ ਦੀ ਬਾਣੀ ਉੱਪਰ। ਕੱਲ ਨੂੰ ਤੁਸੀਂ ਮਾਫ ਕਰਨਾ, ਅੱਗੇ ਵੀ ਵਿਅਕਤੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਤੇ ਸ਼ੰਕੇ ਉਠਾਏ ਆ। ਦਾਸ ਕਹਿੰਦਾ ਜੇ ਇਹਨਾਂ ਦੀ ਸਪੋਰਟ ਇਸੇ ਹੀ ਤਰੀਕੇ ਨਾਲ ਵੱਧ ਗਈ। ਹਾਂਜੀ, ਇੱਕ ਇੰਸਟੈਂਸ ਹੋਇਆ ਜਿੱਥੇ ਰਾਗੀ ਦਰਸ਼ਨ ਸੋਨੇ ਭਗਤ ਬਾਣੀ ਉੱਪਰ ਸ਼ੰਕੇ ਕਰਦੇ ਨੇ, ਆਪਣੇ ਪਹਿਲੇ ਇਹਨੇ ਦਿਖਾਏ ਵੇ। ਮੈਂ ਹੁਣ ਇਹ ਕੰਮ ਵਿੱਚ ਵੀ ਸ਼ੁਰੂ ਹੋਣ ਲੱਗਾ। ਹੌਲੀ ਹੌਲੀ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀ ਬਾਣੀ ਆ, ਇਹ ਤੇ ਵੀ ਸ਼ੰਕੇ ਕਰਨ ਲੱਗ ਪੈਣੇ। ਤੀਸਰੀ ਗੱਲ, ਸਾਡਾ ਜਿਹੜਾ ਗੁਰੂ ਇਤਿਹਾਸ ਆ, ਜਿੱਦਣ ਸਾਡਾ ਗੁਰੂ ਇਤਿਹਾਸ ਇਹਨਾਂ ਨੇ ਖਤਮ ਕਰ ਦਿੱਤਾ ਨਾ, ਹੁਣ ਵੀ ਇਹ ਬਣੀ ਬਣਾਈਆਂ ਸਾਜ਼ਿਸ਼ਾਂ ਦੇ ਤਹਿਤ ਗੁਰੂ ਇਤਿਹਾਸ ਤੇ ਵਾਰ-ਵਾਰ ਢਾਹ ਲਾਉਂਦੇ ਆ। ਜੇ ਸਾਡੇ ਵਿੱਚੋਂ ਸਾਡਾ ਗੁਰੂ ਇਤਿਹਾਸ ਕੱਢ ਦਿੱਤਾ ਨਾ, ਤਾਂ ਫੇਰ ਹਿੰਦੂ ਸਰਕਾਰ ਨੂੰ, ਭਾਰਤੀ ਸਰਕਾਰ ਨੂੰ ਇਹ ਬੜਾ ਸਮਾਂ ਨਹੀਂ ਲੱਗਣਾ ਵੀ ਸਿੱਖ ਖਾਲਸਾ ਇੱਕ ਸ਼ਸਤਰਧਾਰੀ ਹਿੰਦੂ ਹੈ, ਇਹ ਗੱਲ ਨੂੰ ਸਿੱਧ ਕਰਨ ਵਾਸਤੇ ਜੇ ਸਾਡੇ ਇਤਿਹਾਸ ਨੂੰ ਢਾਹ ਲਾ ਲਏ। ਇਹ ਬਾਰ-ਬਾਰ ਕਹਿ ਰਹੇ ਆ ਕਿ ਅਸੀਂ ਤੁਹਾਨੂੰ ਦੇਵੀ ਦੇ ਪੁਜਾਰਕ ਬਣਾਉਣਾ ਚਾਹੁੰਦੇ ਆ। ਦਸਮ ਪਾਤਸ਼ਾਹ ਦੀ ਬਾਣੀ ਜਿਹੜੀ ਆ, ਉਹ ਤੁਹਾਨੂੰ ਦੇਵੀ ਦੀ ਪੁਜਾਰੀ ਬਣਾਉਣਾ ਚਾਹੁੰਦੀ ਆ। ਮੈਂ ਕਹਿੰਦਾ ਇਹ ਗੱਲਾਂ ਆਉਂਦੀਆਂ ਕਿੱਥੋਂ ਆ? ਸਤਿਗੁਰੂ ਸੱਚੇ ਪਾਤਸ਼ਾਹ ਦਾ ਸ੍ਰੀ ਦਸਮ ਗ੍ਰੰਥ, ਖਾਸ ਕਰਕੇ ਸ੍ਰੀ ਬਚਿੱਤਰ ਨਾਟਕ ਦੇ ਵਿੱਚ ਬਾਰ-ਬਾਰ ਇਹ ਕਹਿਣਾ ਆ, ਇਹ ਸਪਸ਼ਟ ਹੀ ਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੀ ਉਪਾਸਨਾ ਕਿਹਨੂੰ ਆ। ਇਹੀ ਨਹੀਂ, ਸਤਿਗੁਰ ਸੱਚੇ ਪਾਤਸ਼ਾਹ ਨੇ ਜਿਹੜਾ ਖਾਲਸਾ ਪੰਥ ਰਚਿਆ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ, ਇਹ ਜਿਹੜਾ ਸੰਕਲਪ ਆ, ਇਹ ਜਿਹੜਾ ਫਲਸਫਾ ਆ ਕਿ ਖਾਲਸਾ ਕੇਵਲ ਤਾਂ ਕੇਵਲ ਅਕਾਲ ਪੁਰਖ ਵਾਹਿਗੁਰੂ ਦਾ ਆ, ਉਹ ਸੰਕਲਪ ਵੀ ਦਸਮ ਗ੍ਰੰਥ ਤੇ ਬਚਿੱਤਰ ਨਾਟਕ ਦੀ ਗੁਰਬਾਣੀ ਵਿੱਚ ਆਉਂਦਾ। ਦਾਸ ਵਿਵਾਦ ਵਾਲੇ ਪੱਖ ਵਿੱਚ ਨਹੀਂ ਜਾਣਾ ਚਾਹੁੰਦਾ। ਔਰ ਨਾ ਤਾਂ ਮੈਂ ਇਹ ਕਹਿ ਰਿਹਾ ਹਾਂ ਕਿ ਮੈਂ ਇਸ ਵੀਡੀਓ ਦੇ ਰਾਹੀਂ, ਇਸ ਆਡੀਓ ਦੇ ਰਾਹੀਂ ਮੈਂ ਸਰਬਜੀਤ ਧੁੰਦੇ ਦੀ ਵਿਚਾਰਧਾਰਾ ਨੂੰ ਬਦਲ ਸਕਦਾ, ਤੇ ਨਾ ਮੇਰੇ ਹਿਸਾਬ ਦੇ ਨਾਲ ਕੋਈ ਬਣਿਆ ਹੀ ਨਹੀਂ ਦੁਨੀਆ ਦੇ ਵਿੱਚ ਜਿਹੜਾ ਮੂਧੇ ਘੜੇ ਵਿੱਚੋਂ ਪਾਣੀ ਭਰ ਲਵੇ। ਹਾਂਜੀ, ਪੂਰਨ ਸਤਿਗੁਰੂ ਕਿਰਪਾ ਕਰਨ ਤਾਂ ਕਰਨ। ਇਹ ਸਾਡੇ ਪ੍ਰਚਾਰਕ ਵਰਗ ਦੇ ਵਿੱਚ ਇਦਾਂ ਦਾ ਕੋਈ ਨਹੀਂ ਹੈਗਾ ਜਿਹੜਾ ਮੂਧੇ ਘੜੇ ਵਿੱਚ ਪਾਣੀ ਭਰ ਦੇਵੇ। ਇਹ ਹੰਕਾਰ ਦੀ ਸੀਮਾ ਤੇ ਚੋਟੀ ਤੱਕ ਪਹੁੰਚ ਗਏ। ਸੋ ਜਿਹੜੀਆਂ ਦਾਸ ਨੇ ਅੱਜ ਬੇਨਤੀਆਂ ਕਰਨੀਆਂ, ਇਹ ਸਰਬਜੀਤ ਧੁੰਦੇ ਨੂੰ ਮੈਂ ਕੋਈ ਚੁਣੌਤੀ ਨਹੀਂ ਦੇ ਰਿਹਾ। ਹਾਂਜੀ, ਇਹ ਹੈਗਾ ਕੰਮ ਵਿਦਵਾਨਾਂ ਦਾ,
ਜਿਹੜੇ ਬ੍ਰਹਮ ਵਿਦਿਆ ਜਿਨ੍ਹਾਂ ਨੇ ਪੜ੍ਹੀ ਆ, ਜਿਨ੍ਹਾਂ ਨੇ ਗੁਰਬਾਣੀ ਨੂੰ ਵਿਚਾਰਿਆ ਆ, ਗੁਰਬਾਣੀ ਦੀ ਸਟੱਡੀ ਕੀਤਾ, ਤਾਂ ਅਮਲੀ ਜੀਵਨ, ਮੇਰੇ ਵਰਗੇ ਪਖੰਡੀਆਂ ਦਾ ਨਹੀਂ। ਸੋ ਦਾਸ ਇਹ ਅਰਜ਼ ਕਰ ਦੇਵੇ, ਅੱਜ ਮੈਂ ਤਾਂ ਕੇਵਲ ਇਹ ਕੁਝ ਬੇਨਤੀਆਂ ਕਰਨੀਆਂ, ਖਾਸ ਕਰਕੇ ਹੇਮਕੁੰਡ ਸਾਹਿਬ ਦੇ ਪਾਵਨ ਇਤਿਹਾਸ ਬਾਬਤ, ਕਿਉਂਕਿ ਹੇਮਕੁੰਡ ਸਾਹਿਬ ਦਾ ਸੰਬੰਧ ਜਿਵੇਂ ਆਪਾਂ ਅੱਗੇ ਸੁਣਾਂਗੇ ਉਹ ਗੁਰਸਿੱਖੀ ਤੇ ਖਾਲਸੇ ਪੰਥ ਦੇ ਧੁਰੇ ਦੇ ਨਾਲ ਉਹ ਸੰਬੰਧ ਰੱਖਦਾ। ਇਹ ਜਿਹੜੇ ਲੋਕੀ ਆ ਇਹ ਗੁਰ ਇਤਿਹਾਸ ਨੂੰ ਢਾਹ ਲੈਣਾ ਚਾਹੁੰਦੇ ਆ। ਸੋ ਦਾਸ ਕਹਿੰਦਾ ਕਿ ਅੱਜ ਬੋਲਣ ਦਾ ਕਾਰਨ ਇਹ ਹੈ ਕਿ ਜਿਹੜੀ ਸੰਗਤ, ਮੈਨੂੰ ਨਹੀਂ ਪਤਾ ਕਿ ਉਹ ਭੋਲੀ ਸੰਗਤ ਆ ਕਿ ਜਿਹੜੀ ਗੱਲ ਸੁਣ ਲਈ ਬਸ ਉਸ ਤੇ ਭਰੋਸਾ ਵੱਜ ਗਿਆ, ਜਾਂ ਮੈਨੂੰ ਇਹ ਨਹੀਂ ਪਤਾ ਕਿ ਉਹਦਾ ਬੋਲਣ ਦਾ ਪ੍ਰਭਾਵਸ਼ਾਲੀ ਅੰਦਾਜ਼ ਹੀ ਇੰਨਾ ਆ ਕਿ ਉਹ ਸੰਗਤਾਂ ਨੂੰ ਮੋਹਿਤ ਕਰ ਲੈਂਦਾ ਆ ਤੇ ਸੰਗਤ ਫਿਰ ਮੰਨ ਲੈਂਦੀ ਆ, ਫਿਰ ਵੀ ਅੰਧ ਵਿਸ਼ਵਾਸ ਨਾਲ ਹੀ ਮੰਨਦੀ ਆ। ਆਪਣੀ ਕੋਈ ਉਹਨਾਂ ਦੀ ਸਟੱਡੀ ਥੋੜੋ ਸੰਗਤ ਦੀ ਜਿਹੜੀ ਕਹਿ ਰਹੀ ਆ ਵੇ ਖੋਰੇ ਗਲਤ ਕੀ ਬੋਲ ਰਿਹਾ। ਹਾਂਜੀ, ਜਾਂ ਫਿਰ ਜਿਹੜੀ ਇਹ ਸੈਲਿੰਗ ਪੁਆਇੰਟ ਤੁਹਾਨੂੰ ਦਿੰਦੇ ਆ, ਸੈਲਿੰਗ ਪੁਆਇੰਟ ਦਾ ਭਾਵ ਹੁੰਦਾ ਵੀ ਜਿਹੜੀ ਚੀਜ਼ ਤੁਸੀਂ ਸੁਣਨਾ ਚਾਹੋ ਇਹ ਤੁਹਾਡੇ ਕੰਨਾਂ ਵਿੱਚ ਪਾਉਂਦੇ ਆ, ਪਹਿਲਾਂ ਤੁਹਾਨੂੰ ਆਪਣੇ ਨਾਲ ਜੋੜ ਲੈਂਦੇ ਆ, ਫਿਰ ਆਪਣਾ ਸਾਰਾ ਹੀ ਕੂੜ ਪ੍ਰਚਾਰ ਵਿੱਚ ਵਾੜ ਦਿੰਦੇ ਆ। ਇਹਨਾਂ ਦਾ ਸਾਰਿਆਂ ਨਾਲੋਂ ਵੱਡਾ ਜਿਹੜਾ ਸੈਲਿੰਗ ਪੁਆਇੰਟ ਆ ਉਹ ਹੁੰਦਾ ਆ ਵੀ ਸਾਧਾਂ ਮਹਾਤਮਾਵਾਂ ਦੇ ਡੇਰਿਆਂ ਦਾ ਖੰਡਨ। ਹਾਂਜੀ, ਸਾਧਾਂ ਤੇ ਮਹਾਤਮਾਵਾਂ ਦੇ ਡੇਰਿਆਂ ਦਾ ਇਹ ਖੰਡਨ ਕਰਦੇ ਆ, ਰੱਜ ਕੇ ਨਿੰਦਿਆ ਕਰਦੇ ਆ। ਦਾਸ ਇੱਕ ਬੇਨਤੀ ਕਰ ਦਵੇ, ਬਜ਼ੁਰਗਾਂ ਦੀ ਇੱਕ ਕਹਾਵਤ ਹੈ ਕਿ ਰਾਹ ਪੈ ਜਾਣੀ ਹੈ ਜਾਂ ਵਾਹ ਪੈ ਜਾਣੀ ਹੈ। ਮੈਂ ਪੁੱਛਣਾ ਚਾਹੂੰਗਾ ਕਿ ਸਰਬਜੀਤ ਧੁੰਦੇ ਦਾ ਵਾਹ ਕਿੰਨੇ ਕੁ ਸਾਧਾਂ ਨਾਲ ਪਿਆ। ਦਾਸ ਬੇਨਤੀ ਕਰ ਦਵੇ, ਮੈਂ ਬਹੁਤ ਸਾਰੇ ਸਾਧਾਂ ਨੂੰ ਵੇਖਿਆ ਔਰ ਕੁਝ ਹੱਦ ਤੱਕ ਮੈਂ ਇਹ ਸਹਿਮਤ ਵੀ ਹਾਂ ਕਿ ਬਹੁਤ ਸਾਰੇ ਇਦਾਂ ਦੇ ਡੇਰੇ, ਬਹੁਤ ਸਾਰੇ ਇਦਾਂ ਦੇ ਅਸਥਾਨ ਨੇ ਜਿਹੜੇ ਦਾਅਵਾ ਜ਼ਰੂਰ ਕਰਦੇ ਨੇ ਕਿ ਅਸੀਂ ਗੁਰਮਤ ਦੇ ਧਾਰਨੀ ਆ, ਪਰ ਅਸਲ ਦੇ ਵਿੱਚ ਉਹਨਾਂ ਵਿੱਚ ਬਹੁਤ ਮਾਤਰਾ ਗੁਰਮਤ ਵਿਰੋਧੀ ਵਿਚਾਰਧਾਰਾ ਵੜ ਚੁੱਕੀ ਆ। ਮੈਨੂੰ ਇਹ ਨਹੀਂ ਸਮਝ ਆ ਰਿਹਾ ਕਿ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਇਹ ਗੱਲ ਦੀ ਆਵਾਜ਼ ਉਠਾ ਰਿਹਾ ਸਰਬਜੀਤ ਧੁੰਦਾ, ਇੱਥੇ ਤਾਂ ਬੜਾ ਰੌਲਾ ਪਾ ਰਿਹਾ ਤੇ ਸੰਗਤਾਂ ਦੀਆਂ ਖੁਸ਼ੀਆਂ ਲੈ ਰਿਹਾ। ਹਿੰਦੁਸਤਾਨ ਵਿੱਚ ਜਿੱਥੇ ਇਹ ਗਲਤੀਆਂ ਹੋ ਰਹੀਆਂ ਤੇ ਉੱਥੇ ਕਿਉਂ ਨਹੀਂ ਜਾ ਕੇ ਚੁਣੌਤੀ ਦਿੰਦਾ ਸਾਧਾਂ ਨੂੰ। ਦੂਸਰੀ ਗੱਲ ਇਹ ਆ, ਵੱਡੀ ਗੱਲ ਇਹਦੇ ਵਿੱਚ ਇਹ ਆ ਕਿ ਸਾਰੇ ਮਣਕਿਆਂ ਨੂੰ ਇੱਕੋ ਹੀ ਰੱਸੀ ਉੱਪਰ ਪਰੋ ਦੇਣਾ, ਇਹ ਬਹੁਤ ਮਾੜੀ ਗੱਲ ਆ। ਸਾਧ ਸੰਗਤ ਜੀ, ਇਹਦੇ ਵਿੱਚ ਤੁਹਾਡਾ ਕਸੂਰ ਨਹੀਂ, ਕਿਉਂਕਿ ਜਿਵੇਂ ਕਹਿੰਦੇ ਆ ਨਾ ਕਿ ਜਿਹੜਾ ਦੁੱਧ ਦਾ ਜਲਿਆ ਹੋਵੇ ਉਹ ਲੱਸੀ ਨੂੰ ਵੀ ਫੂਕਾਂ ਮਾਰ ਮਾਰ ਕੇ ਪੀਂਦਾ। ਬਹੁਤ ਸਾਰੇ ਇਦਾਂ ਦੇ ਭੇਖਧਾਰੀ ਜਿਨ੍ਹਾਂ ਨੇ ਗੁਰਸਿੱਖੀ ਦਾ ਬਾਣਾ ਵੀ ਪਾਇਆ ਆ, ਇਸ ਤਰੀਕੇ ਦੇ ਨਾਲ ਰਹਿੰਦੇ ਵੀ ਆ ਕਿ ਅਸੀਂ ਬਹੁਤ ਵਧੀਆ ਜੀਵਨ ਵਾਲੇ ਆ, ਪਰ ਉਹਨਾਂ ਦੇ ਚਰਿੱਤਰ ਬਹੁਤ ਜ਼ਿਆਦਾ ਨੀਵੇਂ ਆ, ਬਹੁਤ ਜ਼ਿਆਦਾ ਗਿਰ ਚੁੱਕੇ ਆ। ਇਹ ਮੈਂ ਮੰਨਦਾ ਕਿ ਗੁਰਸਿੱਖੀ ਵਿੱਚ ਇਦਾਂ ਦੇ ਬਹੁਤ ਸਾਰੇ ਭੇਖ ਦੇ ਬਾਬੇ ਵੜ ਚੁੱਕੇ ਨੇ, ਪਰ ਕਦੇ ਇਹ ਨਾ ਮਨ ਵਿੱਚ ਸੰਕਲਪ ਲਿਆਇਓ, ਕਦੇ ਮਨ ਦਾ ਇਹ ਫੁਰਨਾ ਵੀ ਨਹੀਂ ਉੱਠਣਾ ਚਾਹੀਦਾ ਕਿ ਦੁਨੀਆ ਵਿੱਚ ਸਾਧ ਜਾਂ ਸੰਤ ਨਹੀਂ, ਪੂਰਨ ਸੱਚੇ ਸੁੱਚੇ ਬ੍ਰਹਮ ਗਿਆਨੀ ਮਹਾਪੁਰਸ਼ ਦੁਨੀਆ ਵਿੱਚ ਨਹੀਂ ਨੇ। ਇਹ ਮਨ ਵਿੱਚ ਸੰਕਲਪ ਵੀ ਨਹੀਂ ਲਿਆਉਣਾ ਚਾਹੀਦਾ। ਅਰਜ਼ ਕਰਾਂ ਕਿਉਂ? ਇਹਦੇ ਵਿੱਚ ਸਾਧਾਂ ਮਹਾਤਮਾਵਾਂ ਦੀ ਕੋਈ ਘਾਟ ਨਹੀਂ ਹੋਣੀ। ਤੁਸੀਂ ਸਾਧ ਨੂੰ ਬੇਸ਼ੱਕ ਚੋਰ ਕਹਿ ਦੇਵੋ, ਸਾਧ ਨੂੰ ਕੋਈ ਫਰਕ ਨਹੀਂ ਪੈਣਾ, ਕਿਉਂਕਿ ਉਹਨੂੰ ਤਾਂ ਮਿੱਟੀ ਤੇ ਸੋਨਾ ਇੱਕ ਬਰਾਬਰ, ਉਸ ਤੇ ਨਿੰਦਿਆ ਇੱਕ ਬਰਾਬਰ ਹੁੰਦੀ ਆ। ਪਰ ਜੇ ਇਸ ਤਰੀਕੇ ਦੇ ਨਾਲ ਇੱਕ ਕਾਲਜ ਦਾ ਪ੍ਰੋਫੈਸਰ ਹੋਵੇ, ਟੀਚਰ ਹੋਵੇ ਕਲਾਸ ਦਾ, ਤੇ ਆਪਾਂ ਕਹੀਏ ਵੀ ਟੀਚਰਾ ਤੂੰ ਤੇ ਵਧੀਆ, ਜਿੰਨੇ ਵੀ ਤੂੰ ਵਿਦਿਆਰਥੀਆਂ ਨੂੰ ਪੜ੍ਹਾਇਆ ਉਹ ਸਾਰੇ ਹੀ ਬੇਵਕੂਫ, ਸਾਰੇ ਹੀ ਨਿਕੰਮੇ, ਕੋਈ ਨਹੀਂ ਉਹਨਾਂ ਦੀ ਕਲਾਸ ਵਿੱਚੋਂ ਜਿਹਨੇ ਵਧੀਆ ਮਾਸਟਰ ਜਾਂ PhD ਪਾਈ, ਤੇ ਫਿਰ ਇਹ ਕਿੱਦਾਂ ਦੀ ਉਸਤਤ ਆ? ਇਹ ਬੇਇੱਜ਼ਤੀ ਆ ਨਾ। ਟੀਚਰ ਦਾ ਫਰਜ਼ ਹੁੰਦਾ ਆ ਕਿ ਵਿਦਿਆਰਥੀਆਂ ਨੂੰ ਪਾਸ ਕਰਾਉਣਾ, ਤੇ ਜਿਹਦੀ ਸਾਰੀ ਕਲਾਸ ਹੀ ਫੇਲ ਹੋ ਚੁੱਕੀ ਉਹ ਟੀਚਰ ਨੂੰ ਵਧੀਆ ਕਹੀਏ ਤੇ ਨਾਲੇ ਇਹ ਵੀ ਕਹੀਏ ਕਿ ਤੇਰੀ ਸਾਰੀ ਕਲਾਸ ਫੇਲ ਚੁੱਕੀ, ਉਹ ਦੱਸੋ ਵੀ ਉਹ ਟੀਚਰ ਦਾ ਅਪਮਾਨ ਹੈ ਜਾਂ ਉਹਦਾ ਮਾਣ ਕਰਨਾ ਹੈ? ਇਸੇ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਜਿਹੜੀ ਗੁਰਸਿੱਖੀ ਦੀ ਬਹੁਤ ਵੱਡੀ ਜਿਹੜਾ ਹੈ ਗੁਰਸਿੱਖੀ ਦਾ ਬਾਗ ਆ, ਸਿੱਖ ਸੰਗਤਾਂ ਦਾ ਜਿਹੜਾ ਇਹ ਵਿਦਿਆਲਾ ਆ, ਜੇ ਆਪਾਂ ਇਸ ਗੱਲ ਤੋਂ ਮੁਨਕਰ ਹੋ ਜਾਈਏ ਕਿ ਕੋਈ ਸਫਲ ਵਿਦਿਆਰਥੀ ਨਹੀਂ, ਕਿਉਂਕਿ ਸੰਤ ਦੀ ਪਦਵੀ, ਹਾਂਜੀ, ਅਭੇਦਤਾ ਦੀ ਪਦਵੀ
ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਿਆ। ਜਿਹੜੀ ਇਹ ਅਵਸਥਾ ਆ ਬ੍ਰਹਮ ਗਿਆਨੀ ਦੀ, ਮਨ ਸਾਚਾ ਮੁਖ ਸਾਚਾ ਹੋਏ, ਅਵਰ ਨਾ ਭੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹ ਕਹਿ ਲੋ ਗੁਰੂ ਘਰ ਦੀਆਂ ਇਹ ਡਿਗਰੀ ਆ, ਇਹ ਗੁਰੂ ਘਰ ਦੀ PhD ਆ, ਇਹ ਗੁਰੂ ਘਰ ਦੀ ਸਫਲਤਾ ਆ। ਜੇ ਆਪਾਂ ਕਿਹਾ ਕਿ ਗੁਰੂ ਸਾਹਿਬ ਤੁਸੀਂ ਤਾਂ ਬਹੁਤ ਵੱਡੇ ਸਮਰੱਥ ਸਤਿਗੁਰੂ ਆ, ਪਰ ਜਿਹੜਾ ਤੁਹਾਡੀ ਇਹ ਸਿੱਖੀ ਦਾ ਬਗੀਚਾ ਆ, ਸਿੱਖੀ ਦੀ ਫੁਲਵਾੜੀ ਆ, ਜਿਹੜਾ ਇਹ ਵਿਦਿਆਲਾ ਆ, ਇਹਦੇ ਵਿੱਚੋਂ ਵਿਦਿਆਰਥੀ ਸਾਰੇ ਹੀ ਨਿਕੰਮੇ ਨੇ, ਕਿਸੇ ਨੇ ਵੀ ਨਹੀਂ ਬ੍ਰਹਮ ਗਿਆਨ ਪਾਇਆ, ਕੋਈ ਵੀ ਨਹੀਂ ਸਫਲ ਹੋਇਆ। ਦਾਸ ਕਹਿੰਦਾ ਇਹ ਤੋਂ ਵੱਡੀ ਨਿੰਦਿਆ ਹੋਰ ਕੀ ਸਤਿਗੁਰ ਸੱਚੇ ਪਾਤਸ਼ਾਹ ਦੀ ਹੋ ਸਕਦੀ ਆ। ਜੇ ਕਿਸੇ ਮਾਂ-ਬਾਪ ਨੂੰ ਮਾੜਾ ਕਹਿਣਾ ਹੋਵੇ ਨਾ, ਕਿਸੇ ਮਾਂ ਦਾ ਦਿਲ ਦਿਖਾਉਣਾ ਹੋਵੇ, ਤੇ ਉਹਦੇ ਬੱਚੇ ਦਾ ਉਲਾਮਾ ਲੈ ਕੇ ਜਾਵੋ ਕਿ ਤੇਰੇ ਬੱਚੇ ਨੇ ਆਹ ਕੀਤਾ, ਤੇਰੇ ਬੱਚਿਆਂ ਨੇ ਆਹ ਕੀਤਾ, ਤੇਰਾ ਬੱਚਾ ਤਾਂ ਸਾਰੇ ਹੀ ਨਲਾਇਕ ਨੇ। ਹਾਂਜੀ, ਇਹ ਗੱਲ ਤੋਂ ਆਪਾਂ ਮੁਨਕਰ ਨਾ ਹੋਈਏ ਤੇ ਕਦੇ ਵੀ ਭੁੱਲ ਕੇ ਆਪਣੇ ਮਨ ਦੇ ਵਿੱਚ ਇਹ ਫੁਰਨਾ ਨਾ ਲਿਆਇਓ ਕਿ ਦੁਨੀਆ ਦੇ ਵਿੱਚ ਕੋਈ ਸਾਧ ਸੰਤ ਮਹਾਤਮਾ ਨਹੀਂ। ਦਾਸ ਕਹਿੰਦਾ ਬਹੁਤ ਗਿਣਤੀ ਦੇ ਵਿੱਚ ਭੇਖੀ ਨੇ, ਬਹੁਤ ਗਿਣਤੀ ਦੇ ਵਿੱਚ ਬਸ ਆਪਣੇ ਪੇਟਾਂ ਨੂੰ ਭਰਨ ਵਾਸਤੇ, ਆਪਣੇ ਵੱਡੇ ਵੱਡੇ ਡੇਰੇ ਉਸਾਰਨ ਵਾਸਤੇ ਸਾਧ ਹਨ, ਪਰ ਕਿਤੇ ਇਹ ਭੁੱਲ ਕੇ ਵੀ ਨਾ ਕਿਉਂ ਕਿ ਕੋਈ ਵਿੱਚ ਸੱਚਾ ਨਹੀਂ ਹੈਗਾ। ਇਹ ਸਤਿਗੁਰੂ ਸਾਹਿਬ ਜੀ ਦੀ ਬਹੁਤ ਵੱਡੀ ਨਿਖੇਧੀ ਆ। ਹਾਂਜੀ, ਇਹ ਸੈਲਿੰਗ ਪੁਆਇੰਟ ਦੇ ਨਾਲ ਬਸ ਤੁਹਾਨੂੰ ਉਹ ਭਰਮਾ ਰਹੇ ਨੇ, ਉਹ ਤੁਹਾਨੂੰ ਆਪਣੀਆਂ ਗੱਲਾਂ ਵਿੱਚ ਫਸਾ ਰਹੇ ਨੇ। ਸੋ ਦਾਸ ਅੱਜ ਬੇਨਤੀ ਖਾਸ ਕਰਕੇ ਹੇਮਕੁੰਡ ਸਾਹਿਬ ਦੀ ਬਾਬਤ ਕਰਨਾ ਚਾਹੁੰਦਾ, ਕਿਉਂਕਿ ਸਮਾਂ ਆਪਣੇ ਕੋਲ ਸੀਮਤ ਆ। ਅਸਲ ਦੇ ਵਿੱਚ ਮੈਂ ਬਹੁਤ ਪ੍ਰਚਾਰਕਾਂ ਦੇ ਨਾਲ ਗੱਲ ਕੀਤੀ, ਉਹ ਕਹਿੰਦੇ ਜੀ ਮੂਰਖੇ ਨਾਲ ਨਾ ਲੁੱਝੀਏ, ਇਹਨਾਂ ਮੂਰਖਾਂ ਦੇ ਨਾਲ ਅਸੀਂ ਉਲਝਣਾ ਨਹੀਂ ਚਾਹੁੰਦੇ। ਜੇ ਇਹਨਾਂ ਨਾਲ ਉਲਝੀਏ ਤਾਂ ਸਾਡੇ ਜੀਵਨ ਦਾ ਘਾਟਾ ਹੋਊਗਾ, ਸਾਡੇ ਜੀਵਨ ਵਿੱਚ ਗਿਰਾਵਟ ਹੋਊਗੀ। ਦਾਸ ਬੇਨਤੀ ਕਰ ਦੇਵੇ, ਦਾਸ ਤੁਹਾਡੇ ਤੋਂ ਬਹੁਤ ਜ਼ਿਆਦਾ ਛੋਟਾ, ਦਾਸ ਦੀ ਮੱਤ ਵੀ ਤੁਹਾਡੇ ਤੋਂ ਬਹੁਤ ਥੋੜੀ ਆ, ਪਰ ਇਹ ਦਾਸ ਹੱਥ ਜੋੜ ਕਰਕੇ ਬੇਨਤੀ ਕਰ ਦੇਵੇ ਕਿ ਇੱਕ ਜੰਗਲ ਨੂੰ ਅੱਗ ਲੱਗੀ ਆ ਤੇ ਇੱਕ ਚਿੜੀ ਆ, ਉਹ ਦਰਿਆ ਵਿੱਚੋਂ ਚੁੰਝ ਪਾਣੀ ਦੀ ਭਰ ਕਰਕੇ ਜੰਗਲ ਦੀ ਅੱਗ ਉੱਪਰ ਪਾ ਦਿੰਦੀ ਆ। ਹਾਂਜੀ, ਮੁੜ ਕੇ ਫੇਰ ਦਰਿਆ ਵਿੱਚ ਜਾਂਦੀ ਆ, ਚੁੰਝ ਪਾਣੀ ਦੀ ਭਰਦੀ ਆ ਤੇ ਅੱਗ ਉੱਪਰ ਪਾਉਂਦੀ ਆ। ਇਸੇ ਤਰੀਕੇ ਦੇ ਨਾਲ ਇੱਕ ਤਰਕਸ਼ੀਲ ਮਨੁੱਖ ਉਹਨੂੰ ਕਹਿੰਦਾ, ਵੇ ਚਿੜੀਏ ਇਹ ਤੂੰ ਕੀ ਕਰਦੀ ਆ, ਤੇਰੀ ਚੁੰਝ ਇੰਨੀ ਛੋਟੀ, ਉਹਦੇ ਵਿੱਚ ਪਾਣੀ ਦੀ ਮਾਤਰਾ ਉਹ ਤੋਂ ਛੋਟੀ, ਜੇ ਤੂੰ ਪਾਣੀ ਪਾਉਂਦੀ ਪਾਉਂਦੀ ਕਿਤੇ ਸੜ ਗਈ, ਵਿੱਚ ਲੂਹ ਹੋ ਗਈ, ਇਹ ਜੰਗਲ ਦੀ ਅੱਗ ਨੂੰ ਤਾਂ ਕੋਈ ਫਰਕ ਨਹੀਂ ਪੈਣਾ, ਤੂੰ ਤਾਂ ਜ਼ਰੂਰ ਵਿੱਚ ਸੜਨਾ। ਚਿੜੀ ਨੇ ਜਵਾਬ ਦਿੱਤਾ, ਵੇ ਬੰਦਿਆ ਮੈਂ ਰੱਬ ਤੋਂ ਡਰਦੀ ਆ। ਉਹ ਜਿਹੜੇ ਰੱਬ ਸੱਚੇ ਦੀ ਦਰਗਾਹ ਲੱਗਣੀ ਆ, ਰੱਬ ਦੀ ਕਚਹਿਰੀ ਲੱਗਣੀ ਆ, ਉਹਦੇ ਵਿੱਚ ਇੱਕ ਪਾਸੇ ਲਾਈਨ ਲੱਗਣੀ ਆ ਅੱਗ ਲਾਉਣ ਵਾਲਿਆਂ ਦੀ ਤੇ ਦੂਜੇ ਪਾਸੇ ਲਾਈਨ ਲੱਗਣੀ ਆ ਅੱਗ ਬੁਝਾਉਣ ਵਾਲਿਆਂ ਦੀ। ਇਹ ਆਪਾਂ ਫੈਸਲਾ ਕਰਨਾ ਆ ਕਿ ਆਪਾਂ ਅੱਗ ਲਾਉਣ ਵਾਲਿਆਂ ਦੀ ਲਾਈਨ ਵਿੱਚ ਲੱਗਣਾ ਜਾਂ ਬੁਝਾਉਣ ਵਾਲਿਆਂ ਦੀ, ਕਿਉਂਕਿ ਵਿਚਕਾਰ ਦੀ ਜਿਹੜੀ ਲਾਈਨ ਆ ਨਾ ਉਹ ਚੰਗੀ ਨਹੀਂ ਹੁੰਦੀ। ਉਹ ਜਿਹੜਾ ਕੁਝ ਵੀ ਨਹੀਂ ਕਰਦਾ ਉਹ ਅੱਗ ਲਾਉਣ ਵਾਲਿਆਂ ਦੇ ਨਾਲ ਹੀ ਹੁੰਦਾ। ਦਾਸ ਬੇਨਤੀ ਕਰ ਦੇਵੇ, ਨਾ ਤਾਂ ਆਪਾਂ ਸਰਬਜੀਤ ਧੁੰਦੇ ਦਾ ਦਿਮਾਗ ਫੇਰ ਸਕਦੇ ਆ ਤੇ ਨਾ ਹਰਵਿੰਦਰ ਸਾਬਰੇ ਦਾ ਅਸੀਂ ਦਿਮਾਗ ਫੇਰ ਸਕਦੇ ਆ, ਪਰ ਮੇਰੀ ਬੇਨਤੀ ਆ, ਜੇ ਪ੍ਰਚਾਰ ਦੇ ਕਿੱਤੇ ਵਿੱਚ ਆ ਚੁੱਕੇ ਹੋ, ਜੇ ਪ੍ਰਚਾਰ ਦੇ ਕਿੱਤੇ ਨੂੰ ਤੁਸੀਂ ਸਾਂਭਿਆ, ਸਿੱਖ ਸੰਗਤਾਂ ਤੁਹਾਡੇ ਵਿੱਚ ਭਾਵਨਾ ਰੱਖਦੀਆਂ ਆ, ਤਾਂ ਫਿਰ ਤੁਹਾਡਾ ਫਰਜ਼ ਜ਼ਰੂਰ ਉਹਨਾਂ ਸਿੱਖ ਸੰਗਤਾਂ ਪ੍ਰਥਾਏ ਬਣਦਾ ਹੀ ਬਣਦਾ ਆ ਜਿਨ੍ਹਾਂ ਸਿੱਖ ਸੰਗਤਾਂ ਦਾ ਤੁਸੀਂ ਰੋਜੀ ਰੋਟੀ ਖਾਂਦੇ ਆ। ਜੇ ਉਹ ਸਿੱਖ ਸੰਗਤਾਂ ਦੀ ਅੱਖਾਂ ਦੇ ਵਿੱਚ ਇਹ ਹਨੇਰੀ ਦੇ ਵਿੱਚੋਂ ਕੱਖ ਉੜ ਉੜ ਕੇ ਝੂਠ ਦਾ, ਨਿੰਦਿਆ ਦਾ ਸਿੱਖ ਸੰਗਤਾਂ ਨੂੰ ਅੰਧਾ ਕਰ ਰਿਹਾ, ਤੇ ਫਰਜ਼ ਤੁਹਾਡਾ ਹੀ ਬਣਦਾ ਆ ਕਿ ਸਿੱਖ ਸੰਗਤਾਂ ਨੂੰ ਸਮਝਾਵੋ, ਗੁਰੂ ਸਾਹਿਬ ਦੇ ਵਿੱਚ ਭਰੋਸਾ, ਪ੍ਰੇਮ ਤੇ ਪ੍ਰਤੀਤ ਕਰਨ ਵਾਸਤੇ ਸਿੱਖ ਸੰਗਤਾਂ ਨੂੰ ਪ੍ਰੇਰੋ। ਹਾਂਜੀ, ਜੇ ਆਪਾਂ ਸਾਰੇ ਹੀ ਕਰੀ ਗਏ ਕਿ ਜੀ ਇਹ ਸਾਡਾ ਨਹੀਂ ਮਸਲਾ ਹੈਗਾ, ਇਹ ਇਹਨਾਂ ਦਾ ਤਾਂ ਕੋਈ ਜੀਵਨ ਹੀ ਨਹੀਂ, ਕੁੱਤਿਆਂ ਦਾ ਕੰਮ ਹੁੰਦਾ ਭੌਂਕਣਾ, ਉਹ ਤਾਂ ਸਾਨੂੰ ਵੀ ਪਤਾ, ਕੁੱਤਿਆਂ ਦਾ ਕੰਮ ਹੁੰਦਾ ਭੌਂਕਣਾ, ਇਹ ਤਾਂ ਸਾਨੂੰ ਵੀ ਪਤਾ, ਪਰ ਸਾਡਾ ਜਿਹੜਾ ਮਕਸਦ ਆ ਉਹ ਸਿੱਖ ਸੰਗਤਾਂ ਤੱਕ ਮੈਸੇਜ ਪਹੁੰਚਾਉਣਾ। ਜੇ ਸਿੱਖ ਸੰਗਤਾਂ ਸਵੀਕਾਰ ਕਰਨ ਜਾਂ ਨਾ ਕਰਨ, ਇਹ ਸਿੱਖ ਸੰਗਤਾਂ ਦੀ ਮਰਜ਼ੀ ਆ, ਪਰ ਘੱਟ ਤੋਂ ਘੱਟ ਆਪਣੇ ਆਪ ਦੇ ਵਿੱਚ ਤਾਂ ਸੱਚੇ ਹੋ ਕੇ ਬਹਿ ਜਾਵੋ ਕਿ ਅਸੀਂ ਸਿੱਖ ਸੰਗਤਾਂ ਨੂੰ ਸੁਚੇਤ ਕਰਨ ਦਾ ਪ੍ਰਯਾਸ ਕੀਤਾ ਸੀ। ਸੋ ਦਾਸ ਅੱਜ ਬੇਨਤੀ ਕਰੇ ਹੇਮਕੁੰਡ ਸਾਹਿਬ ਦੇ ਪਾਵਨ ਇਤਿਹਾਸ ਬਾਬਤ। ਹੇਮਕੁੰਡ ਸਾਹਿਬ ਜਿਹੜਾ ਤੀਰਥ ਆ
ਉਹ ਤਕਰੀਬਨ 1930 ਦੇ ਲਾਗੇ ਛਾਗੇ ਪ੍ਰਗਟ ਹੋਇਆ, ਸਿੱਖਾਂ ਨੇ ਲੱਭਿਆ। ਔਰ ਸਰਬਜੀਤ ਧੁੰਦਾ ਤੇ ਹਰਵਿੰਦਰ ਸਾਬਰੇ ਦੀ ਅਸੀਂ ਪਿਛਲੇ ਦਿਨ YouTube ਉੱਪਰ ਵੀਡੀਓਆਂ ਪਾਈਆਂ, ਤੇ ਉਹਦੇ ਵਿੱਚ ਪਹਿਲੋਂ ਹਰਵਿੰਦਰ ਸਾਬਰਾ ਕੁਝ ਪ੍ਰਸ਼ਨ ਉਠਾਉਂਦਾ, ਫਿਰ ਸਰਬਜੀਤ ਧੁੰਦਾ ਆਪਣੀ ਸਹਿਮਤੀ ਦਿੰਦਾ। ਭਾਵ ਦੋਨੋਂ ਹੀ ਵਿਅਕਤੀ ਸ੍ਰੀ ਹੇਮਕੁੰਟ ਸਾਹਿਬ ਦੇ ਪਾਵਨ ਪਵਿੱਤਰ ਇਤਿਹਾਸ ਤੋਂ ਮੁਨਕਰ ਹੋ ਰਹੇ, ਨਕਾਰਾ ਹੋ ਰਿਹਾ, ਕਹਿ ਰਿਹਾ ਵੇ ਹੇਮਕੁੰਟ ਸਾਹਿਬ ਦਾ ਨਾਂ ਕੋਈ ਤੀਰਥ ਹੀ ਨਹੀਂ। ਪੰਥ ਨੂੰ ਗਮਰਾਹ ਕਰਨ ਦੇ ਵਿੱਚ ਇਹ ਯਤਨਸ਼ੀਲ ਨੇ ਤੇ ਇਹਨਾਂ ਨੇ ਕੁਝ ਹੱਦ ਤੱਕ ਸਫਲਤਾ ਪਾਈ। ਮੈਂ ਆਪਣਿਆਂ ਭੈਣਾਂ ਤੇ ਭਰਾਵਾਂ, ਆਪਣੀ ਮਾਤਾ ਦੀਆਂ ਉਮਰ ਦੀਆਂ ਮੇਰੀ ਸਿੱਖ ਸੰਗਤਾਂ ਵਿੱਚੋਂ ਜਿਹੜੀਆਂ ਮਾਤਾਵਾਂ ਨੇ, ਮੇਰੇ ਪਿਤਾ ਦੇ ਸਮਾਨ ਜਿਹੜੇ ਬਜ਼ੁਰਗ ਨੇ, ਉਹ ਸਾਰਿਆਂ ਦੇ ਮੈਂ ਮੂੰਹਾਂ ਦੇ ਵਿੱਚੋਂ ਇਹ ਗੱਲਾਂ ਸੁਣੀਆਂ। ਨਹੀਂ, ਗੱਲ ਤਾਂ ਖਰੇ ਸਹੀ ਕਹਿੰਦਾ, ਗੱਲ ਤਾਂ ਉਹ ਸਹੀ ਕਹਿੰਦਾ, ਹੇਮਕੁੰਟ ਸਾਹਿਬ ਤਾਂ ਕੋਈ ਤੀਰਥ ਹੀ ਨਹੀਂ। ਸੋ ਦਾਸ ਕਹਿੰਦਾ ਵੀ ਐਵੇਂ ਸਿਦਕ ਡਲਾਉਣ ਲੱਗ ਪਏ ਤਾਂ ਫਿਰ ਸਾਡਾ ਕੋਈ ਹੱਲ ਨਹੀਂ ਹੈਗਾ। ਪਰ ਚਲੋ, ਪਹਿਲਾ ਪ੍ਰਸ਼ਨ ਹਰਵਿੰਦਰ ਸਾਬਰੇ ਨੇ ਉਠਾਇਆ ਕਿ ਸ੍ਰੀ ਹੇਮਕੁੰਟ ਸਾਹਿਬ ਜੋ ਤੀਰਥ ਹੈ ਉਸ ਦਾ ਕਿਸੇ ਇਤਿਹਾਸਿਕ ਪੱਖ ਦੇ ਨਾਲ ਤੇ ਨਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੁਰਬਾਣੀ ਦੇ ਨਾਲ ਕੋਈ ਸੰਬੰਧ ਨਹੀਂ। ਪਹਿਲਾ ਪ੍ਰਸ਼ਨ ਉਹ ਉਠਾ ਰਿਹਾ ਆਪਣੀ ਪ੍ਰਾਰੰਭਤਾ ਦੇ ਵਿੱਚ ਕਿ ਗੁਰੂ ਸਾਹਿਬ ਪਿਛਲੇ ਜਨਮ ਵਿੱਚ ਸਾਡੇ ਗੁਰੂ ਸਨ। ਦਾਸ ਇਸ ਦੀ ਬਾਬਤ ਇਹ ਬੇਨਤੀ ਕਰਨਾ ਚਾਹੁੰਦਾ। ਪਹਿਲੀ ਗੱਲ, ਚਲੋ ਅਸੀਂ ਮੰਨ ਵੀ ਲੈਂਦੇ ਹਾਂ ਕਿ ਜੇ ਗੁਰੂ ਨਹੀਂ ਵੀ ਸੀ ਉਸ ਸਮੇਂ, ਜਿੱਥੇ ਤਪ ਕੀਤਾ ਬੇਸ਼ੱਕ ਉਹ ਸਿੱਖ ਨੇ ਕੀਤਾ ਹੋਵੇ, ਬੇਸ਼ੱਕ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਜਿਹੜੇ ਭਗਤਾਂ ਸੰਤਾਂ ਨੇ ਕੀਤਾ, ਉਹਨਾਂ ਨੇ ਕੀਤਾ, ਕੀ ਉਹ ਜਗ੍ਹਾ ਸਾਡੇ ਵਾਸਤੇ ਸਤਿਕਾਰਯੋਗ ਨਹੀਂ? ਜਿਹੜੀ ਜਗ੍ਹਾ ਤੇ ਪਰਮੇਸ਼ਰ ਦਾ ਨਾਮ ਲਿਆ ਜਾਵੇ, ਗੁਰਬਾਣੀ ਨੇ ਉਹ ਜਗ੍ਹਾ ਨੂੰ ਪਤਾ ਕੀ ਕਿਹਾ, ਜਿੱਥਾ ਨਾਮ ਜਪੀਆ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੋਬਾਰੇ। ਜਿੱਥਾ ਨਾਮ ਨਾ ਜਪੀਆ ਮੇਰੇ ਗੋਏ ਦਾ, ਸਹੀ ਨਗਰ ਉਜਾੜੀ ਜਿਓ। ਹਾਂਜੀ, ਜਿੱਥੇ ਪਰਮੇਸ਼ਰ ਦਾ ਨਾਮ ਜਪਿਆ ਜਾਵੇ ਉਹ ਤੋਂ ਕੋਈ ਵੱਡਾ ਸੱਚਖੰਡ ਨਹੀਂ। ਜਿੱਥੇ ਪਰਮੇਸ਼ਰ ਦੇ ਨਾਮ ਨਾ ਜਪਿਆ ਜਾਵੇ ਤੇ ਉਹ ਨਗਰ ਹੀ ਉਜਾੜ ਨੇ। ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਬਾਣੀ ਆਪਾਂ ਰੋਜ਼ਾਨਾ ਪੜ੍ਹਦੇ ਹਾਂ ਆਪਣੇ ਨਿਤਨੇਮ ਦੇ ਵਿੱਚ, ਬੇਨਤੀ ਕਰਦੇ ਨਹੀਂ, ਦੇਹੋ ਸੱਜਣ ਅਸੀਸੜੀਆ ਜਿਉਂ ਹੋਵੇ ਸਾਹਿਬ ਸਿਉ ਮੇਲ। ਆਪਾਂ ਬੇਨਤੀ ਕਰਦੇ ਹਾਂ ਕਿ ਜਿਵੇਂ ਨਦੀਆਂ ਤੇ ਨਾਲਿਆਂ ਨੂੰ ਤੁਸੀਂ ਸਮੁੰਦਰ ਵਿੱਚ ਮਹਾਰਾਜ ਭੇਦਤਾ ਬਖਸ਼ੀ ਆ, ਇਸ ਤਰੀਕੇ ਦੇ ਨਾਲ ਸਾਡੀ ਜਿਹੜੀ ਜੀਵ ਆਤਮਾ ਆ ਉਹ ਆਪਣੀ ਪਰਮਾਤਮਾ ਦੇ ਵਿੱਚ ਅਭੇਦਤਾ ਲੀਨਤਾ ਸਾਨੂੰ ਬਖਸ਼ ਦੇਵੋ। ਅਸੀਂ ਬੇਨਤੀ ਕਰਦੇ ਹਾਂ ਕਿ ਨਹੀਂ ਕਰਦੇ? ਹਾਂਜੀ, ਕੀ ਫਿਰ ਉਹ ਜਗ੍ਹਾ ਸਾਡੇ ਵਾਸਤੇ ਤੀਰਥ ਨਹੀਂ ਜਿੱਥੇ ਦਵੈ ਤੇ ਏਕ ਰੂਪ ਹਵੇ ਗਇਓ? ਬੇਸ਼ੱਕ ਉਸ ਵੇਲੇ ਸਾਡੇ ਗੁਰੂ ਸਾਹਿਬ ਨਹੀਂ ਸਨ, ਤੇ ਮੈਂ ਕਹਿੰਦਾ ਬੇਸ਼ੱਕ ਸਿੱਖੀ ਨਾਲ ਕੋਈ ਸੰਬੰਧ ਹੀ ਨਾ ਹੋਵੇ, ਜਿਹੜਾ ਮਰਜ਼ੀ ਧਰਮ ਦਾ ਵਿਅਕਤੀ ਜਿੱਥੇ ਪਰਮੇਸ਼ਰ ਦੇ ਨਾਲ ਉਹਨੇ ਅਭੇਦਤਾ ਪਾਈ, ਜਿੱਥੇ ਪਰਮੇਸ਼ਰ ਦੇ ਨਾਲ ਉਹ ਲੀਨ ਹੋਇਆ, ਉਹ ਜਗ੍ਹਾ ਉਹਦੇ ਨਾਲੋਂ ਵੱਡਾ ਦੁਨੀਆ ਤੇ ਤੀਰਥ ਕੀ ਹੈ? ਹਾਂਜੀ, ਅਸੀਂ ਸਹਿਮਤ ਆ ਕਿ ਜਿਹੜੇ ਹਿੰਦੂ ਮਤ ਦੇ ਵਿੱਚ ਦੇਵੀ ਦੇ ਅੰਗ ਕੱਟੇ ਗਏ ਤਾਂ ਜਿੱਥੇ ਜਿੱਥੇ ਅੰਗ ਡਿੱਗਿਆ ਉਹ ਕਿਤੇ ਜਵਾਲਾਮੁਖੀ ਬਣਾਤੀ, ਕਿਤੇ ਕੁਛ ਬਣਾਤਾ, ਕਿਤੇ ਕੁਛ ਬਣਾਤਾ, ਉਹ ਤੀਰਥ ਨਹੀਂ। ਤੀਰਥ ਉੱਥੇ ਆ ਜਿੱਥੇ ਮਹਾਰਾਜ ਦੇ ਨਾਲ, ਅਕਾਲ ਪੁਰਖ ਵਾਹਿਗੁਰੂ ਦੇ ਨਾਲ ਗੁਰਸਿੱਖੀ ਦੀ ਹੱਦ ਜਿਹੜੀ ਆ ਉਹ ਪ੍ਰਾਪਤ ਕੀਤੀ ਗਈ। ਕਿਉਂਕਿ ਗੁਰਸਿੱਖੀ ਦੀ ਹੱਦ ਤਾਂ ਇਹੀ ਹੈ ਨਾ ਵੀ ਪਰਮੇਸ਼ਰ ਵਿੱਚ ਅਭੇਦਤਾ, ਜਾਂ ਉਹ ਇਸ ਤੋਂ ਵੀ ਮੁਨਕਰ ਹੋ ਜਾਣਗੇ ਕਿ ਅਸੀਂ ਤਾਂ ਚਾਹੁੰਦੇ ਹੀ ਨਹੀਂ ਕਿ ਅਸੀਂ ਪਰਮੇਸ਼ਰ 'ਚ ਅਭੇਦ ਹੋਈਏ। ਹਾਂਜੀ, ਨਾਲੇ ਜਿਹੜੀ ਜਗ੍ਹਾ ਤੇ ਪਰਮੇਸ਼ਰ ਦਾ ਕੀਰਤਨ ਹੋਵੇ, ਪਰਮੇਸ਼ਰ ਦੀ ਕੀਰਤੀ ਹੋਵੇ, ਉਸਤਤ ਹੋਵੇ, ਉਹ ਜਗ੍ਹਾ ਨੂੰ ਤਾਂ ਗੁਰਬਾਣੀ ਨੇ ਕਿਹੜੀ ਹੋਂਦ ਦਿੱਤੀ? ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਹੇ ਤਾਹਾਂ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸਰਦਾ ਲਾਏ। ਮਾਫ ਕਰਨਾ, ਇਹਦੇ ਵਾਸਤੇ ਕੋਈ ਵੱਡੀ ਜਗ੍ਹਾ ਹੋਊਗੀ? ਸਾਡੇ ਵਾਸਤੇ ਤਾਂ ਗੁਰੂ ਸਾਹਿਬ ਦੇ ਬਚਨ ਅਨੁਸਾਰ ਨਾ ਇੰਦਰਪੁਰੀ, ਨਾ ਸ਼ਿਵਪੁਰੀ, ਨਾ ਬ੍ਰਹਮਪੁਰੀ। ਸਾਡੇ ਵਾਸਤੇ ਜਿੱਥੇ ਮਹਾਰਾਜ ਦਾ ਨਾਮ ਜਪਿਆ ਗਿਆ ਉਹ ਸਾਡੇ ਵਾਸਤੇ ਬੈਕੁੰਠ ਨਗਰ ਆ। ਪਹਿਲੀ ਬੇਨਤੀ ਇਹ। ਸੋ ਇਹ ਗੱਲ ਉਹਨੇ ਕਹਿੰਦੇ ਨਾ ਵੀ ਜੇ ਗੁਰੂ ਨਹੀਂ ਸਨ, ਦਾਸ ਕਹਿੰਦਾ ਜੇ ਗੁਰੂ ਨਹੀਂ ਵੀ ਸਨ, ਮਾਫ ਕਰਨਾ, ਜੇ ਉਹ ਕਹਿ ਲਵੋ ਵੀ ਰਿਸ਼ੀ ਦੁਸ਼ ਦਮਨ ਦਾ ਸਾਡੇ ਇਤਿਹਾਸ ਨਾਲ ਕੋਈ ਵੀ ਤਾਲੁਕਾਤ ਨਾ ਹੋਵੇ, ਕੀ ਉਹ ਜਗ੍ਹਾ ਸਾਡੇ ਵਾਸਤੇ ਸਤਿਕਾਰਯੋਗ ਨਹੀਂ?
ਹਾਂਜੀ, ਦੂਸਰੀ ਗੱਲ, ਕੀ ਉਹ ਕਹਿ ਰਿਹਾ ਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪਹਿਲਾਂ ਕਲਿਆਣ ਨਹੀਂ ਸੀ? ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਵਤਾਰ ਇਸ ਧਰਤੀ ਤੇ ਨਹੀਂ ਹੋਇਆ, ਉਸ ਵੇਲੇ ਕੀ ਕਿਸੇ ਦੀ ਕਲਿਆਣ ਨਹੀਂ ਹੁੰਦੀ ਸੀ? ਪਰਮੇਸ਼ਰ ਨਾਲ ਕੋਈ ਮਿਲਦਾ ਨਹੀਂ ਸੀ? ਕਬੀਰ ਸਾਹਿਬ ਉਹ ਕੀ ਸਿੱਖ ਸਨ? ਹਾਂਜੀ, ਨਾਮਦੇਵ ਜੀ ਉਹ ਵਿਠਲ ਭਗਵਾਨ ਦੀ ਉਹਨਾਂ ਨੇ ਉਪਾਸਨਾ ਕੀਤੀ, ਉਹਨਾਂ ਨੂੰ ਪਰਮੇਸ਼ਰ ਨੇ ਅਭੇਦਤਾ ਬਖਸ਼ੀ। ਕੀ ਉਹ ਨਾਮਦੇਵ ਜੀ ਸਾਡੇ ਵਾਸਤੇ ਸਤਿਕਾਰਯੋਗ ਨੇ? ਨਹੀਂ ਸਤਿਕਾਰਯੋਗ ਨੇ। ਤੇ ਕੀ ਹਾਲੇ ਵੀ ਜਦੋਂ ਆਪਾਂ ਮਹਾਰਾਸ਼ਟਰ ਵਿੱਚ ਜਾਂਦੇ ਆ, ਹਜੂਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਆ, ਬਹੁਤ ਸਾਰੀਆਂ ਸਿੱਖ ਸੰਗਤਾਂ ਅਤੇ ਵਿਦਵਾਨ ਜਨ ਜਿਹੜੇ ਮੰਦਿਰ ਦੇ ਵਿੱਚ ਨਾਮਦੇਵ ਜੀ ਨੂੰ ਪ੍ਰਾਪਤੀ ਹੋਈ, ਜਾਂ ਜਿਹੜਾ ਮੰਦਿਰ ਘੁੰਮਿਆ ਸੀ, ਫਿਰਿਆ ਸੀ, ਜਦੋਂ ਬ੍ਰਾਹਮਣਾਂ ਨੇ ਨਾਮਦੇਵ ਜੀ ਨੂੰ ਆਉਣ ਨਹੀਂ ਦਿੱਤਾ, ਅਸੀਂ ਤਾਂ ਉਸ ਮੰਦਿਰ ਦੀ ਵੀ ਯਾਤਰਾ ਕਰਦੇ ਆ, ਉਹ ਮੰਦਿਰ ਦੇ ਵੀ ਦਰਸ਼ਨ ਕਰੀਦੇ ਆ। ਇਸ ਕਰਕੇ ਨਹੀਂ ਕਿ ਉੱਥੇ ਜਿਹੜਾ ਵਿਠਲ ਭਗਵਾਨ ਆ ਜਾਂ ਜਿਹੜਾ ਉੱਥੇ ਦੀਆਂ ਮੂਰਤੀਆਂ ਹੈ ਅਸੀਂ ਉਹਦੀ ਪੂਜਾ ਕਰਨੀ ਜਾਂਦੇ ਆ। ਅਸੀਂ ਸਿਦਕ ਆਪਣਾ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਰੱਖਦੇ ਆ। ਪਰ ਸਰਾਵਗ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਕਰ ਜੋਗ ਜਤੀ ਕੇ, ਸੂਰ ਸੁਰਾਰਦਨ ਸੁਧ ਸੁਧਾਦਿਕ, ਸੰਤੋ ਸਮੂਹ ਅਨੇਕ ਮਤੀ ਕੇ। ਅਸੀਂ ਇਸ ਗੱਲ ਤੋਂ ਵੀ ਮੁਨਕਰ ਨਹੀਂ ਕਿ ਅਕਾਲ ਪੁਰਖ ਵਾਹਿਗੁਰੂ ਤੱਕ ਪਹੁੰਚਣ ਵਾਸਤੇ ਵੱਖ-ਵੱਖ ਰਸਤੇ ਦੁਨੀਆ ਦੇ ਵਿੱਚ ਵੱਖ-ਵੱਖ ਸਾਧੂਆਂ ਨੇ ਅਪਣਾਏ ਨੇ, ਵੱਖ-ਵੱਖ ਭਗਤਾਂ ਨੇ ਅਪਣਾਏ ਨੇ। ਤੇ ਜੇ ਰਿਸ਼ੀ ਦੁਸ਼ਟ ਦਮਨ ਨੂੰ ਭਗਤ ਦਾ ਹੀ ਕੀਤਾ ਜਾਈਏ ਤਾਂ ਜਿੱਥੇ ਭਗਤ ਭਗਵਾਨ ਨਾਲ ਮਿਲਿਆ, ਮੈਂ ਫੇਰ ਅਰਜ਼ ਕਰ ਦਵਾਂ ਕਿ ਉਹ ਜਗ੍ਹਾ ਸਾਡੇ ਵਾਸਤੇ ਸਤਿਕਾਰਯੋਗ ਨਹੀਂ। ਸਿੱਖ ਸੰਗਤਾਂ ਬਾਬੇ ਗੁਰਦਿੱਤਾ ਸਾਹਿਬ ਜੀ ਦੇ ਅਸਥਾਨ ਤੇ ਆਨੰਦਪੁਰ ਸਾਹਿਬ ਜਿਹੜਾ ਅਸਥਾਨ ਆ, ਉੱਥੇ ਮੱਥਾ ਟੇਕਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੂਹਰੇ ਸਿਰ ਝੁਕਾਉਣ ਵਾਸਤੇ ਜਾਂਦੀਆਂ ਨੇ। ਔਰ ਬਾਬੇ ਗੁਰਦਿੱਤੇ ਸਾਹਿਬ ਦਾ ਜਿੱਥੇ ਇਤਿਹਾਸ ਆ, ਉਹਦੇ ਨਾਲ ਹੀ ਸਾਈਂ ਬੁੱਢਣ ਸ਼ਾਹ ਦੀ ਮਸੀਤ ਵੀ ਆ। ਹਾਂਜੀ, ਅੱਜ ਇਹ ਹੇਮਕੁੰਟ ਸਾਹਿਬ ਤੋਂ ਸ਼ੁਰੂ ਹੋਏ ਆ, ਕੱਲ ਨੂੰ ਇਹ ਸਾਈਂ ਬੁੱਢਣ ਸ਼ਾਹ ਦੀ ਮਸੀਤ ਤੋਂ ਵੀ ਮੁਨਕਰ ਹੋ ਜਾਣਗੇ। ਹੋਰ ਗੱਲ, ਇਹ ਜਿਹੜੇ ਵਿਅਕਤੀ ਆ ਨਾ, ਇਹ ਅਸਲ ਦੇ ਵਿੱਚ ਨਾਮ ਜਪਣ ਨੂੰ ਤਾਂ ਕੁਝ ਮੰਨਦੇ ਹੀ ਨਹੀਂ। ਅਸੀਂ ਇਹਦੇ ਉਸਤਾਦ ਇੰਦਰ ਘੱਗੇ ਦੀ ਵੀਡੀਓ ਪਾਈ, ਜਿਹਦੇ ਵਿੱਚ ਉਹਨੇ ਸਾਫ਼-ਸਾਫ਼ ਇਹ ਗੱਲ ਕਹੀ ਵੀ ਨਾਮ ਜਪਣਾ ਤਾਂ ਕੁਝ ਹੁੰਦਾ ਹੀ ਨਹੀਂ, ਕਿਸੇ ਖਾੜਕੂ ਨੇ ਅੱਜ ਤੱਕ ਨਾਮ ਜਪਿਆ ਨਹੀਂ। ਬੇਸ਼ੱਕ ਉਹ ਗੁਰਮੁਖ ਅਭਿਆਸੀ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਬਾਬਤ ਕਹਿੰਦਾ ਕਿ ਉਹ ਨਾਮ ਜਪਦੇ ਨਹੀਂ। ਸਾਨੂੰ ਤਾਂ ਪਤਾ ਆ ਨਾ। ਜੇ ਨਹੀਂ ਤੁਹਾਨੂੰ ਪਤਾ ਤਾਂ ਜਾ ਕੇ ਜੇਲ੍ਹ ਦੇ ਸੁਪਰਿੰਟੈਂਡੈਂਟ ਤੋਂ ਜਾ ਕੇ ਪੁੱਛ ਲਵੋ ਕਿ ਭਾਈ ਸਾਹਿਬ ਦਾ ਜੀਵਨ ਕਿਹੋ ਜਿਹਾ ਆ ਤੇ ਕਿੰਨਾ ਕੁ ਨਾਮ ਜਪਦੇ ਆ। ਉਹ ਇੱਥੇ ਤੱਕ ਇਹਨਾਂ ਦੀ ਗਿਰੀ ਹੋਈ ਸੋਚ ਆ ਕਿ ਜੇ ਨਾਮ ਜਪਣ ਦੇ ਨਾਲ ਕਲਿਆਣ ਹੋਣੀ ਸੀ, ਨਾਮ ਜਪਣ ਦੇ ਨਾਲ ਰੱਖਿਆ ਹੋਣੀ ਸੀ, ਤਾਂ ਹਰਿਮੰਦਰ ਸਾਹਿਬ ਤੇ ਫੌਜਾਂ ਨੇ ਕਿਉਂ ਚੜ੍ਹਾਈ ਕੀਤੀ? ਹਾਂਜੀ, ਇਹੋ ਜਿਹੀ ਮਾੜੀ ਸੋਚ ਨੂੰ ਤੁਸੀਂ ਉਹਦੇ ਨਾਲ ਸਹਿਮਤ ਹੋ ਰਹੇ ਆ। ਇਹ ਅਸਲ ਦੇ ਵਿੱਚ ਇਹ ਕਿਸੇ ਤਪ ਸਥਾਨ ਨੂੰ ਨਹੀਂ ਮੰਨਦੇ। ਫਿਰ ਇਹ ਇਸ ਗੱਲ ਤੋਂ ਵੀ ਮੁਨਕਰ ਹੋ ਜਾਣਗੇ ਕਿ ਜਿਹੜੇ ਭੋਰੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪਰਮੇਸ਼ਰ ਦਾ ਨਾਮ ਜਪਿਆ ਬਾਬੇ ਬਕਾਲੇ ਤੋਂ, ਸੋ ਇਹ ਸ਼ੁਰੂ ਹੇਮਕੁੰਟ ਸਾਹਿਬ ਤੇ ਆਏ ਆ। ਹੌਲੀ ਹੌਲੀ ਜਿੰਨੇ ਵੀ ਸਾਡੇ ਗੁਰ ਇਤਿਹਾਸ ਆ, ਗੁਰ ਇਤਿਹਾਸਿਕ ਸਥਾਨ ਆ, ਜਿੱਥੇ ਗੁਰੂ ਸਾਹਿਬ ਨੇ ਜਾਂ ਸੰਤਾਂ ਸਿੱਖਾਂ ਭਗਤਾਂ ਨੇ ਨਾਮ ਜਪਿਆ ਆ, ਉਹ ਸਾਰੀਆਂ ਜਗ੍ਹਾ ਦੀ ਨਿਖੇਧੀ ਸ਼ੁਰੂ ਕਰ ਦੇਣਗੇ। ਹਾਂਜੀ, ਤੀਸਰੀ ਗੱਲ, ਹੇਮਕੁੰਟ ਸਾਹਿਬ ਤੇ ਹੀ ਕਿਉਂ ਹਮਲਾ? ਤੁਸੀਂ ਸਾਰੇ ਇਸ ਗੱਲ ਤੋਂ ਤਾਂ ਜਾਣੂ ਆ ਨਾ ਕਿ ਖਾਲਸਾ ਪੰਥ ਦੁਨੀਆ ਵਿੱਚ ਆਇਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1699 ਈਸਵੀ ਦੀ ਜਿਹੜੀ ਵਿਸਾਖੀ ਸੀ, ਉਸ ਦੇ ਉੱਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 5 ਸਿੱਖਾਂ ਦੇ ਸਿਰ ਕੱਟ ਕਰਕੇ ਉਹਨਾਂ ਨੂੰ ਦੁਬਾਰਾ ਸੁਰਜੀਤ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਸਿੱਖ ਸੰਗਤਾਂ ਨੂੰ ਅੰਮ੍ਰਿਤ ਛਕਾਇਆ। ਔਰ ਉੱਥੇ ਖਾਲਸੇ ਪੰਥ ਦਾ ਸਾਜਣਾ ਹੋਈ ਤੇ ਕੇਸਗੜ੍ਹ ਸਾਹਿਬ ਤਖਤ ਹੋਂਦ ਵਿੱਚ ਆਇਆ। ਇਹ ਗੱਲ ਤੋਂ ਮੇਰੇ ਹਿਸਾਬ ਦੇ ਨਾਲ ਨਾ ਅਸੀਂ ਮੁਨ ਕਰਿਆ, ਨਾ ਤਾਂ ਧੁੰਦੇ ਹੁਣੀ ਮੁਨ ਕਰਿਆ। ਠੀਕ ਹੈ ਜੀ, ਤੁਸੀਂ ਮੈਨੂੰ ਦੱਸ ਦਵੋ, ਖਾਲਸਾ ਪੰਥ ਪ੍ਰੈਕਟੀਕਲ ਦੇ ਵਿੱਚ ਤਾਂ ਉੱਥੇ ਆਇਆ। ਖਾਲਸਾ ਪੰਥ ਪ੍ਰੈਕਟੀਕਲ ਦੇ ਵਿੱਚ, ਵਾਸਤਵਿਕਤਾ ਦੇ ਵਿੱਚ ਤਾਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਪ੍ਰਗਟ ਹੋਇਆ। ਪਰ ਜਿਹੜੇ ਲੋਕੀ ਖਾਲਸੇ ਨੂੰ ਕਹਿੰਦੇ ਆ ਵੀ ਇਹ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿਰਫ ਸ਼ਸਤਰਧਾਰੀ ਹਿੰਦੂ ਬਣਾਏ, ਹਾਂਜੀ, ਇਹ ਖਾਲਸਾ ਚੰਡੀ ਦੀ ਫੌਜ ਆ। ਕਿਉਂਕਿ ਨਿਹੰਗ ਜਿਹੜਾ ਸ਼ਬਦ ਆ ਨਾ, ਇਹ ਪਹਿਲਾਂ ਸਿੱਖਾਂ ਵਿੱਚ ਨਹੀਂ ਆਉਂਦਾ। ਨਿਹੰਗ ਸ਼ਬਦ ਜਿਹੜੀ ਦੁਰਗਾ ਦੇਵੀ ਦੀ ਫੌਜ ਸੀ ਨਾ, ਉਹਨੂੰ ਵੀ ਨਿਹੰਗ ਕਹਿੰਦੇ ਸੀ। ਚਿੱਟੇ ਵਸਤਰਾਂ ਵਾਲੇ ਉਹ ਨਿਹੰਗ ਫੌਜਾਂ ਸਨ।
ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਸਪਸ਼ਟੀ ਦਿੱਤੀ ਕਿ ਖਾਲਸਾ ਪੰਥ ਦਾ ਜਿਹੜਾ ਸੰਕਲਪ ਆ, ਪ੍ਰੈਕਟੀਕਲ ਤਾਂ ਸਾਨੂੰ ਪਤਾ ਲੱਗ ਗਿਆ ਵੀ ਕਿੱਥੇ ਹੋਇਆ। ਜਿਹੜੀ ਖਾਲਸੇ ਪੰਥ ਦੀ ਜਿਹੜੀ ਸੋਚ ਸੀ, ਜਿਹੜੀ ਇਹਦੀ ਥਿਊਰੀ ਸੀ, ਜਿਹੜਾ ਇਹਦਾ ਆਈਡੀਆ ਸੀ, ਖਾਲਸੇ ਪੰਥ ਦਾ ਸੰਕਲਪ, ਉਹ ਕਦੋਂ, ਕਿੱਥੇ ਤੇ ਕਿਹਦੇ ਦਿਮਾਗ ਦੇ ਇਹ ਵਿੱਚ ਪ੍ਰਗਟ ਹੋਇਆ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਸਪਸ਼ਟੀ ਦਿੱਤੀ ਕਿ ਹੇਮਕੁੰਟ ਸਾਹਿਬ ਵਿਖੇ ਅਕਾਲ ਪੁਰਖ ਨੇ ਮੈਨੂੰ ਖਾਲਸੇ ਪੰਥ ਦਾ ਪੰਥ ਸਾਜਣ ਦਾ ਸੰਕਲਪ ਬਖਸ਼ਿਆ। ਤੇ ਇਹ ਜਿਹੜੀ ਫਿਰ ਇਹ ਪੰਕਤੀ ਦੀ ਨਿਖੇਧੀ ਕਰਦੇ ਆ ਨਾ, ਉਹਦੇ ਵਿੱਚ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ, ਠਾੜ ਪਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ, ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ, ਉਹਦੇ ਵਿੱਚ ਸਾਨੂੰ ਇਹ ਸਪਸ਼ਟੀ ਮਿਲਦੀ ਆ ਕਿ ਇਹ ਖਾਲਸਾ ਨਾ ਸ਼ਸਤਰਧਾਰੀ ਹਿੰਦੂ ਦਾ ਨਾਂ ਆ, ਇਹ ਖਾਲਸਾ ਕਿਸੇ ਦੇਵੀ ਦੀ ਫੌਜ ਨਹੀਂ, ਇਹ ਖਾਲਸਾ ਅਕਾਲ ਪੁਰਖ ਦੀ ਫੌਜ ਆ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਿਸ਼ੀ ਦੁਸ਼ਟ ਦਮਨ ਦੇ ਵਿੱਚ ਅਕਾਲ ਪੁਰਖ ਦੀ ਟੇਕ ਲੈ ਕਰਕੇ ਅਕਾਲ ਪੁਰਖ ਦੇ ਸੰਕਲਪ ਨੂੰ ਪੂਰਾ ਕਰਨ ਦੇ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਜਿਹੜਾ ਸੰਕਲਪ ਲਿਆ ਤੇ ਅਕਾਲ ਪੁਰਖ ਮੋਰੇ ਟੇਕ ਲੈਂਦੇ ਹੋਏ, ਓਟ ਲੈਂਦੇ ਹੋਏ ਇਹ ਅਰਦਾਸ ਕੀਤੀ। ਸੋ ਉਹ ਇਸ ਗੱਲ ਦਾ ਵੀ ਖੰਡਨ ਕਰਦੇ ਆ। ਮੈਨੂੰ ਤਾਂ ਸਮਝ ਨਹੀਂ ਆਉਂਦੀ, ਜੇ ਕੋਈ ਕਹਿੰਦਾ ਹੈ ਵੀ ਖਾਲਸਾ ਦੇਵੀ ਦਾ ਪੁਜਾਰੀ ਆ, ਇਹਨਾਂ ਨੂੰ ਤਾਂ ਵੀ ਤਕਲੀਫ। ਹੁਣ ਸਤਿਗੁਰ ਸੱਚੇ ਪਾਤਸ਼ਾਹ ਸਪਸ਼ਟੀ ਦੇ ਰਹੇ ਆ ਕਿ ਖਾਲਸੇ ਦਾ ਸੰਕਲਪ ਅਕਾਲ ਪੁਰਖ ਵਾਹਿਗੁਰੂ ਦੇ ਮਨ ਵਿੱਚ ਆਇਆ, ਤੇ ਅਕਾਲ ਪੁਰਖ ਵਾਹਿਗੁਰੂ ਦੇ ਮਨ ਵਿੱਚ ਕੀ ਆਇਆ, ਉਹਨਾਂ ਨੇ ਮੈਨੂੰ ਦਿੱਤਾ। ਇਹ ਗੱਲ ਤੋਂ ਇਸ ਤੋਂ ਵੀ ਮੁਨਕਰ ਹੋ ਰਹੇ ਆ। ਉਹ ਸਹੀ ਗੱਲ ਕਿਸੇ ਨੇ ਕਹੀ ਆ ਵੀ ਆਰੀ ਨੂੰ ਇੱਕ ਪਾਸੇ ਦੰਦੇ ਹੁੰਦੇ ਆ, ਇਹ ਦੁਨੀਆ ਨੂੰ ਦੋਨੋਂ ਪਾਸੇ ਹੁੰਦੇ ਆ। ਇਹਨਾਂ ਨੇ ਤਾਂ ਬਸ ਸ਼ੰਕਾ ਕਰਨੀ ਆ। ਫਿਰ ਇਹ ਬੇਵਕੂਫ ਜਨਤਾ ਇੰਨੀ ਹਨਾ, ਇਹ ਆਪਣੀਆਂ ਗੱਲਾਂ ਵਿੱਚ ਇਹਨਾਂ ਨੇ ਆਪ ਫਸਣਾ। ਦਾਸ ਬੇਨਤੀ ਕਰ ਦਵੇ ਨਾ ਵੀ ਲੋਕੀ ਕਹਿੰਦੇ ਬੇਵਕੂਫ ਉਹ ਹੁੰਦਾ ਜਿਹੜਾ ਆਪਣੇ ਪੈਰ ਤੇ ਖੁਆੜੀ ਮਾਰ ਲਵੇ। ਮੈਂ ਕਹਿੰਦਾ ਦੁਨੀਆ ਤੇ ਇੰਨੀ ਬੇਵਕੂਫ ਜਨਤਾ ਪੈਦਾ ਹੀ ਨਹੀਂ ਹੋਈ ਜਿਹੜੀ ਲੱਤਾਂ ਹੀ ਨਹੀਂ ਵੱਢ ਦੇਵੇ, ਆਪਣੀਆਂ ਜੜ੍ਹਾਂ ਆਪ ਹੀ ਵੱਢ ਦੇਵੇ। ਪਤਾ ਨਹੀਂ ਕਰਨਾ ਕੀ ਚਾਹੁੰਦੇ ਨੇ। ਦਾਸ ਬੇਨਤੀ ਕਰ ਦਵੇ। ਫਿਰ ਇਹ ਪ੍ਰਸ਼ਨ ਉਠਾਉਂਦਾ ਵੀ ਵਿਚਿੱਤਰ ਨਾਟਕ ਵਿੱਚ ਆਉਂਦਾ ਨਾ, ਜੇ ਪੈ ਪਹਿਲ ਅਵਤਾਰਾ, ਵੀ ਜਿਹੜੇ ਪਹਿਲੇ ਅਵਤਾਰ ਆਏ, ਜਿਹੜੇ ਅਕਾਲ ਪੁਰਖ ਵਾਹਿਗੁਰੂ ਨੇ ਭੇਜੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਰਿਸ਼ੀ ਦੁਸ਼ਦਮਨ ਦੇ ਰੂਪ ਵਿੱਚ ਸਨ, ਅਕਾਲ ਪੁਰਖ ਸਮਝਾਉਂਦਾ ਕਿ ਮੈਂ ਮਹਾਦੇਵ ਨੂੰ ਭੇਜਿਆ, ਮੈਂ ਵਿਸ਼ਨੂੰ ਦੇ ਅਵਤਾਰਾਂ ਨੂੰ ਭੇਜਿਆ, ਮੈਂ ਗੋਰਖ ਨੂੰ, ਮੈਂ ਮਛੰਦਰ ਨੂੰ ਭੇਜਿਆ, ਮੈਂ ਮੁਹੰਮਦ ਸਾਹਿਬ ਨੂੰ ਮੈਂ ਭੇਜਿਆ। ਮਹਾਰਾਜ ਦੱਸਦੇ ਮੈਂ ਕ੍ਰਿਸ਼ਨ ਨੂੰ ਭੇਜਿਆ, ਮੈਂ ਰਾਮ ਨੂੰ ਭੇਜਿਆ। ਹਾਂਜੀ, ਮਹਾਰਾਜ ਇਹ ਸਾਰੀ ਗੱਲ ਦੱਸਦੇ ਆ। ਮਹਾਰਾਜ ਨਾਲ ਕਹਿੰਦੇ ਵੀ ਇਹਨਾਂ ਸਾਰਿਆਂ ਨੇ ਬਸ ਆਪਣੀ ਉਪਾਸਨਾ ਕਰਵਾਈ, ਮੇਰੀ ਕਿਸੇ ਨੇ ਨਹੀਂ ਉਪਾਸਨਾ ਕਰਾਈ। ਧੁੰਦਾ ਇਸ ਤਰੀਕੇ ਦੇ ਨਾਲ ਸਾਬਰਾ ਇਸ ਤਰੀਕੇ ਨਾਲ ਕਹਿ ਰਿਹਾ ਕਿ ਕੀ ਰੱਬ ਨੂੰ ਭੁੱਖ ਸੀ? ਜੇ ਮੁਹੰਮਦ ਸਾਹਿਬ ਨੇ ਮੇਰਾ ਨਾਮ ਨਹੀਂ ਜਪਾਇਆ ਤੇ ਫਿਰ ਜੇ ਕ੍ਰਿਸ਼ਨ ਜੀ ਨੇ, ਜੇ ਰਾਮ ਜੀ ਨੇ, ਗੋਰਖ ਨੇ, ਮਛੰਦਰ ਹੋਣਾ, ਸਾਰਿਆਂ ਨੇ ਆਪੋ ਆਪਣੀ ਪੂਜਾ ਕਰਵਾਈ ਤਾਂ ਰੱਬ ਨੂੰ ਕੀ ਤਕਲੀਫ, ਕਿਹੜੀ ਰੱਬ ਨੂੰ ਭੁੱਖ ਲੱਗ ਜਾਣੀ। ਤਾਂ ਉਹ ਪੰਕਤੀ ਪਤਾ ਕਿਹੜੀ ਵਰਤਦਾ? ਉਹ ਪੰਕਤੀ ਵਰਤਦਾ ਆ, ਇਹ ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਮੈਂ ਉਹਨੂੰ ਇੱਕ ਗੱਲ ਪੁੱਛਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਰ ਇੱਕ ਅੰਗ ਦੇ ਨਾਮ ਦੀ ਗੱਲ ਕੀਤੀ ਗਈ ਆ। ਇਹ ਜਿਹੜੇ ਸ਼ਬਦ ਵਿੱਚੋਂ ਤੂੰ ਲੈ ਰਿਹਾ ਆ, ਉਹਦੇ ਵਿੱਚ ਨਾਮ ਦੀ ਭੁੱਖ ਬਾਬਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕੀ ਕਹਿ ਰਹੇ ਆ? ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲਿਆ ਹੈ ਦੁਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ ਰਹਾਓ, ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਗ, ਦੇਦਾ ਰਹਿ ਨਾ ਚੁਕੈ ਭੋਗ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਤੇ ਨਾਮ ਤੋਂ ਹੀਣਿਓ ਮਨੁੱਖੋ ਸੁਣ ਲਓ ਇਹ ਗੱਲ, ਖਸਮ ਵਿਸਾਰ ਹੈ ਤੇ ਕਮਜਾਤ, ਨਾਨਕ ਨਾਵੈ ਬਾਜ ਸੁਨਾਤ। ਰੱਬ ਨੂੰ ਆਪਣੇ ਨਾਮ ਜਪਾਉਣ ਦੀ ਭੁੱਖ ਨਹੀਂ, ਪਰ ਕੀ ਪਰਮੇਸ਼ਰ ਨੂੰ ਆਪਣੀ ਸ੍ਰਿਸ਼ਟੀ ਉੱਪਰ ਦਇਆ ਨਹੀਂ ਹੈਗੀ? ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਧਾ। ਇਹ ਜਿਹੜਾ ਗੁਰਬਾਣੀ ਦੇ ਵਿੱਚ ਜਗ੍ਹਾ ਜਗ੍ਹਾ ਦੇ ਵਿੱਚ ਕਿਹਾ ਕਿ ਨਾਮ ਜਪੋ, ਤੇ ਆਪਾਂ ਇਹ ਮੰਨਦੇ ਆ ਕਿ ਅਕਾਲ ਪੁਰਖ ਵਾਹਿਗੁਰੂ ਨੇ ਗੁਰਬਾਣੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਦਿੱਤੀ।
ਹਾਂਜੀ ਆਪਾਂ ਇਹ ਮੰਨਦੇ ਆ ਨਾ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਆਪਾਂ ਮੰਨਦੇ ਆ ਨਾ। ਤਾਂ ਫਿਰ ਉਸ ਬਾਣੀ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਬਾਰ-ਬਾਰ ਨਾਮ ਜਪਣ ਨੂੰ ਕਿਹਾ ਆ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕੰਮ। ਮੈਂ ਕਿੰਨੇ ਕੁ ਸ਼ਬਦਾਂ ਦੀ ਉਦਾਹਰਣ ਦੇਵਾਂ, ਫਿਰ ਤੁਸੀਂ ਇਹ ਕਹਿ ਲਓਗੇ ਕਿ ਇਹ ਪਰਮੇਸ਼ਰ ਨੂੰ ਆਪਣੇ ਨਾਮ ਜਪਾਉਣ ਦੀ ਭੁੱਖ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ 10 ਪਾਤਸ਼ਾਹੀਆਂ ਦੇ ਥਰੂ ਗੁਰੂ ਨਾਨਕ ਨੇ ਅਕਾਲ ਪੁਰਖ ਵਾਹਿਗੁਰੂ ਨੇ ਮਾਫ ਕਰਨਾ, ਗੁਰਬਾਣੀ ਦੇ ਵਿੱਚ ਬਾਰ-ਬਾਰ ਨਾਮ ਜਪਣ ਦੇ ਕਿਹਾ। ਇਹ ਅਕਾਲ ਪੁਰਖ ਵਾਹਿਗੁਰੂ ਨੂੰ ਭੁੱਖ ਲੱਗ ਗਈ? ਇਹ ਬਾ ਕਮਲੀਆਂ ਗੱਲਾਂ। ਅਕਾਲ ਪੁਰਖ ਵਾਹਿਗੁਰੂ ਦਾ ਇਹ ਬਹੁਤ ਵੱਡਾ ਪਰਉਪਕਾਰ ਹੈ। ਇਹ ਅਕਾਲ ਪੁਰਖ ਵਾਹਿਗੁਰੂ ਦੀ ਦਇਆ ਆ। ਜੇ ਅਕਾਲ ਪੁਰਖ ਵਾਹਿਗੁਰੂ ਦਾ ਨਾ ਇਹ ਇਨਸਾਨਾਂ ਵਰਗਾ ਸੁਭਾਅ ਹੋ ਜਾਵੇ, ਅਕਿਰਤ ਘਣਤਾ ਦਾ ਸੁਭਾਅ ਹੋ ਜਾਵੇ, ਜੇ ਅਕਾਲ ਪੁਰਖ ਵਾਹਿਗੁਰੂ, ਕਿਉਂਕਿ ਉਹਦੇ ਵਿੱਚ ਹੰਕਾਰ ਨਹੀਂ ਆ, ਜੇ ਉਹਦੇ ਵਿੱਚ ਹੰਕਾਰ ਆ ਜਾਵੇ ਨਾ ਕਿ ਮੈਂ ਸ੍ਰਿਸ਼ਟੀ ਬਣਾਈ ਆ, ਤੇ ਫਿਰ ਜਿੰਨੀ ਤੁਸੀਂ ਇਹ ਨਾਸਤਿਕਤਾ ਕਰਦੇ ਆ ਨਾ ਕਿ ਪਰਮੇਸ਼ਰ ਨੂੰ ਆਪਣੇ ਨਾਮ ਜਪਾਉਣ ਦੀ ਭੁੱਖ ਆ, ਤੇ ਹਰਨ ਭਰਨ ਜਾਕਾ ਨੇਤਰ ਫੋਰ, ਉਹਦੇ ਵਿੱਚ ਇੰਨੀ ਸ਼ਕਤੀ ਆ ਕਿ ਅੱਖ ਝਮਕਣ ਦੇ ਸਮੇਂ ਦੇ ਵਿੱਚ ਉਹ ਸਾਰੀ ਇਹ ਸ੍ਰਿਸ਼ਟੀ ਨੂੰ ਗਰਕ ਕਰ ਦੇਵੇ। ਪਰਮੇਸ਼ਰ ਦੀ ਪਰ ਦਇਆ ਹੈ ਪਰਮੇਸ਼ਰ ਵਿੱਚ। ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕ ਬਹੁ ਭਾਤੀ, ਬੌੜ ਪਿਤਾ ਗਲ ਲਾਵੈ, ਪਿਛਲੇ ਔਗਣ ਬਖਸ਼ ਲੈ, ਪ੍ਰਭ ਆਗੇ ਮਾਰਗ ਪਾਵੈ। ਇਹ ਪਰਮੇਸ਼ਰ ਦੀ ਦਇਆ ਆ। ਡਰੋ ਪਰਮੇਸ਼ਰ ਤੋਂ। ਤੁਹਾਡੇ ਰਸਨਾ ਦੇ ਵਿੱਚ ਜਦੋਂ ਏਦਾਂ ਦੀਆਂ ਗੱਲਾਂ ਕਰਨ ਤੋਂ ਤੁਸੀਂ ਸੰਕੋਚਦੇ ਨਹੀਂ ਕਿ ਪਰਮੇਸ਼ਰ ਨੂੰ ਆਪਣੇ ਨਾਮ ਦੀ ਭੁੱਖ ਆ। ਹਾਂਜੀ, ਤੁਸੀਂ ਬਾਰ-ਬਾਰ ਇਹ ਕਹਿੰਦੇ ਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧਰਤੀ ਤੇ ਆਏ ਇਨਸਾਨ ਨੂੰ ਪਖੰਡ ਦੇ ਵਿੱਚੋਂ, ਵਹਿਮ ਦੇ ਵਿੱਚੋਂ ਕੱਢਣ ਵਾਸਤੇ ਤੇ ਗੁਰਮਤਿ ਦੇ ਧਾਰਨੀ ਹੋਣ ਵਾਸਤੇ। ਅਸੀਂ ਇਹ ਗੱਲ ਨਾਲ ਸਹਿਮਤ ਆ। ਫਿਰ ਕੀ ਗੁਰੂ ਅਕਾਲ ਪੁਰਖ ਵਾਹਿਗੁਰੂ ਨੂੰ ਜਾਂ ਗੁਰੂ ਨਾਨਕ ਸਾਹਿਬ ਨੂੰ ਇਹ ਭੁੱਖ ਸੀ ਕਿ ਬੰਦੇ ਸਾਡੇ ਮਗਰ ਲੱਗਣ, ਸਾਡੀ ਜਿਹੜੀ ਸੱਚ ਆ ਉਹਨੂੰ ਮੰਨਣ? ਉਹ ਪਰਮੇਸ਼ਰ ਨੂੰ ਕੋਈ ਫਰਕ ਨਹੀਂ ਪੈਣਾ ਕਿ ਸ੍ਰਿਸ਼ਟੀ ਉਹਦੇ ਖਿਲਾਫ ਹੋ ਜਾਵੇ, ਉਹਦੇ ਵੱਲ ਹੋ ਜਾਵੇ। ਇਹ ਤਾਂ ਆਪਾਂ ਫੈਸਲਾ ਕਰਨਾ ਕਿ ਆਪਾਂ ਪਰਮੇਸ਼ਰ ਦੀਆਂ ਖੁਸ਼ੀਆਂ ਲੈਣੀਆਂ, ਕਿਉਂਕਿ ਜਿੱਦਣ ਉਹ ਪਰਮੇਸ਼ਰ ਨੇ ਸਾਡੇ ਵੱਲੋਂ ਮੂੰਹ ਫੇਰ ਲਿਆ ਨਾ, ਤਾਂ ਜਾਣਿਓ ਇਹ ਦੁਨੀਆ ਦੇ ਵਿੱਚ ਕੋਈ ਸਾਨੂੰ ਬਚਾ ਨਹੀਂ ਸਕੇਗਾ। ਤੁਸੀਂ ਬਾਰ-ਬਾਰ ਦੁਹਾਈ ਦਿੰਦੇ ਹੋ ਉਦਾਰਵਾਦ ਦੀ ਕਿ ਉਹ ਕ੍ਰਿਸ਼ਨ ਨੂੰ ਮੰਨਦੇ, ਉਹ ਰਾਮ ਨੂੰ ਮੰਨਦੇ ਆ। ਮੈਂ ਗੱਲ ਕਰਦਾ ਕਿ ਵਿਚਿੱਤਰ ਨਾਟਕ ਜੈ ਜੈ ਪੈ ਪਹਿਲ ਅਵਤਾਰਾ ਤੁਸੀਂ ਪੜ੍ਹੀ ਹੋਣੀ ਆ। ਹਾਂਜੀ, ਧੁੰਦੇ ਨੇ ਵੀ ਪੜ੍ਹੀ, ਸਾਵਰੇ ਨੇ ਵੀ ਪੜ੍ਹੀ। ਬੇਨਤੀ ਕਰਦਾ ਤੁਸੀਂ ਆਪ ਵੀ ਇੱਕ ਵਾਰੀ ਪੜ੍ਹ ਲਵੋ। ਉਹ ਜਿੱਥੇ ਮਹਾਰਾਜ ਨੇ ਕਿਹਾ ਆ ਮਸ਼ਿੰਦਰ ਨੂੰ ਭੇਜਿਆ, ਗੋਰਖ ਨੂੰ ਭੇਜਿਆ, ਸਾਰਿਆਂ ਨੂੰ ਮੈਂ ਭੇਜਿਆ, ਉਹ ਸਾਰੇ ਅਸਫਲ ਰਹੇ। ਇਹਦੇ ਵਿੱਚ ਕੀ ਅਵਤਾਰਵਾਦ ਆ? ਹਾਂਜੀ, ਉੱਥੇ ਕੀ ਰਿਸ਼ੀ ਦੁਸ਼ਟਦਮਨ ਅਕਾਲ ਪੁਰਖ ਵਾਹਿਗੁਰੂ ਨੂੰ ਨਹੀਂ ਪੂਜਦਾ? ਕੀ ਉਹ ਦੇਵੀ ਦੇਵਤਿਆਂ ਨੂੰ ਕਹਿੰਦਾ ਵੀ ਮਸ਼ਿੰਦਰ ਵਧੀਆ, ਗੋਰਖ ਵਧੀਆ, ਹਜ਼ਰਤ ਮੁਹੰਮਦ ਸਾਹਿਬ ਵਧੀਆ? ਉੱਥੇ ਤਾਂ ਬਲਕਿ ਇਹ ਸਿਧਾਂਤ ਲਿਆਉਂਦੇ ਆ ਵੀ ਉਹਨਾਂ ਅਵਤਾਰਾਂ ਵਿੱਚ ਕੀ ਕਮੀ ਸੀ ਤੇ ਸਾਡਾ ਅਵਤਾਰ ਕਿਉਂ ਹੋਇਆ। ਹਾਂਜੀ, ਜੇ ਅਕਾਲ ਪੁਰਖ ਵਾਹਿਗੁਰੂ ਨੂੰ ਪੂਜਣ ਤਾਂ ਵੀ ਤੁਹਾਨੂੰ ਇਤਰਾਜ਼। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਬ੍ਰਹਮੇ ਨੂੰ, ਕ੍ਰਿਸ਼ਨ ਜੀ ਨੂੰ, ਰਾਮਚੰਦਰ ਜੀ ਨੂੰ, ਉਹ ਸਾਰਿਆਂ ਨੂੰ ਜੇ ਇਹ ਕਹਿਣ ਕਿ ਉਹ ਸਾਰਿਆਂ ਦੇ ਵਿੱਚ ਕਮੀਆਂ ਸੀ ਉਹਨਾਂ ਅਵਤਾਰਾਂ ਦੇ ਵਿੱਚ, ਜੇ ਇਦਾਂ ਕਹਿਣ ਤਾਂ ਵੀ ਤੁਹਾਨੂੰ ਇੱਕ ਇਹ ਪ੍ਰੋਬਲਮ ਹੈ। ਤੁਸੀਂ ਮੈਨੂੰ ਦੱਸੋ ਵੀ ਤੁਸੀਂ ਖੁਸ਼ ਕਿੱਧਰ ਹੋਣਾ? ਸਿੱਖਾਂ ਦਾ ਸਿਦਕ ਜੋ ਖਾਲਸੇ ਪੰਥ ਦਾ ਸੰਕਲਪ ਹੈ, ਇਹ ਫਲਸਫਾ ਹੈ ਕਿ ਇਹ ਇੱਕ ਅਕਾਲ ਪੁਰਖ ਦਾ ਪੁਜਾਰੀ ਆ। ਉਹ ਜਿਹੜਾ ਫਲਸਫਾ ਕਿਸ ਹੀ ਕੋਏ ਮੰਝ ਨਿਮਾਣੀ ਇੱਕ ਤੂੰ, ਉਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਥੇ ਲਿਆਏ ਆ। ਠਾੜ ਪਿਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ, ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਤੁਹਾਡਾ ਫਿਰ ਦੂਸਰਾ ਇਲਜ਼ਾਮ ਕਿ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੰਥ ਚਲਾਇਆ, ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਤੋਂ ਕੋਈ ਵੱਖਰਾ ਪੰਥ ਚਲਾਇਆ? ਭਾਈ ਗੁਰਦਾਸ ਦੀਆਂ ਵਾਰਾਂ ਦੀ ਤੁਸੀਂ ਵਰਤੋਂ ਕਰਦੇ ਹੋ। ਮਾਰਿਆ ਸਿੱਕਾ ਜਗਤਰ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਤੁਸੀਂ ਕਹਿ ਰਹੇ ਹੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੋਈ ਵੱਖਰਾ ਪੰਥ ਚਲਾਇਆ। ਦਾਸ ਇੱਕ ਬੇਨਤੀ ਕਰ ਦਵੇ, ਅਸਲ ਦੇ ਵਿੱਚ ਪ੍ਰੋਬਲਮ ਪਤਾ ਕੀ ਆ? ਤੁਹਾਨੂੰ ਜਿੰਨਾ ਵੀ ਮਹਾਰਾਜ ਗਿਆਨ ਬਖਸ਼ਣ ਤੁਸੀਂ ਓਨਾ ਹੀ ਵਿਵਾਦ ਕਰਨਾ। ਕਈਆਂ ਨੇ ਪ੍ਰਸ਼ਨ ਉਠਾਇਆ ਕਿ ਸਿਰਫ 10ਵੇਂ ਪਾਤਸ਼ਾਹ ਨੇ ਕਿਉਂ ਆਪਣੇ ਪਹਿਲੇ ਜਨਮ ਦੀ ਬਾਬਤ ਕਿਹਾ, ਪਿਛਲੀਆਂ 9 ਪਾਤਸ਼ਾਹੀਆਂ ਨੇ ਕਿਉਂ ਨਹੀਂ ਕਿਹਾ? ਦਾਸ ਬੇਨਤੀ ਕਰ ਦਵੇ, 10ਵੇਂ ਪਾਤਸ਼ਾਹ ਨੇ ਕਿਹਾ ਤਾਂ ਤੁਸੀਂ ਆਹ ਚੰਨ ਚੜਾਉਣੇ ਆ। ਜੇ ਪਿਛਲੀਆਂ 9 ਪਾਤਸ਼ਾਹੀਆਂ ਵੀ ਆਪਣਾ ਇਤਿਹਾਸ ਦੱਸਦੀਆਂ ਨਾ ਕਿ ਪਿਛਲੇ ਜਨਮ 'ਚ ਕੀ ਹੋਇਆ, ਤੇ ਤੁਸੀਂ ਤਾਂ ਪਤਾ ਨਹੀਂ ਕੀ ਕਰਨਾ ਸੀ। ਹੁਣ ਤਾਂ ਤੁਸੀਂ ਸਟੇਜਾਂ ਤੋਂ ਬਿਆਨਬਾਜ਼ੀਆਂ ਕਰਦੇ ਆ, ਪਤਾ ਨਹੀਂ ਫਿਰ ਤੁਸੀਂ ਮੈਦਾਨੇ ਜੰਗ ਵਿੱਚ ਆਪਸ ਵਿੱਚ ਹੀ ਲੜਨ ਲੱਗ ਪੈਣਾ ਸੀ।
ਹਾਂਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਵਾਂ ਪੰਥ ਨਹੀਂ ਚਲਾਇਆ। ਇਹ ਤੂੰ ਕਹਿ ਰਿਹਾ ਨਾ। ਦਾਸ ਬੇਨਤੀ ਕਰਨਾ ਚਾਹੁੰਦਾ, ਜੇ ਕੁਛ ਨਵੀਨ ਹੀ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤਾ ਤੇ ਫਿਰ ਖਾਲਸਾ ਪੰਥ ਬਣਾਉਣ ਦੀ ਲੋੜ ਕੀ ਸੀ? ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਜਿਹੜੀ ਗੁਰਮਤ ਦੇ ਵਿੱਚ ਜਿਹੜੀ ਮਰਿਆਦਾ ਦੇ ਵਿੱਚ ਬੰਨਣਾ ਸੀ ਇਨਸਾਨ ਨੂੰ, ਉਹ ਬਾਰ-ਬਾਰ ਦਰਸਾਈ ਗਈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿਹੜੀ ਅਦੁੱਤੀ ਇੱਕ ਅਦਵੈਤ ਅਕਾਲ ਪੁਰਖ ਵਾਹਿਗੁਰੂ ਦੀ ਉਪਾਸਨਾ ਕਰਨ ਵਾਲੀ, ਪੂਜਾ ਕਰਨ ਵਾਲੀ ਗੁਰਬਾਣੀ ਆ, ਜਿਹੜੇ ਉਹਦੇ ਵਿੱਚ ਸਿਧਾਂਤ ਸੀ, ਉਹਨਾਂ ਨੂੰ ਲੈ ਕਰਕੇ ਇੱਕ ਰਹਿਤ ਮਰਿਆਦਾ ਬੰਨੀ ਕਿ ਤੁਸੀਂ ਸਿੱਖੋ ਆਹ ਕਰਨਾ, ਆਹ ਨਹੀਂ ਕਰਨਾ। ਇਹ ਕਿਉਂ ਮਹਾਰਾਜ ਨੇ ਕੀਤਾ ਕਿ ਜਿਹੜਾ ਗੁਰਮਤ ਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਲ ਇੰਨਾ ਖਿਲਵਾੜ ਹੁੰਦਾ ਆ, ਘੱਟ ਤੋਂ ਘੱਟ ਕੁਛ ਜਿਹੜੇ ਮੁੱਢਲੇ ਅਸੂਲ ਆ, ਤੁਸੀਂ ਇਹਨਾਂ ਤੋਂ ਤਾਂ ਮੁਨਕਰ ਨਾ ਹੋਵੋ। ਸੋ ਜੇ ਇਹ ਵੀ ਇੱਕ ਨਵੀਂ ਗੱਲ ਹੀ ਆ ਨਾ ਕਿ ਅਸੂਲਾਂ ਨੂੰ ਏਦਾਂ ਕੋਰੇ ਕਾਗਜ਼ ਉੱਪਰ ਬੰਨ੍ਹ ਦਿੱਤਾ ਕਿ ਆਹ ਕਰਨਾ, ਆਹ ਨਹੀਂ ਕਰਨਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੁਰੈਤਾਂ, ਬੱਜਰ ਕਰੈਤਾਂ ਤੇ ਰਹਿਤਾਂ, ਇਹਦੇ ਵਿੱਚ ਇਹੀ ਦੱਸਿਆ ਨਾ ਵੀ ਸਿੱਖ ਨੇ ਕੀ ਕਰਮ ਕਰਨਾ ਤੇ ਕੀ ਕਰਮ ਨਹੀਂ ਕਰਨਾ। ਹਾਂਜੀ, ਇਦਾਂ ਦੇ ਕਰਮਾਂ ਦਾ ਖੰਡਨ ਕੀਤਾ ਨਾ, ਜਿਹੜੀ ਕਿਸੇ ਚੰਗੇ ਬੰਦੇ ਦੀ ਗੁੜਤੀ ਲੈ ਲੈਣੀ, ਝੂਠ ਖਿਲਾਉਣੀ ਬੱਚੇ ਨੂੰ, ਗੁਰਸਿੱਖਾਂ ਨੂੰ ਕਿਰਪਾਨ ਦੇ ਨਾਲ ਤਿਆਰ ਹੋਏ ਅੰਮ੍ਰਿਤ ਦੀ ਗੁੜਤੀ ਦੇਣੀ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਹਿਤ ਦਿੱਤੀ। ਇਹ ਗੱਲ ਜਿਹੜੀ ਸੀ ਇਹ ਨਵੀਨ ਨਹੀਂ ਤਾਂ ਹੋਰ ਕੀ। ਤਾਂ ਜੇ ਇਹ ਕਰਨ ਤੋਂ ਪਹਿਲਾਂ ਗੁਰੂ ਮਹਾਰਾਜ ਨੇ ਅਰਦਾਸ ਅਕਾਲ ਪੁਰਖ ਵਾਹਿਗੁਰੂ ਨੂੰ ਕਰ ਦਿੱਤੀ ਤਾਂ ਤੁਹਾਨੂੰ ਤਕਲੀਫ ਕੀ? ਪਤਾ ਨਹੀਂ ਤੁਹਾਡੀਆਂ ਕੀ ਗੱਲਾਂ ਨੇ। ਜਦੋਂ ਫਿਰ ਹੁਣ ਤੁਹਾਡੇ ਅਗਲੇ ਸਵਾਲ ਵੱਲ ਵਧੀਏ। ਤੁਹਾਡਾ ਅਗਲਾ ਸਵਾਲ ਇਹ ਆ ਕਿ ਸਿਰਫ ਤਾਂ ਸਿਰਫ ਮਾਤ ਲੋਕ ਵਿੱਚ ਜਾਣ ਵਾਸਤੇ 200 ਕਿਲੋਮੀਟਰ ਤਕਰੀਬਨ ਉਹ ਕਹਿ ਰਹੇ ਆ ਜਾਣ ਵਾਸਤੇ ਰਿਸ਼ੀ ਦੁਸ਼ਟ ਦਮਨ ਨੂੰ ਅਵਤਾਰ ਕਿਉਂ ਧਾਰਨਾ ਪਿਆ? ਦਾਸ ਇੱਕ ਬੇਨਤੀ ਕਰੋ, ਤੁਹਾਡਾ ਕੋਈ ਸਟੈਂਡ ਹੀ ਨਹੀਂ, ਇੱਕ ਪਾਸੇ ਤਾਂ ਹੋ ਜਾਵੋ। ਤੁਸੀਂ ਬਾਰ-ਬਾਰ ਇਹ ਕਹਿ ਰਹੇ ਆ ਕਿ ਸ਼੍ਰੋਮਣੀ ਕਮੇਟੀ ਦੀ ਮਰਿਆਦਾ ਸਿੱਖ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਦੇ ਤਹਿਤ ਭਾਈ ਗੁਰਦਾਸ ਦੀਆਂ ਵਾਰਾਂ, ਭਾਈ ਨੰਦ ਲਾਲ ਸਾਹਿਬ ਜੀ ਦੀਆਂ ਗਜ਼ਲਾਂ ਤੋਂ ਇਲਾਵਾ ਹੋਰ ਕੋਈ ਪ੍ਰਮਾਣ ਦਿੱਤਾ ਨਹੀਂ ਜਾਂਦਾ। ਚਲੋ ਭਾਈ ਗੁਰਦਾਸ ਦੀ ਗੱਲ ਸੁਣ ਲਓ। ਭਾਈ ਗੁਰਦਾਸ ਨੇ ਬਾਰ-ਬਾਰ ਇਹ ਕਿਹਾ ਨਹੀਂ ਕਿ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਕੋਈ ਇਸ ਸ੍ਰਿਸ਼ਟੀ ਨੂੰ ਤਾਰ ਨਹੀਂ ਸਕਦਾ। ਤਾਂ ਬੇਸ਼ੱਕ ਬ੍ਰਹਮ ਗਿਆਨੀ, ਬ੍ਰਹਮ ਵਿੱਚ ਅਭੇਦ ਹੋਏ ਰਿਸ਼ੀ ਦੁਸ਼ਟ ਦਮਨ ਹੀ ਕਿਉਂ ਨਾ ਹੋਣ, ਜਦੋਂ ਭਾਈ ਗੁਰਦਾਸ ਨੇ ਇਹ ਫੈਸਲਾ ਦਿੱਤਾ, ਬਾਜ ਗੁਰੂ ਡੁੱਬਾ ਜਗ ਸਾਰਾ, ਜਿੰਨਾ ਚਿਰ ਰਿਸ਼ੀ ਦੁਸ਼ਟ ਦਮਨ ਵਿੱਚ ਗੁਰੂ ਜੋਤ ਪ੍ਰਗਟ ਪ੍ਰਵੇਸ਼ ਨਹੀਂ ਹੁੰਦੀ ਤਾਂ ਫਿਰ ਰਿਸ਼ੀ ਦੁਸ਼ਟ ਦਮਨ ਕਲਿਆਣ ਕਿਵੇਂ ਕਰ ਸਕਦੇ ਆ ਮਨੁੱਖਤਾ ਦਾ? ਹਾਂਜੀ, ਜਾਂ ਫਿਰ ਤੁਸੀਂ ਇਸ ਗੱਲ ਤੋਂ ਮੁਨਕਰ ਆ ਕਿ ਗੁਰੂ ਸਾਹਿਬ ਨੂੰ ਛੱਡ ਕੇ ਕੋਈ ਹੋਰ ਭਲਾ ਕਰ ਸਕਦਾ? ਤੁਹਾਡਾ ਪ੍ਰਸ਼ਨ ਆਈ ਹੈ ਨਾ ਵੇ ਰਿਸ਼ੀ ਦੁਸ਼ਟ ਦਮਨ ਨੂੰ ਕੀ ਲੋੜ ਪੈ ਗਈ ਗੁਰੂ ਤੇਗ ਬਹਾਦਰ ਦੇ ਘਰ ਮਾਤਾ ਗੁਜਰ ਕੌਰ ਜੀ ਦੀ ਕੁੱਖ ਵਿੱਚ ਜਨਮ ਲੈਣ ਦੀ? ਦਾਸ ਬੇਨਤੀ ਕਰ ਦਵੇ, ਲੋੜ ਇਹ ਆ ਕਿ ਜਦੋਂ ਸ੍ਰਿਸ਼ਟੀ ਦੇ ਕਲਿਆਣ ਦਾ ਉੱਤਰਦਾਇਤਵ, ਸ੍ਰਿਸ਼ਟੀ ਦੇ ਕਲਿਆਣ, ਮਜਲੂਮਾਂ ਗਰੀਬਾਂ ਦੀ ਰੱਖਿਆ ਦਾ ਜਿਹੜੀ ਜਿੰਮਾ ਆ, ਜਿਹੜਾ ਕਿੱਤਾ ਹੈ, ਉਹ ਜਦੋਂ ਗੁਰੂ ਨਾਨਕ ਦੀ ਝੋਲੀ ਵਿੱਚ ਪਾ ਦਿੱਤਾ ਤੇ ਜਿਹੜੀ ਗੁਰੂ ਨਾਨਕ ਦੀ ਗੱਦੀ ਆ ਉਹ ਬੀਬੀ ਭਾਨੀ ਜੀ ਹੁਣੀ, ਉਹਨਾਂ ਦੇ ਕਰਕੇ ਜਿਹੜਾ ਵਰ ਪ੍ਰਾਪਤ ਹੋਇਆ ਕਿ ਜਿਹੜੀ ਗੁਰੂ ਨਾਨਕ ਦੀ ਗੱਦੀ ਆ ਉਹ ਸੋਢੀ ਵੰਸ਼ ਵਿੱਚ ਰਹੂਗੀ। ਤੁਸੀਂ ਮੈਨੂੰ ਦੱਸੋ ਕਿ ਪਹਾੜ ਦੇ ਵਿੱਚ ਬਿਰਾਜਮਾਨ ਰਿਸ਼ੀ ਦੁਸ਼ਟ ਦਮਨ ਬੇਸ਼ੱਕ ਪਰਮੇਸ਼ਰ ਨਾਲ ਅਭੇਦਤਾ ਕਿਉਂ ਨਾ ਪਾ ਲਵੇ, ਜਿੰਨਾ ਚੈੱਕ ਉਹ ਪਹਿਲੀ ਗੱਲ ਉਹ ਗੁਰੂ ਨਾਨਕ ਦੀ ਗੱਦੀ ਦਾ ਵਾਰਿਸ ਨਹੀਂ ਬਣਦਾ, ਤੇ ਗੁਰੂ ਨਾਨਕ ਦੀ ਗੱਦੀ ਦਾ ਵਾਰਿਸ ਬਣਨ ਵਾਸਤੇ ਸੋਢੀ ਕੁਲ ਵਿੱਚ ਅਵਤਰਿਤ ਨਹੀਂ ਹੁੰਦਾ, ਉਹਨਾਂ ਚੈੱਕ ਉਹ ਭਲਾ ਨਹੀਂ ਕਰ ਸਕਦਾ। ਇਹ ਮਰਿਆਦਾ ਭਾਈ ਗੁਰਦਾਸ ਦੀਆਂ ਵਾਰਾਂ ਨੇ ਤੇ ਬਾਰ-ਬਾਰ ਗੁਰਬਾਣੀ ਨੇ ਵੀ ਇਹ ਕਿਹਾ ਵੇ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਇਹ ਦੁਨੀਆ ਨੂੰ ਕੋਈ ਬਚਾ ਨਹੀਂ ਸਕਦਾ, ਗੁਰਪ੍ਰਸਾਦ ਹੀ ਸਭ ਕੁਝ ਹੋਵੇਗਾ। ਸੋ ਤੁਹਾਡੀ ਆਰਗੂਮੈਂਟ ਕੀ ਹੈ? ਤੁਹਾਨੂੰ ਇਹ ਇਤਰਾਜ਼ ਹੈ, ਤੁਸੀਂ ਕੀ ਇਹ ਚਾਹੁੰਦੇ ਸੀਗੇ ਕਿ ਰਿਸ਼ੀ ਦੁਸ਼ਦਮਨ ਜੀ ਥੱਲੇ ਆਉਂਦੇ ਤੇ ਸਿੱਖ ਗੁਰੂਆਂ ਦੇ ਹੁੰਦੇ ਹੋਏ ਇੱਕ ਦੂਜਾ ਧਰਮ ਚੱਲਦਾ, ਇੱਕ ਵੱਖਰਾ ਪੰਥ ਚੱਲਦਾ? ਇਹ ਤਾਂ ਮਹਾਰਾਜ ਦਾ ਪਰਉਪਕਾਰ ਆ ਕਿ ਗੁਰਸਿੱਖਾਂ ਦੇ ਵਿੱਚ ਗੁਰੂ ਨਾਨਕ ਦੇ ਘਰ ਵਿੱਚ ਰਿਸ਼ੀ ਦੁਸ਼ਦਮਨ ਜੀ ਆਏ, ਸ੍ਰੀ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਦਾ ਅਵਤਾਰ ਧਾਰਿਆ। ਇਹ ਗੱਲਾਂ
ਤੁਸੀਂ ਕਮਲੀਆਂ, ਕਿਉਂਕਿ ਤੁਸੀਂ ਪੂਰਾ ਇਤਿਹਾਸ ਨਾ ਤਾਂ ਪੜ੍ਹਦੇ ਹੋ ਨਾ ਵਿਚਾਰਦੇ ਆ। ਤੁਸੀਂ ਬਸ ਜਿਵੇਂ ਅਖਬਾਰਾਂ ਵਾਲੇ ਹੁੰਦੇ, ਮੀਡੀਆ ਵਾਲੇ, ਜਿਹੜੀ ਸਾਰਿਆਂ ਨਾਲੋਂ ਜ਼ਿਆਦਾ ਮਸਾਲੇਦਾਰ ਖਬਰ ਆ, ਜੇ ਖਬਰ ਤਾਂ ਹੁੰਦੀ ਨਹੀਂ, ਤੁਸੀਂ ਆਪਣੇ ਬਸ ਮਸਾਲਾ ਜਿਹਾ ਲਾ ਕੇ ਸੰਗਤਾਂ ਮੂਹਰੇ ਪੇਸ਼ ਕਰਦੇ ਆ ਬੜੇ ਸਫਲ ਤਰੀਕੇ ਦੇ ਨਾਲ। ਉਹ ਤੁਸੀਂ ਬਸ ਇਹ ਕੰਮਾਂ ਦੇ ਵਿੱਚ ਉਲਝੇ ਰਹਿਣਾ ਆ, ਤੱਤ ਦੀ ਗੱਲ ਤੱਕ ਤਾਂ ਤੁਸੀਂ ਕਦੇ ਪਹੁੰਚ ਹੀ ਨਹੀਂ ਸਕਦੇ। ਮੇਰੇ ਹਿਸਾਬ ਦੇ ਨਾਲ ਹਰਵਿੰਦਰ ਸਾਬਰੇ ਤਾਂ ਸਰਬਜੀਤ ਧੁੰਦੇ ਦਾ ਦਿਮਾਗ ਬਹੁਤ ਜ਼ਿਆਦਾ ਤੇਜ਼ ਆ। ਜਿਹੜੀਆਂ ਮੈਂ ਗੱਲਾਂ ਕਰ ਰਿਹਾ ਆ ਨਾ, ਇਹਨਾਂ ਦੇ ਮਨ ਨੇ ਕਈ ਵਾਰੀ ਸੋਚੀਆਂ ਹੋਣੀਆਂ, ਪਰ ਇਹ ਸੋਚਦੇ ਆ ਵੀ ਜੇ ਕਿਤੇ ਅਸੀਂ ਕਿਸੇ ਦੇ ਨਾਲ ਇਹ ਗੱਲ ਕਰ ਦਿੱਤੀ ਤੇ ਸਾਡੀ ਕਮਜ਼ੋਰੀ ਜ਼ਾਹਰ ਹੋਊਗੀ। ਉਹ ਬੇਵਕੂਫੋ, ਤੁਹਾਡੀ ਕਮਜ਼ੋਰੀ ਤੇ ਤੁਹਾਡੀਆਂ ਗੱਲਾਂ ਦੇ ਵਿੱਚ ਜਿਹੜੇ ਤੁਸੀਂ ਦਾਅਵੇ ਕਰਦੇ ਆ ਕਿ ਜੀ ਏਦਾਂ ਏਦਾਂ ਏਦਾਂ, ਉਹਦੇ ਵਿੱਚੋਂ ਜ਼ਾਹਰ ਹੁੰਦੀ ਆ ਜੀ। ਨਾਲੇ ਤੁਸੀਂ ਬਾਰ-ਬਾਰ ਰੌਲਾ ਪਾਇਆ ਕਿ ਮਾਤ ਲੋਕ ਤੁਸੀਂ ਜਦੋਂ ਹੇਮਕੁੰਟ ਸਾਹਿਬ ਜਾਂਦੇ ਆ ਉਦੋਂ ਕਿਹੜਾ ਕਿਸੇ ਹੋਰ ਦੁਨੀਆ ਵਿੱਚ ਜਾਂਦੇ ਆ, ਤੇ ਜਿਹੜੀ ਆਪਣੀ ਉਹ ਭੇਡ ਚਾਲ ਵਾਲੀ ਸੰਗਤ ਇਕੱਠੀ ਕੀਤੀ ਆ ਉਹ ਕਹਿੰਦੇ ਜੀ ਨਾ। ਹਾਂਜੀ, ਇਹ ਗੱਲ ਆ ਨਾ, ਤੁਸੀਂ ਕਹਿੰਦੇ ਵੇ ਹੇਮਕੁੰਟ ਸਾਹਿਬ ਕਿਹੜਾ ਕਿਸੇ ਹੋਰ ਦੁਨੀਆ ਵਿੱਚ ਆ, ਫਿਰ ਰਿਸ਼ੀ ਦੁਸ਼ਦਮਨ ਨੂੰ ਕਿਉਂ ਅਕਾਲਪੁਰ ਕਹਿੰਦਾ ਵੇ ਤੂੰ ਮਾਤ ਲੋਕ ਵਿੱਚ ਜਾ? ਪਹਿਲੀ ਗੱਲ, ਦਾਸ ਗਲਤ ਵੀ ਹੋ ਸਕਦਾ, ਤੁਸੀਂ ਪ੍ਰਮਾਣ ਲੱਭ ਕੇ ਦਾਸ ਨੂੰ ਦੱਸ ਦਿਓ। ਮਾਤ ਲੋਕ ਦਾ ਸ਼ਬਦ ਆਉਂਦਾ ਹੀ ਨਹੀਂ, ਲੋਕ ਵਿੱਚ ਜਾਣ ਨੂੰ ਮਹਾਰਾਜ ਕਹਿੰਦੇ ਆ, ਤੇ ਲੋਕ ਸ਼ਬਦ ਹੀ ਰਿਸ਼ੀ ਦੁਸ਼ਦਮਨ ਕਹਿੰਦਾ ਵੇ ਮੈਨੂੰ ਲੋਕ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਭੇਜਿਆ। ਜੇ ਮਾਤ ਲੋਕ ਗੱਲ ਵੀ ਲਈਏ, ਤੁਸੀਂ ਆਪਣੇ ਸਵਾਲਾਂ ਦਾ ਜਵਾਬ ਆਪ ਦਿੰਨੇ ਆ। ਮਾਤ ਲੋਕ ਤੁਸੀਂ ਇਹ ਕਹਿੰਦੇ ਨਾ ਕਿ ਇਹ ਧਰਤੀ ਤੋਂ ਕੋਈ ਵੱਖਰਾ ਆ, ਤੁਸੀਂ ਆਪਣੇ ਆਪ ਹੀ ਤਾਂ ਇਹ ਸਾਰਾ ਜਿਹੜਾ ਮਿਥਿਹਾਸ ਹੈ ਇਹ ਵਿੱਚ ਲੈ ਕੇ ਆਉਂਦੇ ਆ ਵੀ ਹੋਰ ਲੋਕਾਂ ਦਾ ਏਦਾਂ ਜੀ ਏਦਾਂ। ਧੁੰਦੇ ਨੇ ਜਦੋਂ ਸਹਿਮਤੀ ਦਿੱਤੀ, ਉਹਨੇ ਕਿਹਾ ਸਾਰਿਆਂ ਨਾਲੋਂ ਵੱਡੀ ਗੱਲ ਇਹ ਆ ਕਿ ਮਹਾਰਾਜ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਵਰਣਨ ਆਉਂਦਾ ਆ ਕਿ ਸਿੱਧ ਛਪ ਬੈਠੇ ਪਰਬਤੀ ਕੌਣ ਜਗਤਰ ਕੋ ਪਾਰ ਤਾਰਾ ਵੇ। ਜਿਹੜੇ ਸਿੱਧ ਮੰਡਲੀ ਸੀ ਉਹ ਜਾ ਕੇ ਸੁਮੇਰ ਪਰਬਤ ਉੱਪਰ ਚੜ ਗਈ ਸੀ, ਤੇ ਉਹ ਮਤਲਬ ਭਾਈ ਗੁਰਦਾਸ ਕਹਿੰਦੇ ਵੀ ਜਦੋਂ ਸਿੱਧ ਮੰਡਲੀ ਉੱਤੇ ਚੜ ਗਈ ਤੇ ਫਿਰ ਜਗਤ ਨੂੰ ਤਾਰਨ ਕਿਉਂ ਆਉਂਦਾ? ਉਹ ਜਿਹੜੀ ਇਹ ਸੋਚ ਆ ਉਹ ਰਿਸ਼ੀ ਦੁਸ਼ਦਮਨ ਤੇ ਲਾਗੂ ਕਰਨਾ ਚਾਹੁੰਦਾ ਆ ਵੀ ਮਹਾਰਾਜ ਨੂੰ ਕੀ ਲੋੜ ਪੈ ਗਈ ਪਹਾੜਾਂ ਤੇ ਜਾ ਕੇ ਲੁਕਣ ਦੀ। ਇਹ ਜਿਹੜੀ ਮਾਤ ਲੋਕ ਵਾਲੀ ਪਹਿਲੀ ਗੱਲ ਆ ਨਾ, ਉਹ ਇਸੇ ਹੀ ਜਿਹੜੀ ਇਹ ਪੌੜੀ ਆ ਨਾ ਵਾਰ ਦੀ, ਜਿਹੜੀ ਇਹ ਪੌੜੀ ਆ ਇਹਦੇ ਵਿੱਚ ਸਪਸ਼ਟੀ ਆਉਂਦੀ ਆ। ਫਿਰ ਪੁੱਛਣ ਸਿੱਧ ਨਾਨਕਾ ਮਾਤ ਲੋਕ ਵਿੱਚ ਕਿਆ ਵਰਤਾਰਾ, ਸਭ ਸਿੱਧੀ ਇਹੋ ਬੁੱਝਿਆ ਕਲ ਤਾਰਨ ਨਾਨਕ ਅਵਤਾਰਾ। ਹਾਂਜੀ, ਸਿੱਧ ਪੁੱਛਦੇ ਆ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ, ਸੁਮੇਰ ਪਰਬਤ ਤੇ ਸਿੱਧ ਗੁਰੂ ਨਾਨਕ ਨੂੰ ਪੁੱਛ ਰਿਹਾ ਮਾਤ ਲੋਕ ਵਿੱਚ ਕਿਆ ਵਰਤਾਰਾ। ਫਿਰ ਉਹ ਸਿੱਧ ਜਿਹੜੇ ਆ ਉਹਨਾਂ ਨੂੰ ਨਹੀਂ ਪਤਾ ਸੀ ਕਿ ਅਸੀਂ ਮਾਤ ਲੋਕ 'ਚ ਬੈਠੇ ਆ, ਉਹ ਕਿਉਂ ਪੁੱਛ ਰਹੇ ਵੇ ਮਾਤ ਲੋਕ ਵਿੱਚ ਕਿਆ ਵਰਤਾਰਾ? ਇਹ ਕਮਲੀਆਂ ਗੱਲਾਂ ਆ। ਮਾਤ ਲੋਕ ਭਾਵ ਜਿੱਥੇ ਮਾਤਰ ਭੂਮੀ ਹੋਵੇ, ਜਾਂ ਮਾਤ ਲੋਕ ਦਾ ਸੰਕੇਤ ਜਿਹੜਾ ਹੈ ਜਿੱਥੇ ਆਬਾਦੀ ਹੋਵੇ। ਪਰ ਇਹ ਜਿਹੜੇ ਸ਼ਬਦ ਨੇ ਮਾਤ ਲੋਕ, ਇਹ ਤਾਂ ਆਉਂਦੇ ਵੀ ਨਹੀਂ। ਸੋ ਇਸ ਤਰੀਕੇ ਦੇ ਨਾਲ ਇਹਨਾਂ ਦੀਆਂ ਜਿਹੜੀਆਂ ਹਰਕਤਾਂ ਆ ਨਾ, ਇਹਨਾਂ ਤੋਂ ਬਚਣ ਦੀ ਆਪਾਂ ਨੂੰ ਬਹੁਤ ਜ਼ਿਆਦਾ ਲੋੜ ਆ। ਇਹ ਸਵਾਲ ਹੀ ਪੁੱਠਾ ਆ ਕਿ ਦੂਸਰਾ ਜਨਮ ਗੁਰੂ ਤੇਗ ਬਹਾਦਰ ਦੇ ਘਰ ਵਿੱਚ ਸਿਰਫ ਤਾਂ ਸਿਰਫ 200 ਕਿਲੋਮੀਟਰ ਜਾਣ ਵਾਸਤੇ ਕਿਉਂ ਲਿਆ ਗਿਆ? ਮੇਰੀ ਗੱਲ ਸੁਣੋ। ਪਹਿਲੀ ਗੱਲ ਕਿ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਅਵਤਾਰ ਹੋਇਆ, ਮਹਾਰਾਜ ਨੂੰ ਗੁਰਗੱਦੀ ਮਿਲੀ ਤੇ ਮਹਾਰਾਜ ਦੇ ਘਰ ਸਾਹਿਬਜ਼ਾਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ। ਕਿ ਗੁਰੂ ਤੇਗ ਬਹਾਦਰ ਸਾਹਿਬ ਉਸ ਵੇਲੇ ਯੋਗ ਨਹੀਂ ਸਨ ਗੁਰਗੱਦੀ ਦੇ? ਹਾਂਜੀ, ਉਸ ਵੇਲੇ ਕੀ ਉਹ ਯੋਗ ਨਹੀਂ ਸਨ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪਹਿਲੋਂ ਗੁਰੂ ਹਰ ਰਾਏ ਨੂੰ ਗੁਰਗੱਦੀ ਦਿੱਤੀ ਤੇ ਫਿਰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਇੱਕ ਬੱਚੇ ਨੂੰ ਗੁਰਗੱਦੀ ਮਹਾਰਾਜ ਨੇ ਦਿੱਤੀ। ਗੁਰੂ ਜੋਤ ਇੱਕ ਬੱਚੇ ਦੇ ਵਿੱਚ ਪ੍ਰਵੇਸ਼ ਹੋਈ ਤਾਂ ਉਸ ਤੋਂ ਮਗਰੋਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਮਿਲੀ। ਹਾਂਜੀ, ਜੇ ਇਸੇ ਲੌਜਿਕ ਤਰਕ ਦੇ ਨਾਲ ਜਾਣਾ, ਕੱਲ ਨੂੰ ਇਹਨਾਂ ਨੇ ਗੁਰੂਆਂ ਦਾ ਕ੍ਰਮ ਵੀ ਵਿਗਾੜ ਦੇਣਾ ਕਿ ਗੁਰੂ ਹਰਕ੍ਰਿਸ਼ਨ ਤਾਂ ਬੱਚਾ ਸੀ, ਉਹਨੂੰ ਗਿਆਨ ਕਿੱਥੋਂ ਹੋ ਸਕਦਾ ਸੀ। ਇਹ ਬੜੀ ਗੁਸਤਾਖੀ ਵਾਲੀ ਗੱਲ ਹੈ। ਇਦਾਂ ਦੇ ਪ੍ਰਸ਼ਨ ਜੇ ਆਪਾਂ ਇਸੇ ਹਿਸਾਬ ਨਾਲ ਚੱਲਦੇ ਰਹੇ, ਆਹ ਕੁਛ ਹੀ ਨਿਕਲਣਾ। ਇਹਨਾਂ ਨੇ ਕਹਿਣਾ ਹੈ ਵੇ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਫਿਰ ਗੁਰੂ ਤੇਗ ਬਹਾਦਰ ਮਹਾਰਾਜ। ਵਿਚਾਲੇ ਵਾਲੇ ਗੁਰੂਆਂ ਨੇ ਕਹਿਣਾ ਵੀ ਇਹਦੀ ਲੋੜ ਹੀ ਕੀ ਸੀ। ਇਹ ਅਸਲ ਦੇ ਵਿੱਚ ਤੁਸੀਂ ਇਹਨਾਂ ਦੇ ਦਿਮਾਗ ਨੂੰ ਸਮਝੋ, ਫਿਰ ਤੁਸੀਂ ਕਿਹੜੀ ਕਿਹੜੀ ਸ਼ੰਕਾ ਤੇ ਗੱਲ ਕਰੋਗੇ। ਫਿਰ ਮੁੜ ਕੇ ਉਹ ਗੱਲ ਵੀ ਤੁਸੀਂ ਪੰਥ ਨੂੰ ਵੱਖਰਾ ਕਰਦੇ ਆ। ਬਚਿੱਤਰ ਨਾਟਕ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੋਢੀਆਂ ਦਾ ਤੇ ਬੇਦੀਆਂ ਦਾ ਤੇ
ਭੱਲੇ ਵੰਸ਼ ਦਾ ਤੇ ਤ੍ਰੇ ਵੰਸ਼ ਦਾ, ਇਹ 4 ਵੰਸ਼ਾਂ ਦੀ ਜਿਹੜੀ ਬੰਸਾਵਲੀ ਆ ਉਹ ਮਹਾਰਾਜ ਦਿੰਦੇ ਆ। ਮੈਂ ਅਰਜ਼ ਕਰਾਂ ਕਿ ਦੁਨੀਆ ਦੇ ਵਿੱਚ ਨਾ ਇਹ 3 ਕੌਮਾਂ ਆ ਜਿਨ੍ਹਾਂ ਦਾ ਆਪਸ ਵਿੱਚ ਹੀ ਬਹੁਤ ਜ਼ਿਆਦਾ ਵਿਵਾਦ ਆ। ਆਪਣੇ ਯਹੂਦੀ, ਫਿਰ ਈਸਾਈ ਤੇ ਫਿਰ ਮੁਸਲਮਾਨ। ਯਹੂਦੀ ਆਪਣੇ ਰਹਿਬਰਾਂ ਨੂੰ ਮੰਨਦੇ ਆ। ਜਿਹੜੇ ਈਸਾਈ ਆ ਉਹ ਕਹਿੰਦੇ ਵੇ ਉਹਨਾਂ ਰਹਿਬਰਾਂ ਦੇ ਵਿੱਚੋਂ ਈਸਾ ਜੀ ਹੋਏ, ਤੇ ਜਿਹੜੇ ਮੁਸਲਮਾਨ ਆ ਉਹ ਕਹਿੰਦੇ ਵੇ ਇਸੇ ਜਿਹੜੀ ਰਹਿਬਰਾਂ ਦੀ, ਪੈਗੰਬਰਾਂ ਦੀ ਜਿਹੜੀ ਪ੍ਰਣਾਲੀ ਆ ਉਹਦੇ ਵਿੱਚ ਹੀ ਹਜ਼ਰਤ ਮੁਹੰਮਦ ਸਾਹਿਬ ਅਖੀਰਲੇ ਹੋਏ। ਜਿਹੜੇ ਯਹੂਦੀ ਆ ਉਹ ਕਹਿੰਦੇ ਵੇ ਭਲਾ ਈਸਾ ਜੀ ਦੀ ਕੀ ਲੋੜ ਪੈ ਗਈ, ਤੇ ਈਸਾ ਵਾਲੇ ਕਹਿੰਦੇ ਆ ਵੀ ਭਲਾ ਹਜ਼ਰਤ ਮੁਹੰਮਦ ਸਾਹਿਬ ਦੀ ਕੀ ਲੋੜ ਪੈ ਗਈ। ਸਾਡੇ ਅਵਤਾਰ ਨੇ ਪੂਰਾ ਸੰਦੇਸ਼ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੱਸਦੇ ਨੇ ਕਿ ਸਾਡਾ ਜਿਹੜਾ ਵੰਸ਼ ਆ ਉਹ ਰਾਮਚੰਦਰ ਤੇ ਕ੍ਰਿਸ਼ਨ ਦੇ ਵੰਸ਼ ਦੇ ਨਾਲ ਸੰਬੰਧ ਰੱਖਦਾ ਸੋਢੀਆਂ ਤੇ ਬੇਦੀਆਂ ਵਿੱਚ ਤਬਦੀਲ ਹੁੰਦਾ। ਸੋ ਜਿਹੜੀ ਇਹ ਗੱਲ ਆ ਕਿ ਪਹਿਲੀ ਗੱਲ ਤਾਂ ਤੁਸੀਂ ਵਖਰੇਵਾਂ ਪਾਉਂਦੇ ਆ ਗੁਰੂ ਨਾਨਕ ਦੇ ਵਿੱਚ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿੱਚ। ਦਾਸ ਅਰਜ਼ ਕਰ ਦੇਵੇ ਕਿ ਵਿਚਿੱਤਰ ਨਾਟਕ ਦੇ ਵਿੱਚ ਵਖਰੇਵੇਂ ਦੀ ਤਾਂ ਕੀ ਗੱਲ, ਬਾਇਓਲੋਜਿਕਲੀ ਖੂਨ ਦਾ ਸੰਬੰਧ ਵੀ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮਿਲਦਾ ਪ੍ਰਾਪਤ ਹੁੰਦਾ, ਤੇ ਹੋਰ ਤੁਹਾਨੂੰ ਵਖਰੇਵੇਂ ਦੀ ਕਿਹੜੀ ਗੱਲ ਆ। ਦੂਸਰੀ ਗੱਲ ਇਹ ਆ, ਜਿਹੜੀ ਗੱਲ ਤੋਂ ਆਪਾਂ ਸ਼ੁਰੂ ਕੀਤਾ ਵੇ ਈਸਾਈਆਂ ਦਾ ਮੁਸਲਮਾਨਾਂ ਦੇ ਨਾਲ ਤੇ ਯਹੂਦੀਆਂ ਦਾ ਵੀ ਈਸਾਈਆਂ ਤੇ ਮੁਸਲਮਾਨਾਂ ਦੇ ਨਾਲ ਆਪਸੀ ਬਹੁਤ ਵੈਰ ਵਿਰੋਧ ਆ, ਉਹ ਗੱਲ ਤੇ ਦਾਸ ਆਵੇ ਕਿ ਜਿਹੜੀ ਹਿੰਦੁਸਤਾਨ ਦੀ ਸਨਾਤਨ ਮੱਤ ਆ, ਜਿਹੜੇ ਕ੍ਰਿਸ਼ਨ ਦੇ ਰਾਮਚੰਦਰ ਜੀ ਦੇ ਉਪਾਸ਼ਕ ਆ, ਉਹ ਕਹਿੰਦੇ ਆ ਵੀ ਭਲਾ ਗੁਰੂ ਨਾਨਕ ਮਹਾਰਾਜ ਦੀ ਕੀ ਲੋੜ ਪੈ ਗਈ ਹਨਾ, ਵੀ ਭਲਾ ਗੁਰੂ ਨਾਨਕ ਮਹਾਰਾਜ ਦੀ ਕੀ ਹੋਂਦ ਆ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੀ ਲੋੜ ਆ। ਉਹ ਸਾਰੀ ਗੱਲ ਦੀ ਸਪਸ਼ਟੀ ਬਚਿੱਤਰ ਨਾਟਕ ਵਿੱਚ ਦਿੱਤੀ ਆ ਕਿ ਕਿਸ ਤਰੀਕੇ ਦੇ ਨਾਲ ਉਹ ਸਾਰਾ ਜਿਹੜਾ ਮਿਥਿਹਾਸ ਲਵ ਕੁਸ਼ ਬਾਰੇ ਦੱਸਿਆ ਸੀ। ਇਹਨਾਂ ਨੇ ਆਪਣੀ ਗ੍ਰੰਥਾਂ ਵਿੱਚ ਇਹਨਾਂ ਨੂੰ ਬਹੁਤ ਵੱਡੇ ਕਰਕੇ, ਰਾਮਚੰਦਰ ਜੀ ਨੂੰ, ਕ੍ਰਿਸ਼ਨ ਜੀ ਨੂੰ ਬਹੁਤ ਵੱਡੇ ਕਰਕੇ ਲਿਖਿਆ ਸੀ। ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਹਕੀਕਤ ਬਖਸ਼ੀ, ਸਚਾਈ ਬਖਸ਼ੀ। ਜਿਹੜੇ ਪੜਦੇ ਸਾਡੇ ਤੇ ਬ੍ਰਾਹਮਣ ਪਾਉਣਾ ਚਾਹੁੰਦੇ ਸੀ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚੱਕੇ ਬਾਹਮਣਵਾਦ ਦੇ ਪੜਦੇ ਮਹਾਰਾਜ ਨੇ ਦੱਸਿਆ। ਫਿਰ ਲਵ ਹੋਏ ਤੇ ਕੁਸ਼ ਹੋਏ, ਇੱਕ ਨੇ ਲਾਹੌਰ ਵਸਾਇਆ, ਦੂਜੇ ਨੇ ਕਸੂਰ ਵਸਾਇਆ, ਆਪਸ ਵਿੱਚ ਹੀ ਲੜ ਕੇ ਜਿਹਨਾਂ ਪਿੱਛੇ ਇੰਨੀ ਜਿਹਨਾਂ ਕੋਲ ਮਲਕੀਅਤ ਸੀਗੀ ਮਗਰੋਂ 20 ਪਿੰਡਾਂ ਦੇ ਰਾਜੇ ਬਣ ਕੇ ਰਹਿ ਗਏ। ਹਾਂਜੀ, ਇਹ ਸਾਰਾ ਮਹਾਰਾਜ ਨੇ ਦੱਸਿਆ। ਫਿਰ ਸਮਾਂ ਕਿੱਦਾਂ ਭਿਆਨਕ ਹੋਇਆ, ਇਹ ਕੁੱਲਾਂ ਕਿੱਦਾਂ ਖਰਾਬ ਹੋਈਆਂ, ਤੇ ਫਿਰ ਕੀ ਲੋੜ ਪੈ ਗਈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਆਉਣ ਦੀ, ਤੇ ਕਿੱਥੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੰਸ਼ ਦੇ ਵਿੱਚ ਆਉਂਦਾ, ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ। ਇਹ ਸਾਰੀ ਗੱਲ ਦੀ ਸਪਸ਼ਟੀ ਗੁਰੂ ਮਹਾਰਾਜ ਬਚਿੱਤਰ ਨਾਟਕ ਦੇ ਵਿੱਚ ਦਿੰਦੇ ਨੇ। ਸੋ ਦਾਸ ਹੋਰ ਪਤਾ ਨਹੀਂ ਇਹਨਾਂ ਨੂੰ ਕੀ ਜਵਾਬ ਦਈਏ, ਕਿਹੜੀ ਗੱਲ ਦਾ। ਇਹ ਹੁਣ ਆਪਾਂ ਇਕੱਲੇ ਹੇਮਕੁੰਟ ਸਾਹਿਬ ਵਾਲੇ ਵਿਸ਼ੇ ਤੇ ਆਪਾਂ ਗੱਲ ਕਰ ਰਹੇ ਹਾਂ। ਜੇ ਆਪਾਂ ਬਾਕੀ ਇਹਨਾਂ ਦੇ ਮਾਸ ਖਾਣ ਵਾਸਤੇ ਜਿਹੜੀ ਹਦਾਇਤ ਕਰਦੇ ਆ, ਜੇ ਫਿੱਟ ਬਹਿੰਦਾ ਤਾਂ ਖਾਓ, ਨਹੀਂ ਫਿੱਟ ਬਹਿੰਦਾ ਤਾਂ ਨਾ ਖਾਓ, ਹੋਰ ਹਦਾਇਤਾਂ ਜਿਹੜੀਆਂ ਕਰਦੇ ਆ ਵੀ ਸਿਮਰਨ ਕਰਨ ਦੀ ਕੀ ਲੋੜ ਹੈ, ਜੇ ਸਾਰੀਆਂ ਗੱਲਾਂ ਦਾ ਜਵਾਬ ਕਰਨ ਦਈਏ ਨਾ ਤੇ ਮੇਰੇ ਹਿਸਾਬ ਨਾਲ ਮੈਂ ਅੱਜ ਦਾ ਬੈਠਾ ਤਾਂ ਕੱਲ ਨੂੰ ਵੀ ਨਹੀਂ ਸਮਾਪਤੀ ਕਰ ਸਕੂੰਗਾ, ਪਤਾ ਨਹੀਂ ਕਿੰਨੇ ਦਿਨ ਲਗਾਤਾਰ ਬੋਲਣਾ ਪਵੇਗਾ। ਸੋ ਇਹਨਾਂ ਦੇ ਜਿਹੜੀ ਅਗਲੀ ਗੱਲ ਆ ਉਹਦੇ ਵੱਲ ਵਧੀਏ। ਇਹ ਪੰਕਤੀਆਂ ਜਿਹੜੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਮਹਾਰਾਜ ਦੇ ਬਾਬਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਿੱਤਰ ਨਾਟਕ ਵਿੱਚ ਇਸ ਤਰੀਕੇ ਦੇ ਨਾਲ ਲਿਖਿਆ। ਇਹ ਖੰਡਨ ਕਰਦੇ ਆ। ਪੰਕਤੀਆਂ ਨੇ ਮੁਰ ਪਿਤ ਪੂਰਬ ਕੀਸ ਭਿਆਨਾ, ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤ੍ਰਿਵੇਣੀ ਭਏ, ਪੁੰਨ ਦਾਨ ਦਿਨ ਕਰਤ ਬਿਤਾਏ, ਤਹਿ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੈ ਭਵ ਲੈਓ। ਇਹ ਸਵਾਲ ਉਠਾਉਂਦਾ ਕੀ ਸਿੱਖ ਨੂੰ ਆਗਿਆ ਹੈਗੀ ਆ ਤੀਰਥ ਸਥਾਨਾਂ ਤੇ ਇਸ਼ਨਾਨ ਕਰਨ ਦੀ। ਉਹ ਕਹਿ ਰਿਹਾ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੀ ਲੋੜ ਪੈ ਗਈ ਤੀਰਥਾਂ ਤੇ ਜਾਣ ਦੀ। ਦਾਸ ਕਹਿ ਦੇਵੇ ਗੁਰਬਾਣੀ ਦਾ ਇੱਕ ਸ਼ਬਦ ਆ 1116 ਅੰਗ ਤੇ ਤੁਖਾਰੀ ਰਾਗ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਸਿੱਖ ਸੰਗਤਾਂ ਨੇ ਪੁੱਛਿਆ ਕਿ ਗੁਰੂ ਅਮਰਦਾਸ ਮਹਾਰਾਜ ਨੇ ਪਹਿਲੋਂ 20 ਵਾਰੀ ਗੰਗਾ ਵਿੱਚ ਇਸ਼ਨਾਨ ਕੀਤਾ ਤੇ ਮਗਰੋਂ ਵੀ ਸਿੱਖਾਂ ਦੀ ਕਲਿਆਣ ਵਾਸਤੇ 21ਵੀਂ ਵਾਰੀ ਵੀ ਗੰਗਾ ਮਹਾਰਾਜ ਗਏ ਨੇ। ਤੁਸੀਂ ਸਾਨੂੰ ਦੱਸੋ ਵੇ ਗੰਗਾ ਜਾਣ ਦਾ ਪ੍ਰਯੋਜਨ ਕੀ, ਤੀਰਥ ਯਾਤਰਾ ਤੇ ਜਾਣ ਦਾ ਪ੍ਰਯੋਜਨ ਕੀ ਹੁੰਦਾ ਸਤਿਗੁਰਾਂ ਦੇ। ਉਸ ਵੇਲੇ ਸਤਿਗੁਰਾਂ ਨੇ ਜਵਾਬ ਦਿੱਤਾ, ਤੀਰਥ ਉਦਮ ਸਤਿਗੁਰੂ ਕੀਆ, ਸਭ ਲੋਕ ਉਦਰਣ ਅਰਥਾ,
ਲੋਕਾਂ ਦੇ ਉਧਾਰ ਦਾ ਹਿੱਤ ਮਨ ਵਿੱਚ ਰੱਖ ਕਰਕੇ ਸਤਿਗੁਰੂ ਸਾਹਿਬ ਜੀ ਤੀਰਥ ਯਾਤਰਾ ਕਰਦੇ। ਜਿਹੜੀ ਇਹ ਸ਼ੰਕਾ ਮਨ ਵਿੱਚ ਲਿਆਉਂਦੇ ਆ ਨਾ ਕਿ ਗੁਰੂ ਤੇਗ ਬਹਾਦਰ ਨੂੰ ਕੀ ਲੋੜ ਪੈ ਗਈ ਤੀਰਥ ਤੇ ਜਾਣ ਦੀ, ਇਹ ਮਤਲਬ ਇਹ ਸ਼ੰਕਾ ਕਰਨਾ ਵੀ ਗਲਤ ਹੀ ਆ ਕਿ ਤੁਸੀਂ ਆਪਣੀ ਗੰਦੀ ਸੋਚ ਵਿੱਚ ਇਹ ਸੋਚਦੇ ਆ ਕਿ ਸਤਿਗੁਰੂ ਜਿਹੜੇ ਸ਼ੁੱਧਤਾ ਦੀ ਸਾਰ ਆ, ਸ਼ੁੱਧਤਾ ਦੀ ਵੀ ਸ਼ੁੱਧ, ਸੁੱਚਮ ਦੀ ਵੀ ਸੁੱਚਮ, ਸੁੱਚਮਤਾ ਦੀ ਸ਼ੁੱਧੀ ਦੀ ਮੂਰਤ ਜਿਹੜੇ ਗੁਰੂ ਸਾਹਿਬ ਆਪ ਨੇ, ਆਪ ਨਾਰਾਇਣ ਕਲਾਧਾਰ ਨੇ, ਉਸ ਵਿਅਕਤੀ ਨੂੰ ਕੀ ਲੋੜ ਪੈ ਗਈ ਤੀਰਥਾਂ ਤੇ ਜਾ ਕੇ ਸ਼ੁੱਧ ਹੋਣ ਦੀ। ਮਹਾਰਾਜ ਦੀ ਗੁਰਬਾਣੀ ਨੇ ਆਪ ਦੱਸਿਆ ਕਿ ਸਤਿਗੁਰੂ ਸਾਹਿਬ ਜੀ ਤੀਰਥਾਂ ਤੇ ਯਾਤਰਾ ਤਾਂ ਕਰਦੇ ਆ ਆਪਣੀਆਂ ਸਿੱਖ ਸੰਗਤਾਂ ਨੂੰ ਤਾਰਨ ਵਾਸਤੇ। ਦਾਸ ਕਈ ਵਾਰੀ ਸੋਚਦਾ ਹੁੰਦਾ ਕਿ ਆਪਣੇ ਮਨ ਵਿੱਚ ਕਈ ਵਾਰੀ ਸਵਾਲ ਆਉਂਦਾ ਕਿ ਗੁਰੂ ਨਾਨਕ ਸਾਹਿਬ 550 ਸਾਲ ਪਹਿਲਾਂ ਕਿਉਂ ਅਵਤਾਰ ਧਾਰਿਆ ਤੇ ਅੱਜ ਕਿਉਂ ਨਹੀਂ। ਦਾਸ ਇਹ ਦੋਨੇ ਹੱਥ ਜੋੜ ਕੇ ਪਹਿਲਾਂ ਹੀ ਖਿਮਾ ਮੰਗ ਲਵੇ। ਜੇ ਕਿਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਵਤਾਰ ਅੱਜ ਤੋਂ 10-12 ਸਾਲ ਪਹਿਲਾਂ ਹੁੰਦਾ ਜਾਂ 20-30 ਸਾਲ ਪਹਿਲਾਂ ਹੁੰਦਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਹਰਿਦੁਆਰ ਜਾਂਦੇ, ਮੱਕੇ ਜਾਂਦੇ, ਤਾਂ ਮਾਫ ਕਰਨਾ NDTV ਤੇ ਇੱਕ ਪਾਸੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਤੁਸੀਂ ਕਹਿਣਾ ਸੀ ਵੀ ਤੁਸੀਂ ਹਾਜ਼ਰ ਹੋਵੋ, ਤੇ ਦੂਜੇ ਪਾਸੇ ਸਾਰੇ ਨਾਸਤਕਾਂ ਨੇ ਹੋਣਾ ਸੀ ਕਹਿਣਾ ਬਾਬਾ ਤੂੰ ਕਿਉਂ ਗਿਆ ਹਰਿਦੁਆਰ, ਤੂੰ ਬਾਹਮਣ ਆ, ਤੂੰ ਕਿਉਂ ਗਿਆ ਮੱਕੇ, ਤੂੰ ਮੁਸਲਮਾਨ ਆ। ਇਹੋ ਜਿਹੇ ਜਿਹੜੇ ਇਹ ਪ੍ਰਸ਼ਨ ਆ ਤੁਸੀਂ ਗੁਰੂ ਨਾਨਕ ਮਹਾਰਾਜ ਜੀ ਦੇ ਉੱਚੇ ਸੁੱਚੇ ਪ੍ਰਚਾਰ ਨੂੰ ਸਮਰਪਿਤ ਮਹਾਰਾਜ ਦੇ ਜੀਵਨ ਤੇ ਤੁਸੀਂ ਇਹੋ ਜਿਹੇ ਸ਼ੰਕੇ ਉਠਾਉਨੇ ਆ। ਦਾਸ ਇਤਿਹਾਸਿਕ ਦੱਸ ਦੀ ਬੇਨਤੀ ਕਰ ਦੇਵੇ ਕਿ ਸਤਿਗੁਰ ਸੱਚੇ ਪਾਤਸ਼ਾਹ ਪੂਰਬ ਵੱਲ ਕਿਉਂ ਗਏ। ਇਤਿਹਾਸਕਾਰ ਵੀ ਇਸ ਗੱਲ ਤੇ ਸਹਿਮਤ ਨੇ ਕਿ ਰਾਜਾ ਬਿਸ਼ਨ ਸਿੰਘ ਹੋਇਆ ਇੱਕ, ਜਿਹੜਾ ਰਾਜਾ ਬਿਸ਼ਨ ਸਿੰਘ ਹੋਇਆ ਇਹਨੂੰ ਔਰੰਗਜ਼ੇਬ ਨੇ, ਨਰੰਗੇ ਨੇ ਇਹ ਹਦਾਇਤ ਕੀਤੀ, ਇਹ ਹੁਕਮ ਲਾਇਆ ਕਿ ਤੂੰ ਕਮਰੂਪ ਤੇ ਚੜ੍ਹਾਈ ਕਰਨੀ ਆ। ਔਰ ਇਹ ਜਿਹੜਾ ਸੀ, ਇਹ ਜਿਹੜੀ ਮੁਹਿੰਮ ਸੀ, ਇਹ ਜਿਹੜੀ ਇਹ ਕੈਂਪੇਨ ਸੀ, ਇਹ ਬੜਾ ਖਤਰਾ ਮੁੱਲ ਲੈਣ ਵਾਲੀ ਗੱਲ ਸੀ। ਜਿਹੜੀ ਰਾਜੇ ਦੀ ਮਾਂ ਸੀ ਉਹਨੇ ਸੁਣਿਆ ਸੀ ਵੀ ਗੁਰੂ ਤੇਗ ਬਹਾਦਰ ਬੜੇ ਦਿਆਲੂ ਕਿਰਪਾਲੂ ਨੇ, ਤੂੰ ਉਹਨਾਂ ਦੀ ਸ਼ਰਨ ਵਿੱਚ ਜਾ, ਜਿਹੜੇ ਤੇਗ ਦੇ ਵੀ ਧਨੀ ਨੇ ਤਾਂ ਮਹਾ ਤਿਆਗੀ ਵੀ ਨੇ, ਤੂੰ ਉਹਨਾਂ ਦੀ ਸ਼ਰਨ ਵਿੱਚ ਜਾ, ਉਹ ਤੈਨੂੰ ਬਚਾ ਸਕਣਗੇ। ਸਤਿਗੁਰੂ ਸਾਹਿਬ ਜੀ ਉਸ ਦੀ ਬੇਨਤੀ ਉੱਪਰ ਇਹਨਾਂ ਨੇ ਮਹਾਰਾਜ ਨੇ ਬਿਆਨਾ ਕੀਤਾ। ਦੂਜੀ ਅਰਜ਼ ਕਰੇ ਕਿ ਸਤਿਗੁਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਜਿਹੜੇ ਸਿੱਖ ਸਨ ਉਹ ਇਕੱਲੇ ਪੰਜਾਬ ਵਿੱਚ ਸਨ? ਨਹੀਂ, ਜਿੱਥੇ ਜਿੱਥੇ ਗੁਰੂ ਨਾਨਕ ਨੇ ਪ੍ਰਚਾਰ ਕੀਤਾ ਉੱਥੇ ਉੱਥੇ ਸਿੱਖ ਸਨ। ਗੁਰੂ ਤੇਗ ਬਹਾਦਰ ਦੇ ਸਮੇਂ ਕਈ ਸਾਖੀਆਂ ਮਿਲਦੀਆਂ, ਉਹਨਾਂ ਵਿੱਚ ਇੱਕ ਮਸ਼ਹੂਰ ਸਿੱਖ ਦਾ ਨਾਂ ਜਿਹੜਾ ਇਸ ਇਲਾਕੇ ਵਾਰਾਣਸੀ ਵਿੱਚ ਸੀ, ਉਹ ਸੀ ਫੱਗੂ, ਚਾਚਾ ਫੱਗੂ, ਜਿਹਦਾ ਇਤਿਹਾਸ ਆਉਂਦਾ। ਸਤਿਗੁਰੂ ਆਪਣੇ ਸਿੱਖਾਂ ਦੀ ਕਲਿਆਣ ਦੇ ਹੇਤ ਇੱਧਰ ਆਏ ਆ। ਸੋ ਜਿਹੜੀ ਇਹ ਤ੍ਰਿਵੇਣੀ ਤੇ ਜਾਣ ਦੀ, ਤ੍ਰਿਵੇਣੀ ਪ੍ਰਯਾਗਰਾਜ ਇਲਾਹਾਬਾਦ ਭਾਵ ਇਲਾਹਾਬਾਦ ਵਿੱਚ ਸਤਿਗੁਰੂ ਆਏ। ਉੱਥੇ ਹਵੇਲੀ ਆ, ਇੱਕ ਭਗਤ ਦੀ ਹਵੇਲੀ ਸੀ, ਉਹਦਾ ਨਾਂ ਸੀ ਖੱਤਰੀ ਭਗਤ। ਖੱਤਰੀ ਭਗਤ ਦੀ ਹਵੇਲੀ ਵਿੱਚ ਤੀਰਥ ਮਜਨ ਕੀਨ ਬਹਾਨਾ, ਸਿੱਖਨ ਹੇਤ ਕਰਨ ਕਲਿਆਣਾ, ਸਿੱਖਾਂ ਦਾ ਕਲਿਆਣ ਕਰਨ ਵਾਸਤੇ ਮਹਾਰਾਜ ਉੱਥੇ ਆਏ ਨੇ। ਠੀਕ ਹੈ, ਫਿਰ ਉਹ ਇਸ ਗੱਲ ਤੇ ਵੀ ਮਤਲਬ ਪੂਰੀ ਸ਼ੰਕਾ ਤਾਂ ਨਹੀਂ ਕਰਦਾ, ਪਰ ਕਿਉਂਕਿ ਉਹਨੂੰ ਇਹ ਮੰਨਣਾ ਪੈਂਦਾ ਨਾ ਕਿ ਗੁਰੂ ਸਾਹਿਬ ਦਾ ਅਵਤਾਰ ਪਟਨੇ ਸ਼ਹਿਰ ਵਿੱਚ ਹੀ ਹੋਇਆ, ਪਟਨੇ ਸਾਹਿਬ ਵਿੱਚ ਹੀ। ਜੇ ਉਹ ਇਸ ਗੱਲ ਤੇ ਵੀ ਖੰਡਨ ਹੋ ਜਾਵੇ ਤਾਂ ਉਹਨੂੰ ਸ਼ਾਇਦ ਸ਼ੰਕਾ ਹੈ ਵੀ ਜਿਹੜੀ ਮੇਰੀ ਭੇਡ ਚਾਲ ਵਾਲੀ ਸੰਗਤ ਨਾ ਕਰਨ ਨੂੰ ਮੈਂ ਇਕੱਠੀ ਕੀਤੀ ਆ, ਇਹ ਕਿਤੇ ਮੇਰੇ ਨਾਲ ਲੜੀ ਨਾ ਪਵੇ ਕਿ ਮੈਂ ਇੰਨੀ ਗੁਸਤਾਖੀ ਕਰ ਦੇਵਾਂ ਕਿ ਮੈਂ ਪਟਨੇ ਸਾਹਿਬ ਤੇ ਵੀ ਸ਼ੰਕਾ ਕਰ ਦੇਵਾਂ। ਪਰ ਉਹ ਸੰਕੇਤ ਮਾਤਰ ਇਹ ਸ਼ੰਕਾ ਕਰਦਾ ਕਿ ਮਹਾਰਾਜ ਪ੍ਰਯਾਗ ਵਿੱਚ ਆਉਂਦੇ ਆ ਤੇ ਮਾਤਾ ਦੇ ਗਰਭ ਵਿੱਚ ਉੱਥੇ ਪ੍ਰਕਾਸ਼ ਇਸ ਆਤਮਾ ਦਾ ਹੁੰਦਾ ਆ ਤੇ ਜਾ ਕਰਕੇ ਫਿਰ ਜਨਮ ਪਟਨੇ ਲੈਂਦੇ ਆ। ਦਾਸ ਬੇਨਤੀ ਕਰ ਦਵੇ ਕਿ ਮਹਾਰਾਜ 6 ਮਹੀਨੇ ਪ੍ਰਯਾਗ ਵਿੱਚ ਰਹੇ ਨੇ ਤੇ ਇਹ ਸਮੇਂ ਦੀ ਬਾਬਤ ਗੁਰਬਾਣੀ ਦੇ ਵਿੱਚ ਜਿਹੜੇ ਪ੍ਰਯਾਗਰਾਜ ਤ੍ਰਿਵੇਣੀ ਤੇ 12 ਸ਼ਬਦ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਸੋਰਠ ਮਹੱਲਾ 9 ਦੇ ਵਿੱਚ ਦਰਜ ਕੀਤੇ ਨੇ, ਖੱਟ ਦਰਸ਼ਨੀ ਸੰਗਤ ਪ੍ਰਥਾਏ। ਫਿਰ ਤੁਸੀਂ ਉਹਨਾਂ ਤੋਂ ਵੀ ਮੁਨਕਰ ਹੋ ਜਾਣਾ ਕਿ ਇਹ ਵੀ ਨਹੀਂ ਗੁਰੂ ਤੇਗ ਬਹਾਦਰ ਦੀ ਬਾਣੀ। ਤੁਹਾਡੀ ਸ਼ੰਕਾਵਾਂ ਦੀ ਹੱਦ ਕਿੱਥੇ ਆ? ਸੋ ਇਸ ਤਰੀਕੇ ਦੇ ਨਾਲ ਰਾਜੇ ਬਿਸ਼ਨ ਸਿੰਘ ਦੀ ਬੇਨਤੀ ਤੇ ਮਹਾਰਾਜ ਪੂਰਬ ਵੱਲ ਚਲ ਗਏ ਤੇ ਪਰਿਵਾਰ ਨੂੰ ਮਹਾਰਾਜ ਨੇ ਪਟਨੇ ਭੇਜਿਆ। ਇੱਕ ਹੋਰ ਬੇਨਤੀ ਕਰ ਦਵਾਂ,
ਅਸਲ ਦੇ ਵਿੱਚ ਇਹ ਸਿੱਖਾਂ ਦੇ ਮੁੱਢਲੇ ਸਿਧਾਂਤਾਂ ਨੂੰ ਖਤਮ ਕਰਨਾ ਚਾਹੁੰਦੇ ਆ। ਆਪਣੀ ਤਾਂ ਲੜਾਈ ਇਹ ਆ ਵੀ ਬੇਸ਼ੱਕ ਗੁਰਦੁਆਰਾ ਗਿਆਨ ਗੋਦੜੀ ਆ ਜਾਂ ਜਿੰਨੇ ਵੀ ਪੰਥ ਤੋਂ ਵਿਛੋੜੇ ਹੋਏ ਸਥਾਨ ਆ, ਆਪਾਂ ਬੇਨਤੀ ਕਰਦੇ ਹਾਂ ਅਰਦਾਸ ਵਿੱਚ, ਜਿਨ੍ਹਾਂ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਤਿਨਾਂ ਦੇ ਖੁੱਲੇ ਦਰਸ਼ਨ ਦੇ ਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਇਹ ਲੋਕੀ ਤਾਂ ਆਪ ਹੀ ਕਹਿ ਰਹੇ ਆ ਕਿ ਪ੍ਰਯਾਗ ਦੇ ਵਿੱਚ, ਹਰਿਦੁਆਰ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਦਾ ਕੋਈ ਅਸਥਾਨ ਹੀ ਨਹੀਂ ਹੈਗਾ, ਮਹਾਰਾਜ ਗਏ ਹੀ ਨਹੀਂ। ਫਿਰ ਹਿੰਦੂਆਂ ਨੇ ਤਾਂ ਕਹਿਣਾ ਹੀ ਹੈ ਵੀ ਜਦੋਂ ਤੁਹਾਡੇ ਗੁਰੂ ਸਾਹਿਬ ਗਏ ਹੀ ਨਹੀਂ ਤਾਂ ਅਸਥਾਨ ਸਾਨੂੰ ਦੇ ਦਿਓ, ਅਸੀਂ ਆਪਣੇ ਇੱਥੇ ਮੰਦਿਰ, ਇੱਥੇ ਬੁੱਤ ਪੂਜਾ ਕਰਾਉਣੀ ਆ। ਹਾਂਜੀ, ਮਹਾਰਾਜ 6 ਮਹੀਨੇ ਪ੍ਰਯਾਗਰਾਜ ਵਿੱਚ ਰਹੇ ਆ ਤੇ ਨਾਲ ਹੀ ਨਾਲ ਅਖੰਡ ਪਾਠ ਸਾਹਿਬ ਕਦੋਂ ਤੱਕ ਕਿੱਥੋਂ ਪਰ ਆਰੰਭ ਹੋਏ ਆ, ਉਸ ਦੀ ਹੋਂਦ ਵੀ ਖੱਤਰੀ ਭਗਤ ਦੀ ਹਵੇਲੀ, ਜਿਹੜਾ ਇਸ ਵੇਲੇ ਗੁਰਦੁਆਰਾ ਪੱਕੀ ਸੰਗਤ ਦੇ ਰੂਪ ਦੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਆ, ਉਹ ਇਸ ਗੱਲ ਦੀ ਗਵਾਹੀ ਦੇ ਰਿਹਾ ਕਿ ਸਿੱਖਾਂ ਵਿੱਚੋਂ ਅਖੰਡ ਪਾਠ ਸਾਹਿਬ ਦੀ ਪਰੰਪਰਾ ਕਿੱਥੋਂ ਸ਼ੁਰੂ ਹੋਈ। ਮਾਤਾ ਨਾਨਕੀ ਨੇ ਬੇਨਤੀ ਕੀਤੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਿ ਸੱਚਿਆ ਪਾਤਸ਼ਾਹ, ਆਪ ਜੀ ਦੇ ਪਿਤਾ ਤੇ ਮੇਰੇ ਪਤੀ ਗੁਰਦੇਵ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਮੈਨੂੰ ਵਾਰਿਆ ਕਿ ਤੂੰ ਪੋਤਰੇ ਦਾ ਮੂੰਹ ਦੇਖੇਂਗੀ। ਮਹਾਰਾਜ, ਤੁਹਾਡੀ ਉਮਰ 45 ਸਾਲਾਂ ਦੀ ਹੋ ਗਈ ਆ ਬੇਟਾ ਜੀ, ਹਾਲੇ ਤੱਕ ਤੁਹਾਡੇ ਸਾਹਿਬਜ਼ਾਦੇ ਦਾ ਆਗਮਨ ਨਹੀਂ ਹੋਇਆ। ਉੱਥੇ ਮਾਤਾ ਨਾਨਕੀ ਨੂੰ ਸਤਿਗੁਰਾਂ ਨੇ ਹਦਾਇਤ ਕੀਤੀ। ਇਹ ਹਦਾਇਤ ਨਹੀਂ ਕੀਤੀ ਕਿ ਜਾ ਕੇ ਗੰਗਾ ਦੇ ਵਿੱਚ ਤੂੰ ਟੁੱਬੀਆਂ ਲਾ। ਇਹ ਹਦਾਇਤ ਨਹੀਂ ਮਹਾਰਾਜ ਨੇ ਕੀਤੀ ਕਿ ਜਿਹੜੇ ਪ੍ਰਯਾਗਰਾਜ ਉੱਪਰ ਜਿੰਨੇ ਤੀਰਥਿਆ ਮੰਦਿਰ ਆ ਉਹਨਾਂ ਤੇ ਜਾ ਕੇ ਮੱਥਾ ਟੇਕ। ਉੱਥੇ ਵੀ ਮਹਾਰਾਜ ਨੇ ਜਿਹੜਾ ਆਪਣੀ ਗੁਰਮਤ ਮਤ ਸੀ ਉਹਨੂੰ ਮੋਹਰੇ ਰੱਖ ਕਰਕੇ ਗੁਰਬਾਣੀ ਵਿੱਚ ਨਿਸ਼ਚਾ ਸਿੱਖਾਂ ਦਾ ਟਿਕਾਉਣ ਵਾਸਤੇ ਮਹਾਰਾਜ ਨੇ ਹਦਾਇਤ ਕੀਤੀ ਕਿ ਧੁਰਕੀ ਬਾਣੀ ਦਾ ਅਖੰਡ ਪਾਠ ਸਾਹਿਬ ਕਰਾ। ਔਰ ਉਹ ਜਿਹੜਾ ਅਖੰਡ ਪਾਠ ਸਾਹਿਬ ਆ ਉਹ ਭਾਈ ਬੰਨੋ ਵਾਲੀ ਬੀੜ ਤੇ ਉਹ ਹੱਥ ਲਿਖਤ ਜਿਹੜਾ ਮਹਾਰਾਜ ਦਾ ਲੜੀਵਾਰ ਸਰੂਪ ਆ, ਉਹ ਹਾਲੇ ਵੀ ਗੁਰਦੁਆਰਾ ਗਏ ਘਾਟ ਜਿਹੜਾ ਪਟਨਾ ਸਾਹਿਬ ਆ ਉੱਥੇ ਆਪਾਂ ਦਰਸ਼ਨ ਕਰ ਸਕਦੇ ਹਾਂ। ਹਾਂਜੀ, ਇਹ ਫਿਰ ਅਖੰਡ ਪਾਠ ਪਹਿਲਾਂ ਇੱਥੇ ਤ੍ਰਿਬੇਣੀ ਪ੍ਰਯਾਗਰਾਜ ਵਿੱਚ, ਜਦੋਂ ਇਹਨਾਂ ਨੇ ਇਸ ਗੱਲ ਦੀ ਨਿਖੇਧੀ ਕਰਨੀ ਕਿ ਮਹਾਰਾਜ ਨੂੰ ਤੀਰਥਾਂ ਤੇ ਜਾਣ ਦੀ, ਪ੍ਰਯਾਗ ਜਾਣ ਦੀ ਲੋੜ ਕੀ ਪੈ ਗਈ, ਫਿਰ ਆਪਣੇ ਆਪ ਹੀ ਗੱਲ ਸਪਸ਼ਟ ਆ ਵੀ ਇਹ ਮੰਨਣਗੇ ਨਹੀਂ ਕਿ ਅਖੰਡ ਪਾਠ ਸਾਹਿਬ ਉੱਥੋਂ ਚੱਲੇ। ਸੋ ਪਹਿਲਾ ਸਿਧਾਂਤ ਗੁਰਤੀਰਥਾਂ ਤੇ, ਫਿਰ ਗੁਰੂ ਘਰ ਦੀਆਂ ਮਾਨ ਮਰਿਆਦਾਵਾਂ ਤੇ ਇਹਨਾਂ ਨੇ ਇਸ ਤਰੀਕੇ ਦੇ ਨਾਲ ਹਮਲਾ ਕਰਨਾ। ਔਰ ਇਹੀ ਨਹੀਂ, ਇਹ ਗੱਲ ਦੇ ਹੋਰ ਵੀ ਬਹੁਤ ਜ਼ਿਆਦਾ ਪ੍ਰਮਾਣ ਨੇ। ਜਿਸ ਤਰੀਕੇ ਦੇ ਨਾਲ ਮਹਾਰਾਜ ਨੇ ਜਦੋਂ ਪਰਿਵਾਰ ਨੂੰ ਪਟਨੇ ਭੇਜ ਦਿੱਤਾ ਤੇ ਆਪ ਮਹਾਰਾਜ ਰਾਜੇ ਬਿਸ਼ਨ ਸੌ ਦੇ ਨਾਲ ਇੱਧਰ ਹੋਰ ਪੂਰਬ ਦੇ ਵੱਲ ਵਧੇ ਤੇ ਜਿਹੜੇ ਮਹਾਰਾਜ ਨੇ ਹੁਕਮਨਾਮੇ ਪਟਨਾ ਸਾਹਿਬ ਸੰਗਤਾਂ ਨੂੰ ਭੇਜੇ, ਉਹ ਹਾਲੇ ਤੱਕ ਆਪਾਂ ਹੁਕਮਨਾਮਿਆਂ ਦੇ ਆਪਾਂ ਦਰਸ਼ਨ ਕਰ ਸਕਦੇ ਹਾਂ। ਉਹ ਪਟਨਾ ਸਾਹਿਬ ਹੁਕਮਨਾਮੇ ਬਿਰਾਜਮਾਨ ਆ। ਕਿਸੇ ਹੁਕਮਨਾਮੇ ਵਿੱਚ ਮਹਾਰਾਜ ਨੇ ਇਹ ਦੱਸਿਆ ਆ ਕਿ ਅਸੀਂ ਪਰੇ ਰਾਜੇ ਜੀ ਕੇ ਸਾਥ ਗਏ ਹਾਂ, ਕਬੀਲਾ ਹਮੇ ਪਟਨੇ ਮੇ ਛੋੜਾ। ਤੇ ਕਿਤੇ ਸਤਿਗੁਰੂ ਸੱਚੇ ਪਾਤਸ਼ਾਹ ਵਧਾਈ ਦੇ ਰਿਹਾ ਸਿੱਖਾਂ ਨੂੰ। ਜਦੋਂ ਗੁਰੂ ਗੋਬਿੰਦ ਰਾਏ ਜੀ ਦਾ ਜਨਮ ਹੋ ਰਿਹਾ, ਗੋਬਿੰਦ ਦਾਸ ਕੀ ਵਧਾਈ ਉੱਪਰ ਕਹਿ ਰਹੇ ਮਹਾਰਾਜ ਵੀ ਜਿਹੜਾ ਤੁਸੀਂ ਖਰਚ ਕੀਤਾ ਗੁਰੂ ਕੀ ਦਰਗਾਹੇ ਥਾਂ ਪਿਆ। ਤੇ ਮਹਾਰਾਜ ਅਰਜ ਕਰਦੇ ਪਿੱਛੇ ਸੇਵਾ ਕੀਤੀ ਸੋ ਥਾਂ ਪਈ। ਇਹ ਜਿਹੜੇ ਸਾਰੀਆਂ ਗੱਲਾਂ ਆ ਇਹ ਹੁਕਮਨਾਮਿਆਂ ਦੇ ਆਪਾਂ ਦਰਸ਼ਨ ਕਰ ਸਕਦੇ ਹਾਂ। ਇਤਿਹਾਸਿਕ ਤੱਥ ਮੰਗਦੇ ਆ, ਲੱਭੋ ਤਾਂ ਤੁਹਾਨੂੰ ਇਤਿਹਾਸਿਕ ਤੱਥਾਂ ਦੀ ਵੀ ਪ੍ਰਾਪਤੀ ਹੋਊਗੀ। ਭੱਟ ਵਹੀਆਂ ਦੇ ਵਿੱਚ ਇਹ ਗੱਲ ਦਾ ਸਬੂਤ ਆਉਂਦਾ ਆ ਕਿ ਸਤਿਗੁਰ ਸੱਚੇ ਪਾਤਸ਼ਾਹ ਫਿਰ ਉੱਥੋਂ ਮੁੜ ਵਾਪਸ ਭਾਈ ਕਲਿਆਣੇ ਦੀ ਹਵੇਲੀ, ਭੱਟ ਵੇਹੀ ਤਲੋਡਾ ਦੇ ਅਨੁਸਾਰ ਸਤਿਗੁਰ ਸੱਚੇ ਪਾਤਸ਼ਾਹ ਜਿਹੜੀ ਭਾਈ ਕਲਿਆਣੇ ਨੇ ਧਰਮਸ਼ਾਲਾ ਦਿੱਲੀ ਦੇ ਵਿੱਚ ਬਣਾਈ ਸੀ, ਮਹਾਰਾਜ ਉੱਥੇ ਬਿਰਾਜੇ। ਤਾਂ ਉਸ ਤੋਂ ਮਗਰੋਂ ਲਖਨੌਰ ਹੁੰਦੇ ਹੋਏ ਪੰਜਾਬ ਆਏ ਤੇ ਪੰਜਾਬ ਤੋਂ ਪਟਨੇ ਵੱਲ ਪਿਆਨਾ ਕੀਤਾ। ਮਾਫ ਕਰਨਾ, ਮਹਾਰਾਜ ਅਨੰਦਪੁਰ ਸਾਹਿਬ ਪਹੁੰਚੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਔਰ ਇਹ ਸਾਰੀ ਜਿਹੜੀਆਂ ਘਟਨਾਵਾਂ ਇਹਨਾਂ ਦੇ ਇਤਿਹਾਸਿਕ ਤੱਥ ਵੀ, ਪਰ ਗੱਲ ਤਾਂ ਇਹ ਆ ਵੀ ਮਰੇ ਤਾਂ ਮੁਕਰੇ ਨੂੰ ਕੋਈ ਜਵਾਬ ਨਹੀਂ। ਇਸ ਕਰਕੇ ਸਾਨੂੰ ਉਹਨਾਂ ਨਾਲ ਕੋਈ ਵਿਵਾਦ ਨਹੀਂ। ਅਸੀਂ ਤਾਂ ਤੁਹਾਡੀ ਜਿਹੜੀ ਸੰਗਤ ਹੈ, ਸਿੱਖ ਸੰਗਤ ਜਿਹੜੀ ਇਹਨਾਂ ਦੇ ਬਹਿਕਾਵੇ ਦੇ ਵਿੱਚ ਆ ਰਹੀ ਆ, ਸਾਡਾ ਫਰਜ਼ ਤਾਂ ਤੁਹਾਨੂੰ ਸੁਚੇਤ ਕਰਨਾ, ਹੋਣਾ ਨਾ ਹੋਣਾ ਤੁਹਾਡੀ ਮਰਜ਼ੀ। ਉਹ ਵੀ ਇਹੀ ਗੱਲਾਂ ਕਰਦੇ ਆ ਨਾ ਕਿ ਅਸੀਂ ਤੁਹਾਡੇ ਤੇ ਵਿਚਾਰ ਥੋਪਦੇ ਨਹੀਂ। ਮੈਂ ਵੀ ਚਲੋ ਇਹੀ ਤੁਹਾਡੇ ਅੱਗੇ ਦੋਵੇਂ ਹੱਥ ਜੋੜ ਕਰਕੇ ਬੇਨਤੀ ਕਰਦਾ, ਡੁੱਬਣਾ ਜਾਂ ਤਰਨਾ ਤੁਹਾਡੀ ਮਰਜ਼ੀ। ਅਸੀਂ ਸਿਰ ਖਪਾਈ ਬਹੁਤੀ ਕਰਦੇ ਹਾਂ
ਕਿਉਂਕਿ ਸਾਨੂੰ ਦਰਦ ਆ, ਸਾਡਾ ਹਿਰਦਾ ਵਿਲੁੰਦਰਿਆ ਜਾਂਦਾ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੀ ਭੋਲੀ ਭਾਲੀ ਸਿੱਖ ਜਨਤਾ ਨੂੰ ਹਿੰਦੂ ਸਰਕਾਰ ਨੇ ਤਾਂ ਕੋਸ਼ਿਸ਼ ਕਰਨੀ ਸੀਗੀ, ਔਰ ਦੇਹਧਾਰੀ ਪਖੰਡੀ ਸਾਧਾਂ ਤੇ ਗੁਰੂ ਡੰਮ ਦਾ ਜਿਹੜੀ ਭਾਰੀ ਦੁਕਾਨਦਾਰੀ ਪੰਜਾਬ ਵਿੱਚ ਚਲਾਈ ਆ, ਉਹਨਾਂ ਨੇ ਤਾਂ ਸਾਨੂੰ ਮਾਰਨਾ ਹੀ ਸੀ, ਉਹਨਾਂ ਨੇ ਤਾਂ ਸਾਨੂੰ ਤੋੜਨਾ ਹੀ ਸੀ। ਪਰ ਇਹ ਭੇਖ ਵਾਲੇ ਕੁੜਤੇ ਪਜਾਮਿਆਂ ਉੱਪਰ ਕਿਰਪਾਨਾਂ ਪਾਉਣ ਵਾਲੇ ਸਿੱਖ ਵੀ ਸਿੱਖਾਂ ਦਾ ਭਰੋਸਾ ਡੁਲਾਉਣ ਦੇ ਵਿੱਚ ਯਤਨਸ਼ੀਲ ਨੇ ਤਾਂ ਬੜੀ ਤੇਜ਼ੀ ਨਾਲ ਸਫਲਤਾ ਪ੍ਰਾਪਤ ਕਰ ਰਹੇ ਆ। ਸਤਿਗੁਰ ਸੱਚੇ ਪਾਤਸ਼ਾਹ ਗਰੀਬ ਨਵਾਜ ਇਹਨਾਂ ਦੀ ਭਾਜੀ ਮੋੜਨ ਦੀ ਸਾਨੂੰ ਬਲ ਬੁੱਧ ਤੇ ਸਮਰੱਥਾ ਦੇਵੇ। ਦਾਸ ਅਰਜ਼ ਕਰ ਦੇਵੇ ਕਿ ਇਹ ਸਤਿਗੁਰਾਂ ਦਾ ਬਹੁਤ ਜ਼ਿਆਦਾ ਪਰਉਪਕਾਰ ਆ। ਦੁਨੀਆ ਦੇ ਵਿੱਚ ਪਹਿਲੋਂ ਕਿਸੇ ਅਵਤਾਰ ਨੇ ਨਹੀਂ ਦੱਸਿਆ ਕਿ ਮੈਂ ਕਿੱਥੇ ਪਹਿਲੋਂ ਤਪੱਸਿਆ ਕੀਤੀ ਆ, ਜਾਂ ਮੇਰਾ ਜੋ ਮੈਂ ਬਨਾਰੀ ਕੌਮ ਦੇ ਵਿੱਚ ਖਾਲਸੇ ਪੰਥ ਨੂੰ ਲਿਆਇਆ, ਇਹਦਾ ਸੰਕਲਪ ਕਿੱਥੋਂ ਆਇਆ। ਕਿਸੇ ਰਹਿਬਰ ਨੇ ਅੱਜ ਤੱਕ ਨਹੀਂ ਦੱਸਿਆ ਕਿ ਇਹ ਸੰਕਲਪ ਕਿੱਥੋਂ ਆਇਆ। ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੇ ਪਿਛਲੇ ਜਨਮ ਨੂੰ ਯਾਦ ਰੱਖ ਕੇ ਆਪਣੀ ਇਲਾਹੀ ਸ਼ਖਸੀਅਤ ਦਾ ਸਬੂਤ ਦਿੱਤਾ। ਮੈਂ ਕਹਿੰਦਾ ਸਤਿਗੁਰੂ ਨੇ ਸਾਡੇ ਤੇ ਪਰਉਪਕਾਰ ਕੀਤਾ, ਪਰ ਸ਼ੰਕਾ ਕਰਕੇ ਸਾਡੇ ਵਰਗੇ ਕੋਈ ਦੁਨੀਆ ਤੇ ਅਕਿਰਤ ਘਨ ਨਹੀਂ। ਦਾਸ ਅਰਜ ਕਰੇ ਨਾ, ਸਮਾਪਤੀ ਇਸ ਗੱਲ ਤੇ ਮੈਂ ਕਰਨੀ ਆ ਕਿ ਸਰਬਜੀਤ ਧੁੰਦੇ ਨੇ ਇੱਕ ਗੱਲ ਕੀਤੀ ਕਿ ਸਿੱਖ ਸੰਗਤਾਂ ਦੀ ਓਨੀ ਦੌੜ ਚਮਕੌਰ ਸਾਹਿਬ ਵੱਲ ਨਹੀਂ, ਫਤਿਹਗੜ੍ਹ ਸਰਹੰਦ ਵੱਲ ਨਹੀਂ, ਆਨੰਦਪੁਰ ਸਾਹਿਬ ਵੱਲ ਨਹੀਂ, ਜਿੰਨੀ ਕਿ ਹੇਮਕੁੰਟ ਸਾਹਿਬ ਵੱਲ। ਉੱਥੇ ਸਿੱਖਾਂ ਨੂੰ ਇਹ ਕਹਿ ਰਿਹਾ ਵੀ ਜੇ ਕਿਤੇ ਉਹਨਾਂ ਅਸਥਾਨਾਂ ਤੇ ਜਾਣ ਜਿੱਥੇ ਇਹ ਕਹਿੰਦਾ ਵੇ ਇਹ ਆਨੰਦਪੁਰ ਸਾਹਿਬ, ਚਮਕੌਰ ਸਾਹਿਬ ਹੈ, ਸਾਨੂੰ ਸਾਡੀ ਅਣਖ ਦੇ ਨਾਲ, ਸਾਨੂੰ ਸਾਡੇ ਸ਼ਹੀਦਾਂ ਦਾ ਜਿਹੜਾ ਮਾਣ ਆ ਉਹ ਤੇ ਸਾਨੂੰ ਰੂਬਰੂ ਕਰਾ ਰਿਹਾ, ਸਾਨੂੰ ਯਾਦ ਕਰ ਰਿਹਾ ਸਾਡੇ ਗੌਰਵਮਈ ਇਤਿਹਾਸ ਨੂੰ। ਇਹ ਸ਼ੰਕਾ ਉਠਾਉਂਦਾ ਕਿ ਹੇਮਕੁੰਟ ਸਾਹਿਬ ਤੋਂ ਕੀ ਸਿਖਾਉਣਾ ਕਿ ਮਾਲਾ ਪਾ ਕੇ ਸਾਧ ਬੈਠਾ ਸੀ। ਇੱਕ ਦਾਸ ਇੱਕ ਅਰਜ਼ ਕਰ ਦੇਵੇ ਕਿ ਸਤਿਗੁਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਆਪਣਾ ਪਿਛਲਾ ਇਤਿਹਾਸ ਦੱਸਿਆ, ਆਪਣਾ ਤਪ ਦੱਸਿਆ, ਤੇ ਤੈਨੂੰ ਇੰਨੀ ਜ਼ਿਆਦਾ ਤਕਲੀਫ ਆ, ਤੂੰ ਇੰਨੀ ਭੱਦੀ ਸ਼ਬਦਾਵਲੀ ਦੀ ਵਰਤੋਂ ਕਰ ਰਿਹਾ ਆ, ਤੂੰ ਇਹ ਕਹਿ ਰਿਹਾ ਆ ਵੀ ਉੱਥੋਂ ਸਿੱਖਣਾ ਕੀ ਆ। ਮੈਂ ਕਹਿ ਰਿਹਾ ਭਾਈ ਗੁਰਦਾਸ ਨੇ ਵੀ ਇੱਕ ਗੱਲ ਅਰਜ਼ ਜ਼ਰੂਰ ਕੀਤੀ ਪਹਿਲੇ ਪਾਤਸ਼ਾਹ ਬਾਬਤ, ਪਰ ਇਸ ਤੇ ਕੋਈ ਲੋਕੇਸ਼ਨ, ਇਸ ਤੇ ਕੋਈ ਜਗ੍ਹਾ ਸਪਸ਼ਟ ਨਹੀਂ ਕੀਤੀ। ਜੇ ਕਿਤੇ ਜਗ੍ਹਾ ਸਪਸ਼ਟ ਕਰ ਦਿੰਦੇ ਤਾਂ ਤੂੰ ਅੱਜ ਜਿਹੜਾ ਇਹ ਦਾਅਵੇ ਕਰਦਾ ਨਾ ਕਿ ਭਾਈ ਨੰਦ ਲਾਲ ਦੀਆਂ ਗਜ਼ਲਾਂ ਤੇ ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਤੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤੋਂ ਬਿਨਾਂ ਕਿਸੇ ਹੋਰ ਚੀਜ਼ ਦਾ ਪ੍ਰਮਾਣ ਨਹੀਂ ਲੈਣਾ ਚਾਹੀਦਾ, ਫਿਰ ਤੂੰ ਭਾਈ ਗੁਰਦਾਸ ਦੀਆਂ ਵਾਰਾਂ ਤੋਂ ਵੀ ਮੁਨਕਰ ਹੋਣਾ ਸੀ। ਤਾਂ ਸ਼ਾਇਦ ਇਹ ਸੁਣ ਕਰਕੇ ਹੋ ਵੀ ਜਾਵੇ। ਸਤਿਗੁਰ ਸੱਚੇ ਪਾਤਸ਼ਾਹ ਪਹਿਲੇ ਪਾਤਸ਼ਾਹ ਦੇ ਤਪੱਸਿਆ ਦੇ ਬਾਬਤ ਵੀ ਲਿਖਿਆ ਗਿਆ। ਜੇ ਇਹ ਕਹਿ ਰਿਹਾ ਨਾ ਕਿ 9 ਪਾਤਸ਼ਾਹੀਆਂ ਦਾ ਕੋਈ ਆਉਂਦਾ ਨਹੀਂ ਵਰਣਨ ਕਿ 9 ਪਾਤਸ਼ਾਹੀਆਂ ਨੇ ਤਪ ਕਿੱਥੇ ਕੀਤਾ, ਕਿਵੇਂ ਕੀਤਾ, ਕਿਹੜੀ ਘਾਲ ਕਮਾਈ ਕੀਤੀ, ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਕੀ ਲੋੜ ਪੈ ਗਈ ਪਰਬਤਾਂ ਦੇ ਚੜ੍ਹਨ ਦੀ, ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਬਤ ਭਾਈ ਗੁਰਦਾਸ ਨੇ ਅਰਜ਼ ਕੀਤਾ ਜਾਂ ਨਹੀਂ ਕੀਤਾ। ਪਹਿਲਾ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ, ਰੋੜਾ ਕੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉ ਬਣਾਈ। 10 ਧੁੰਦਿਆ ਹੁਣ ਤੂੰ ਭਾਈ ਗੁਰਦਾਸ ਦੀ ਵੀ ਨਿਖੇਧੀ ਕਰੂੰਗਾ। ਗੁਰੂ ਘਰ ਦੇ ਵੇਦ ਵਿਆਸ ਸੱਚ ਭਗਤੇ ਭਾਈ ਸਾਹਿਬ ਭਾਈ ਗੁਰਦਾਸ ਤੇ ਤੂੰ ਵੀ ਹਮਲੇ ਕਰਨੇ ਸ਼ੁਰੂ ਕਰ ਦੇਵੇਂਗਾ। ਤੂੰ ਆਪਣਾ ਸੋਚ ਲਾ, ਸੋਚ ਸਮਝ ਲਾ, ਸੋਚ ਲਾ ਕਿ ਤੂੰ ਕਿਹੜੀ ਚੀਜ਼ ਵਿੱਚ ਆਪਣਾ ਸਿਦਕ ਤੇ ਭਰੋਸਾ ਰੱਖਣਾ। ਦਾਸ ਮੈਂ ਪਹਿਲੋਂ ਕਿੰਨੀ ਵਾਰੀ ਬੇਨਤੀ ਕਰ ਚੁੱਕਾ ਕਿ ਇਹਨਾਂ ਦੇ ਮੁਤਲਕ ਮੈਂ ਕੁਝ ਕਹਿਣਾ ਨਹੀਂ, ਪਰ ਰਹਿ ਹੁੰਦਾ ਨਹੀਂ। ਸੁਚੇਤ ਹੋ ਜੋ, ਜਿਹੜੇ ਗੁਰੂ ਘਰ ਦੀ ਨਿੰਦਿਆ ਕਰਦੇ ਆ ਨਾ, ਅੰਤ ਮਾੜਾ ਹੀ ਹੋਣਾ। ਨਾਲ ਕਿਰਾੜਾ ਦੋਸਤੀ, ਕੂੜੀ ਕੂੜੇ ਪਾਏ, ਮਰਨ ਨਾ ਜਾਪੇ ਹੀ ਮੂਲਿਆ, ਆਵੇ ਕਿਥੋਂ ਥਾਏ, ਇਹ ਪਤਾ ਨਹੀਂ ਲੱਗਣਾ। ਨਾਲੇ ਮੈਂ ਅਖੀਰ ਦੀ ਗੱਲ ਕਰਾਂ, ਜੇ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਜਨਮ ਦੀ ਗੱਲ ਆਉਂਦੀ ਆ, ਸਪਸ਼ਟੀ ਆਉਂਦੀ ਆ, ਚਮਕੌਰ ਸਾਹਿਬ ਦਾ ਇਤਿਹਾਸ ਤਾਂ ਰਚਿਆ ਜਾਊਗਾ ਨਾ ਕਿ ਜੇ ਪਹਿਲੋਂ ਸਾਹਿਬਜ਼ਾਦਿਆਂ ਦੇ ਜਨਮ ਬਾਬਤ ਇਤਿਹਾਸ ਆਵੇ ਤੇ ਉਹ ਇਤਿਹਾਸ ਬਾਬਤ ਵੀ ਸ੍ਰੀ ਦਸਮ ਗ੍ਰੰਥ ਦੀ ਬਚਿੱਤਰ ਨਾਟਕ ਬਾਣੀ ਵਿੱਚੋਂ ਮਿਲਦਾ। ਜੇ ਸਰਹੰਦ ਦੀ ਤੂੰ ਨੀਹਾਂ ਦੀ ਗੱਲ ਕਰਦਾ ਨਾ, ਤਾਂ ਲੋਕਾਂ ਨੇ ਤਾਂ ਇਹ ਬਹੁਤ ਕੁਝ ਕਿਹਾ ਆ ਕਿ ਮਾਤਾ ਜੀ ਪਾਗਲ ਹੋ ਕਰਕੇ ਉਹਨਾਂ ਨੇ ਬੁਰਜ ਤੋਂ ਛਾਲ ਮਾਰ ਦਿੱਤੀ। ਇਹ ਸਿਰਫ ਤਾਂ ਸਿਰਫ ਦਸਮ ਦੀ ਬਾਣੀ ਵਿੱਚ ਪ੍ਰਮਾਣ ਆਉਂਦਾ ਆ ਕਿ ਮਾਤਾ ਜੀ ਇੱਕ ਯੋਗਾ ਅਭਿਆਸੀ ਸਨ। ਤੇ ਇਹ ਗੱਲ ਨੂੰ ਸਾਧ ਸੰਗਤ ਜੀ ਤੁਸੀਂ ਸ਼ੰਕੇ ਵੱਲ ਨਹੀਂ ਲਿਜਾਣਾ, ਕਿਉਂਕਿ ਬਾਣੀ ਨੇ ਤਾਂ ਨੱਚਣ
ਤੇ ਟੱਪਣ ਦੇ ਵਿੱਚ ਵੀ ਕਿਹਾ ਹੈ ਵੀ ਇਹ ਮਾੜੇ ਆ ਸਾਡੇ ਵਾਸਤੇ, ਤਾਂ ਫਿਰ ਕੀ ਤੁਸੀਂ ਕਹੋਗੇ ਕਿ ਸਾਡੇ ਸਰੀਰ ਵਾਸਤੇ ਐਕਸਰਸਾਈਜ਼ ਵੀ ਮਾੜੀ ਆ? ਹਾਂਜੀ, ਤੁਸੀਂ ਇਸ ਗੱਲ ਤੋਂ ਵੀ ਮੁਨਕਰ ਹੋਵੋਗੇ, ਇਹ ਵੀ ਕਹਿ ਦੂੰਗੇ ਵੀ ਇਹ ਮਨਮਤ ਆ। ਧੰਨਿਆ ਸਿੱਖੋ ਤੁਸੀਂ ਜਿਹੜੀ ਗੱਲ ਗੱਲ ਤੇ ਤੁਸੀਂ ਸ਼ੰਕਾ ਕਰਦੇ ਆ। ਦਸਮ ਦੀ ਬਾਣੀ ਦੇ ਵਿੱਚ ਇਹ ਗੱਲ ਸਿੱਧ ਮਹਾਰਾਜ ਕਰਦੇ ਆ ਕਿ ਮਾਤਾ ਗੁਜਰ ਕੌਰ ਜੀ ਕਿਹੋ ਜੀ ਸ਼ਖਸੀਅਤ ਸੀ, ਜਿਹੜੇ ਇਹ ਸ਼ੰਕੇ ਨਹੀਂ ਉੱਠਦੇ ਕਿ ਮਾਤਾ ਜੀ ਨੇ ਪਾਗਲ ਹੋ ਕਰਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸਦਮਾ ਲੈ ਕਰਕੇ ਉੱਪਰੋਂ ਛਾਲ ਮਾਰੀ। ਇਹਦੇ ਵਿੱਚ ਇਹ ਵਰਣਨ ਆਉਂਦਾ ਆ, ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਿਤ ਜਹ ਬਿਦ ਮੁਹਿਆਨੋ, ਹੇਮ ਕੁੰਠ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸੋਬਤ ਹੈ ਤਹਾਂ, ਸਪਤ ਸ੍ਰਿੰਗ ਤਹ ਨਾਮ ਕਹਾਵਾ, ਪੰਡ ਰਾਜ ਜਹ ਜੋਗ ਕਮਾਵਾ, ਤਹ ਹਮ ਅਧਿਕ ਤਪਸਿਆ ਸਾਧੀ, ਮਹਾਕਾਲ ਕਾਲ ਕਾ ਅਰਾਧੀ। ਜਿਹੜਾ ਅਕਾਲ ਪੁਰਖ ਵਾਹਿਗੁਰੂ ਕਾਲ ਦਾ ਵੀ ਕਾਲ ਆ, ਮੈਂ ਤਾਂ ਉਹਦੀ ਅਰਾਧਨਾ ਕੀਤੀ। ਇਹ ਬਿਦ ਕਰਤ ਤਪੱਸਿਆ ਭਇਓ, ਦ્વੈ ਤੇ ਏਕ ਰੂਪ ਹੋਇ ਗਇਓ, ਤਾਤ ਮਾਤ ਮੁਰ ਅਲਖ ਅਰਾਧਾ, ਜਹ ਬਿਦ ਜੋਗ ਸਾਧਨਾ ਸਾਧਾ। ਹਾਂਜੀ, ਜਿਹੜੇ ਨਾਸਤਿਕਾਂ ਨੂੰ ਮਾਤਾ ਜੀ ਦੀ ਸ਼ਖਸੀਅਤ ਉੱਪਰ ਸ਼ੱਕ ਸੀ ਨਾ, ਤੇ ਜਿਨ੍ਹਾਂ ਨੇ ਇਹ ਅਰਜ਼ਾਂ ਕੀਤੀਆਂ, ਜਿਨ੍ਹਾਂ ਨੇ ਗ੍ਰੰਥਾਂ ਦੇ ਵਿੱਚ ਵੀ ਲਿਖ ਦਿੱਤਾ ਕਿ ਮਾਤਾ ਜੀ ਬੁਰਜ ਦੇ ਉੱਪਰ ਪਾਗਲ ਹੋ ਕਰਕੇ ਸਦਮਾ ਲੱਗ ਕਰਕੇ ਮਾਤਾ ਜੀ ਨੇ ਛਾਲ ਮਾਰ ਦਿੱਤੀ, ਜਿਹੜੇ ਬੜੇ ਗੁਸਤਾਖੀ ਵਾਲੇ ਅਯੋਗ ਸ਼ਬਦ, ਭੱਦੀ ਸ਼ਬਦਾਵਲੀ ਜਿਨ੍ਹਾਂ ਨੇ ਵੀ ਵਰਤੀ, ਇਹ ਦਸਮ ਦੀ ਬਾਣੀ ਸਿੱਧ ਕਰਦੀ ਆ ਕਿ ਮਾਤਾ ਜੀ ਤੇ ਗੁਰਦੇਵ ਸ੍ਰੀ ਗੁਰੂ ਤੇਗ ਬਹਾਦਰ ਜੀ ਯੋਗਾ ਅਭਿਆਸੀ ਸੀ। ਫੇਰ ਬੇਨਤੀ ਕਰ ਲਵਾਂ, ਇਹਨੂੰ ਵਹਿਮ ਵੱਲ ਨਹੀਂ ਲੈ ਕੇ ਜਾਣਾ। ਯੋਗ ਦਾ ਜਿਹੜਾ ਤਾਲੁਕਾਤ ਹੈ ਉਹ ਸਰੀਰ ਦੇ ਇੰਦਰੀਆਂ, ਸਰੀਰ ਦੇ ਜਿਹੜੇ ਔਰਗਨ ਆ ਤੇ ਸਾਹ ਦਾ ਜਿਹੜਾ ਕਰਮ ਆ, ਉਹਨੂੰ ਪ੍ਰਾਣਾਯਾਮ ਦੁਆਰਾ ਇਹ ਕੰਟਰੋਲ ਕਰਨਾ, ਉਹਨੂੰ ਆਪਣੇ ਅਧੀਨ ਕਰਨਾ, ਨਾ ਕਿ ਉਹਦੇ ਅਧੀਨ ਆਪਾਂ ਹੋਣਾ। ਉਸ ਯੋਗ ਦਾ ਖੰਡਨ ਆ ਜਿਹੜਾ ਬਿਨਾਂ ਮਤਲਬ ਤੋਂ ਹੀ ਉਮਰ ਵਧਾਈ ਜਾਣੀ, ਜਿਵੇਂ ਸਿੱਧਾ ਨੇ ਕੀਤਾ। ਪਰ ਇਹ ਜਿਹੜਾ ਯੋਗ ਆ, ਕਹਿ ਲੋ ਐਕਸਰਸਾਈਜ਼ ਦੇ ਵਾਂਗੂ, ਕਿ ਇਸ ਦੀ ਵੀ ਖੰਡਨ ਗੁਰਬਾਣੀ ਨੇ ਕੀਤਾ ਆ। ਹਾਂਜੀ, ਸੋ ਇਹ ਗੱਲ ਤੋਂ ਸਿੱਧ ਹੁੰਦਾ ਕਿ ਮਾਤਾ ਜੀ ਯੋਗਾ ਅਭਿਆਸੀ ਸਨ। ਤੇ ਜਿਹੜੇ ਫਿਰ ਲੋਕਾਂ ਨੇ ਇਹ ਜਿਹੜੇ ਝੂਠੇ ਇਲਜ਼ਾਮ ਲਾਏ ਆ, ਉਹਨਾਂ ਨੂੰ ਆਪਾਂ ਫਿਰ ਇਹ ਜਵਾਬ ਦੇ ਸਕਦੇ ਕਿ ਤੁਸੀਂ ਇਹ ਗੱਲ ਕਿਵੇਂ ਕਰਦੇ ਆ। ਮਾਤਾ ਜੀ ਨੂੰ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਉਹ ਇੱਕ ਯੋਗਾ ਅਭਿਆਸੀ ਸੀ, ਤੇ ਫਿਰ ਅਸੀਂ ਪ੍ਰਮਾਣਾ ਸਹਿਤ ਕਹਿ ਸਕਦੇ ਆ ਕਿ ਜਿਹੜਾ ਯੋਗਾ ਅਭਿਆਸੀ ਹੁੰਦਾ ਆ, ਉਹ ਆਪਣੇ ਸਰੀਰ ਵਿੱਚੋਂ ਜਦੋਂ ਵੀ ਸਰੀਰ ਛੱਡਦਾ, ਉਹ ਬ੍ਰਹਮਰੰਦਨ ਨਾੜੀ ਨੂੰ ਫੋੜ ਕਰਕੇ 10ਵੇਂ ਦੁਆਰ ਦੇ ਵਿੱਚੋਂ ਉਹਦੀ ਆਤਮਾ, ਜੀਵ ਆਤਮਾ ਨਿਕਲਦੀ ਆ। ਤਾਂ ਮਾਤਾ ਜੀ ਇਸ ਪ੍ਰਕਾਰ ਦੇ ਨਾਲ, ਇਸ ਵਿਦਿਆ ਦੇ ਨਾਲ ਮਾਤਾ ਜੀ ਨੇ ਸਰੀਰ ਛੱਡਿਆ। ਜੇ ਆਪਾਂ ਦਸਮ ਦੀ ਬਾਣੀ ਨੂੰ ਨਾ ਮੰਨਾਂਗੇ, ਵਿਚਿੱਤਰ ਨਾਟਕ ਦੇ ਵਿੱਚ ਇਹ ਗੱਲਾਂ ਨੂੰ ਮੰਨਾਂਗੇ ਨਾ, ਫਿਰ ਸਾਡੇ ਕੋਲ ਮੋਰੇ ਜਵਾਬ ਕੀ ਹੋਣਾ ਜਦੋਂ ਲੋਕਾਂ ਨੇ ਕਹਿਣਾ ਮਾਤਾ ਜੀ ਨੂੰ ਡਿਪਰੈਸ਼ਨ ਹੋ ਗਈ ਜੀ, ਮਾਤਾ ਜੀ ਨੂੰ ਪਾਗਲਪਨ ਦਾ ਦੌਰਾ ਪੈ ਗਿਆ। ਇਹ ਸਾਡੀਆਂ ਆਪਾਂ ਤਾਂ ਆਪਣੀਆਂ ਜੜ੍ਹਾਂ ਆਪ ਪੁੱਟਣ ਡਏ ਆ। ਏਦਾਂ ਦੇ ਨਿੰਦਕਾਂ ਦੀ ਭਾਜੀ ਆਪਾਂ ਮੋੜਨੀ ਆ। ਅਖੀਰ ਦੇ ਵਿੱਚ ਦਾਸ ਦੋਵੇਂ ਹੱਥ ਜੋੜ ਕਰਕੇ ਇਹ ਬੇਨਤੀ ਕਰ ਦੇਵੇ ਕਿ ਬੋਲਦਿਆਂ ਅਣਗਿਣਤ ਗਲਤੀਆਂ ਹੋ ਗਈਆਂ ਹੋਣਗੀਆਂ। ਦਾਸ ਫੇਰ ਅਰਜ਼ ਕਰ ਦੇਵੇ, ਮੈਂ ਪਹਿਲਾਂ ਵੀ ਕਿਹਾ ਹੈ, ਦਾਸ ਕੋਈ ਵਿਦਵਾਨ ਨਹੀਂ, ਬਹੁਤ ਜ਼ਿਆਦਾ ਤੁਛ, ਛੋਟੀ ਬੁੱਧੀ ਆ, ਉਮਰ ਵੀ ਛੋਟੀ, ਉਹ ਤੋਂ ਛੋਟੀ ਮੇਰੀ ਬੁੱਧੀ। ਤੇ ਦਾਸ ਬੇਨਤੀ ਕਰੇ ਜਿਹੜੇ ਕੌਮ ਵਿੱਚ ਮੇਰੇ ਪ੍ਰਚਾਰਕ ਵੀਰ ਨੇ, ਜੋ ਇਸ ਪ੍ਰਚਾਰ ਦੇ ਕਿੱਤੇ ਦੇ ਵਿੱਚ ਢਾਡੀ, ਰਾਗੀ, ਕਥਾਵਾਚਕ ਜਿਹੜੇ ਆਏ ਨੇ, ਗਿਆਨੀ ਸਿੰਘ ਜੋ ਵੀ ਨੇ, ਬੇਸ਼ੱਕ ਉਹ ਅੰਗਰੇਜ਼ੀ ਬੋਲਣ ਵਾਲੇ ਹੋਣ, ਬੇਸ਼ੱਕ ਉਹ ਪੰਜਾਬੀ ਬੋਲਣ ਵਾਲੇ ਹੋਣ, ਜਿਨ੍ਹਾਂ ਦੇ ਨਾਲ ਵੀ ਸੰਗਤ ਦੀ ਭਾਵਨਾ ਜੁੜੀ ਹੋਈ ਆ, ਇਹ ਮੌਕਾ ਆ ਜਦੋਂ ਸਾਡੇ ਤੋਂ ਹਿਸਾਬ ਮੰਗਣਾ ਮਹਾਰਾਜ ਨੇ ਕਿ ਤੁਹਾਨੂੰ ਤਾਂ ਅਸੀਂ ਪ੍ਰਚਾਰ ਦਾ ਖਿੱਤਾ ਦਿੱਤਾ, ਠੀਕ ਆ, ਤੁਸੀਂ ਆਪਣੀ ਤਾਂ ਰਾਮਲੀਲਾ ਗਾਈ ਗਏ, ਪਰ ਜਿਹੜਾ ਮੇਰੇ ਖਿਲਾਫ ਲੋਕਾਂ ਨੇ ਮੇਰੀ ਨਿੰਦਿਆ ਕੀਤੀ, ਜਦੋਂ ਮਹਾਰਾਜ ਨੇ ਕਹਿਣਾ ਵੇ, ਤੁਸੀਂ ਫਿਰ ਉਹਨਾਂ ਨੂੰ ਜਵਾਬ ਕੀ ਦਿੱਤਾ? ਮਹਾਰਾਜ ਦੇ ਹੁਕਮਾਂ ਦੇ ਵਿੱਚੋਂ ਆ, ਗੁਰ ਕੀ ਨਿੰਦਾ ਸੁਨਹਿ ਨਾ ਕਾਨ, ਭੇਟ ਕਰੂੰ ਤਿਸ ਸੰਗ ਕਿਰਪਾਨ। ਜੇ ਦੁਸ਼ਟਾਂ ਨੂੰ ਆਪਾਂ ਕਿਰਪਾਨ ਦੇ ਨਾਲ ਸੋਧੇ ਨਹੀਂ ਲਾ ਸਕਦੇ, ਉਹ ਸਮਾਂ ਹਾਲੇ ਬਣਿਆ ਨਹੀਂ, ਉਹ ਵੀ ਸਮਾਂ ਬਣੇਗਾ। ਘੱਟ ਤੋਂ ਘੱਟ ਗੁਰੂ ਦਿਆਂ ਨਿੰਦਕਾਂ ਨੂੰ ਅਸੀਂ ਜ਼ਰੂਰ
ਵਿਵੇਕ ਰੂਪੀ ਕਿਰਪਾਨ ਦੇ ਨਾਲ, ਗਿਆਨ ਰੂਪੀ ਖੜਗ ਦੇ ਨਾਲ ਇਹਨਾਂ ਦੇ ਨਾਲ ਆਪਾਂ ਭੇਟ ਕਰ ਸਕਦੇ ਹਾਂ, ਇਹਨਾਂ ਨੂੰ ਨਿਰੁੱਤਰ ਕਰ ਸਕਦੇ ਹਾਂ। ਔਰ ਸਿੱਖ ਸੰਗਤਾਂ ਦੇ ਮਨ ਦੇ ਜੋ ਵਲਵਲੇ ਉੱਠ ਰਹੇ ਆ, ਜਿਹੜੇ ਪ੍ਰਸ਼ਨ ਉੱਠ ਰਹੇ ਆ, ਇਹਨਾਂ ਦੀ ਸੰਗਤ ਮਾੜੀ ਕਰਕੇ ਜਿਹੜੇ ਸ਼ੰਕੇ ਉੱਠ ਰਹੇ ਆ, ਸੁਭਾਵਾਂ ਦੇ ਵਿੱਚ ਤਬਦੀਲੀ ਆ ਰਹੀ ਆ, ਉਹਨੂੰ ਆਪਾਂ ਨਿਵਰਤ ਕਰ ਸਕਦੇ ਹਾਂ। ਇੰਨਾ ਕੁਝ ਬੋਲ ਕਰਕੇ ਦਾਸ ਦੋਵੇਂ ਹੱਥ ਜੋੜ ਕਰਕੇ ਮਾਫੀ ਮੰਗਦਾ। ਦਾਸ ਦਾ ਨਾ ਜੀਵਨ ਇੰਨਾ ਗਿਆਨ, ਨਾ ਬੁੱਧ ਕਿ ਆਪ ਸਾਧ ਸੰਗਤ ਵਿੱਚ ਕੁਝ ਬੋਲ ਸਕਾਂ। ਸਤਿਗੁਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਿਰ ਉੱਪਰ ਜਿਵੇਂ ਛੜੀ ਧਰੀ ਸੀਗੀ ਛੱਜੂ ਉੱਪਰ, ਇਸ ਤਰੀਕੇ ਦੇ ਨਾਲ ਆਪਣੇ ਸਿੰਘਾਂ ਦੇ ਸਿਰਾਂ ਉੱਪਰ ਵੀ ਛੜੀ ਧਰਨ ਕਿ ਅਸੀਂ ਵੀ ਇਹਨਾਂ ਜਿਹੜੇ ਗਿਆਨ ਦੇ ਹੰਕਾਰੇ ਪਏ, ਫੋਕੇ ਗਿਆਨ ਦੇ ਹੰਕਾਰੇ ਪਏ, ਜਿਹੜੇ ਅਖੌਤੀ ਵਿਦਵਾਨ ਆ, ਅਸੀਂ ਇਹਨਾਂ ਦੀ ਭਾਜੀਆਂ ਮੋੜੀਏ। ਜਿਸ ਤਰੀਕੇ ਦੇ ਨਾਲ ਇੱਕ ਵਾਰੀ ਤੁਹਾਡੀ ਗੁਰਿਆਈ ਤੇ ਉਸ ਵੇਲੇ ਬਾਹਮਣਾਂ ਨੇ ਸ਼ੰਕਾ ਕੀਤਾ ਸੀ। ਹੇ ਸਤਿਗੁਰ ਸੱਚੇ ਪਾਤਸ਼ਾਹ, ਆਪਣੀ ਸਿੱਖਾਂ ਨੂੰ ਤੁਸੀਂ ਆਪ ਸਮਤ ਬਖਸ਼ੋ, ਆਪ ਬਾਂਹ ਫੜਨੀ ਕਰੋ। ਦਾਸ ਇਹ ਵੀ ਨਾਲ ਬੇਨਤੀ ਕਰੇ, ਜੇ ਕਿਸੇ ਦੇ ਮਨ ਦੇ ਵਿੱਚ ਸ਼ੰਕਾ ਹੋਵੇ, ਹਾਲੇ ਵੀ ਉਹ ਜਿਹੜੇ ਮੈਸੇਜ ਨੇ ਸਾਨੂੰ ਇੱਥੇ YouTube ਦੇ ਅਕਾਊਂਟ ਉੱਪਰ ਮੈਸੇਜ ਕਰ ਦਿਓ। ਹੋਰ ਇੱਕ ਬੇਨਤੀ, ਤੇ ਜੇ ਦਾਸ ਇਹ ਬੇਨਤੀ ਕਰਦਾ, ਜੇ ਕਿਸੇ ਦੇ ਮਨ ਦੇ ਵਿੱਚ ਪਹਿਲੋਂ ਕੋਈ ਸ਼ੰਕਾ ਉੱਠਿਆ ਤੇ ਦਾਸ ਦੇ ਬੋਲਣ ਦੇ ਨਾਲ, ਗੁਰੂ ਕਿਰਪਾ ਦੇ ਨਾਲ ਤੁਹਾਡੀ ਸ਼ੰਕਾ ਦੀ ਨਿਵਰਤੀ ਹੋਈ, ਤੇ ਰਾਮਕਲੀ ਕੀ ਵਾਰ ਦੇ ਜ਼ਰੂਰ ਪਾਠ ਕਰਨੇ, ਕਿਉਂਕਿ ਇੱਕ ਵਾਰੀ ਸੱਤੇ ਤੇ ਬਲਵੰਡ ਨੇ ਵੀ ਗੁਰੂ ਦੀ ਨਿੰਦਿਆ ਕੀਤੀ ਸੀ, ਤਾਂ ਆਪਣਾ ਕਲਿਆਣ ਕਰਾਉਣ ਵਾਸਤੇ, ਬਖਸ਼ਿਸ਼ ਲੈਣ ਵਾਸਤੇ ਉਹਨਾਂ ਨੇ ਰਾਮਕਲੀ ਕੀ ਵਾਰ ਉਚਾਰੀ ਸੀ। ਆਪਾਂ ਵੀ ਇਹ ਭਾਵਨਾ ਬਣਾਈਏ ਕਿ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨਿੰਦਕਾਂ ਦੀਆਂ ਗੱਲਾਂ ਸੁਣ ਕਰਕੇ ਸਾਡੇ ਮਨ ਵਿੱਚ ਵੀ ਤੁਹਾਡੇ ਪਰਥਾਏ ਸ਼ੰਕੇ ਉੱਠੇ। ਮਹਾਰਾਜ, ਜਿਵੇਂ ਤੁਸੀਂ ਨਿੰਦਕਾਂ ਨੂੰ ਬਖਸ਼ਿਆ, ਸਾਨੂੰ ਵੀ ਬਖਸ਼ ਦਿਓ। ਤੁਸੀਂ ਜਿਵੇਂ ਉਹਨਾਂ ਨੂੰ ਆਪਣੇ ਡੂਮਾਂ ਨੂੰ ਮੁੜ ਕੇ ਸਵੀਕਾਰਿਆ, ਸਾਨੂੰ ਵੀ ਮਹਾਰਾਜ ਮਾੜੀ ਨਲਾਇਕ ਤੁਹਾਡੀ ਇਹ ਜਿਹੜੀ ਅਸੀਂ ਔਲਾਦ ਆ ਨਾਦੀ, ਸਾਨੂੰ ਵੀ ਬਖਸ਼ ਦਿਓ। ਇੰਨਾ ਕੁਝ ਕਹਿ ਕਰਕੇ ਖਿਮਾ ਦਾ ਜਾਚ ਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।